जयपाल भुल्लर हो गया या इस तो इलावा विक्की गौंडर हो गया, दविंदर बंबीहा हो गया। मेरे नाल बहुत ही मन्ने हुए एडवोकेट बैठे ने। इन्हां दी कहानी भी कुछ इस तरह ही है कि 21 साल की उम्र दे सीगे, स्टूडेंट सीगे, स्टूडेंट पॉलिटिक्स दे विच वकील साहब प्रेजिडेंट हुंदे सीगे। इन्हां दे उपर 302 दा मुकदमा दर्ज हो जाता है। जुडिशरी ते पुलिस सिस्टम वल दबाना चाहना अपने हिंदुस्तान का ये बड़ा नैगेटिव है। जिमें कि किसी उपर कोई केस दर्ज हो गया उस तो बाद उसनूं उसे दलदल ਦੇ ਵਿੱਚ ਸੁੱਟਤਾ ਜਾਂਦਾ, ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੈਗਾ। ਸਟੋਰੀ ਝੂਠੀ ਬਣਾਈ ਗਈ। ਪੁਲਿਸ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ ਵੀ ਜੋ ਇਹਦੀ ਜਾਂਚ ਕਰੇ। ਇਨਵੈਸਟੀਗੇਸ਼ਨ ਕਿਹਦੇ ਕੋਲ ਜਾਣੀ ਹੈ? ਪੁਲਿਸ ਕੋਲ। ਦੂਸਰੀ ਗੱਲ, ਮੈਂ ਜੇਲ੍ਹ ਦੇ ਵਿੱਚ ਜਾ ਕੇ ਦੇਖਿਆ ਕਿ ਜਿਹਨੂੰ ਸੁੱਟਦਾ ਅੰਦਰ ਹੁਣ ਇੱਕ ਕਲਮ ਵਾਹ ਕੇ 2 ਪੇਜ ਦੀ FIR ਆਉਂਦੀ ਹੈ ਤੇ ਬੰਦੇ ਦੇ 20 ਸਾਲ ਖਾ ਜਾਂਦੀ ਹੈ। ਉਹ ਤੁਸੀਂ ਦੇਖੋ ਵੀ 302 ਦੇ ਵਿੱਚ 10 ਸਾਲ ਦੀ ਕਨਵਿਕਸ਼ਨ ਕਰਤੀ ਸਾਨੂੰ 5 ਜਣਿਆਂ ਨੂੰ। ਕਹਿੰਦੇ ਇਹਨਾਂ ਦਾ ਇੰਨਾ ਰੋਲ ਨਹੀਂ, ਨੂੰ 10 ਸਾਲ ਦੀ ਕਰ ਦਿਓ। ਇੱਕ ਮੇਨ ਐਕਿਊਜ਼ਡ ਨੂੰ 20 ਸਾਲ। ਹੁਣ ਤੁਸੀਂ ਮੈਨੂੰ ਇਹ ਦਿਖਾ ਦਿਓ ਕਿ ਸਾਰੇ ਜੁਡੀਸ਼ੀਅਲ ਸਿਸਟਮ 'ਚ IPC ਦੇ CRPC ਦੇ ਵਿੱਚ 302 ਦੇ ਵਿੱਚ 10 ਸਾਲ ਦੀ ਕੈਦ ਲਿਖੀ ਵੀ ਹੈ ਕਿ ਨਹੀਂ ਲਿਖੀ। ਕੇਸ ਦੇ ਵਿੱਚ ਹੁੰਦਾ ਹੈ ਨਾ ਵੈਪਨ ਰਿਕਵਰ ਹੁੰਦਾ ਹੈ ਜਾਂ ਜਿਵੇਂ ਅੱਜ ਕੱਲ੍ਹ ਦਾ ਸਿਸਟਮ ਹੈ ਕਿ ਮੋਬਾਈਲ ਫੋਨਸ ਦੀ ਜਿਹੜੀ ਲੋਕੇਸ਼ਨ ਹੈ ਉਹ ਕ੍ਰਾਈਮ ਸੀਨ ਤੋਂ ਮੈਚ ਕਰਦੀ ਹੈ ਵੀ ਆਹ ਬੰਦੇ ਦੀ ਜੀ ਕ੍ਰਾਈਮ ਸੀਨ ਤੇ ਲੋਕੇਸ਼ਨ ਸਾਨੂੰ ਮਿਲੀ ਜਾਂ CCTV ਫੁਟੇਜ ਮਿਲੀ, ਤਾਂ ਤੁਹਾਡੇ ਕੋਲੋਂ ਫਿਰ ਵੈਪਨ ਵਗੈਰਾ ਫਿਰ ਰਿਕਵਰ ਕਰਨ ਦਾ, ਕਿਉਂਕਿ ਕੋਰਟ ਵੀ ਪੂਰਾ ਪ੍ਰੂਫ ਦੇ ਨਾਲ ਹੀ ਹੈ ਨਾ। ਜਿਹੜਾ ਟਰਾਇਲ ਹੁੰਦਾ ਉਹਦੇ ਵਿੱਚ ਟਰਾਇਲ ਦੇ ਵਿੱਚ ਇਹੀ ਤਾਂ ਸਾਰਾ ਕੁਝ ਹੁੰਦਾ ਨਾ। ਇਸੇ ਲਈ ਤਾਂ ਪੁਲਿਸ ਦੀ ਮਾਸਟਰੀ ਨੂੰ ਮੰਨਿਆ ਗਿਆ, ਪੰਜਾਬ ਪੁਲਿਸ ਨੂੰ ਤੇ ਆਪਣੇ ਇੰਡੀਆ ਦੀ ਨੂੰ। ਹੁਣ ਤੁਸੀਂ ਇਹ ਦੇਖੋ ਸਾਡੇ 'ਤੇ ਜੋ ਪਾਇਆ ਸੀ, ਮੇਰੇ ਤੇ ਇਹ ਚੀਜ਼ ਇਹਨਾਂ ਨੇ ਪਲਾਂਟ ਕੀਤੀ ਸੀ ਵੀ ਇਹਦੇ ਕੋਲੇ ਹਾਕੀ ਸੀ। ਉਹਨਾਂ ਨੇ ਕੀ ਫਿਰ ਉਹ ਰਿਕਵਰੀ ਪਾਈ ਹਾਕੀਆਂ ਦੀ। ਰਿਕਵਰੀ ਕਿਵੇਂ ਪਾਈ ਵੀ ਇਹਨਾਂ ਨੇ ਦੀ ਫਲਾਣੇ ਟਾਈਮ ਝਾੜੀਆਂ ਦੇ ਵਿੱਚ ਲੁਕੋ ਕੇ ਰੱਖੀਆਂ ਹੋਈਆਂ ਸੀ ਹਾਕੀਆਂ, ਤੇ ਜਦੋਂ ਕਿ ਇਹਨਾਂ ਨੇ ਆਪਦੀ ਇਨਵੈਸਟੀਗੇਸ਼ਨ ਦੇ ਵਿੱਚ ਮੰਨੇ ਰਿਮਾਂਡ ਦੇ ਉੱਪਰ, ਤੇ ਇਹਨਾਂ ਨੇ ਮੂਹਰੇ ਜਾ ਕੇ ਉਹ ਬਰਾਮਦ ਕਰਾਈਆਂ ਤੇ ਸਾਨੂੰ ਚੁਕਾਈਆਂ, ਜਦੋਂ ਕਿ ਇਹੋ ਜਿਹਾ ਕੁਝ ਨਹੀਂ ਹੁੰਦਾ। ਹੋਇਆ ਤੁਹਾਡੇ ਕੇਸ ਦੇ ਵਿੱਚ ਵੀ ਹਾਂ ਅਸੀਂ ਦੇਖਿਆ ਇਹਨਾਂ ਨੂੰ ਮਾਰਦੇ ਹੋਏ, ਇਹੋ ਜਿਹਾ ਕੁਝ ਵੀ ਹੋਇਆ? ਨਹੀਂ, ਅਸੀਂ ਬਿਲਕੁਲ ਬੇਕਸੂਰ। ਕਾਲਜ ਦੀ ਪ੍ਰਧਾਨਗੀ ਕਰਨ ਵਾਲੇ, ਅੱਗੇ ਵਧਣ ਵਾਲੇ। ਫਿਰ ਸਿਸਟਮ ਦਾ ਇਹ ਹੈ ਵੀ ਇੱਥੇ ਇੰਡੀਆ ਦੇ ਵਿੱਚ ਤਰੱਕੀ ਕਰਨਾ ਤੇ ਚੰਗਾ ਸੋਚਣਾ ਇੱਕ ਗੁਨਾਹ ਬਣ ਚੁੱਕਾ। ਇਸ ਕੇਸ ਨੇ ਤੁਹਾਡੀ ਲਾਈਫ ਦੇ ਉੱਪਰ ਕਿੰਨਾ ਕੁ ਇਫੈਕਟ ਕੀਤਾ? ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਜਿਸ ਲੜਕੀ ਦੇ ਨਾਲ ਲਵ ਮੈਰਿਜ ਕਰਾਉਣਾ ਚਾਹੁੰਦੇ ਸੀ ਉਹ ਲੜਕੀ ਵੀ ਫਿਰ ਉਸ ਤੋਂ ਬਾਅਦ ਮੁੱਖ ਮੋੜ ਗਈ। ਬਟ ਉਹਦੇ ਵਿੱਚੋਂ ਜਦੋਂ ਮੈਂ ਜੇਲ੍ਹ ਜਾਂਦਾ ਤਾਂ ਉਹ ਲੜਕੀ ਮੈਨੂੰ ਜੇਲ੍ਹ ਦੇ ਵਿੱਚ ਵੀ ਬੜੇ ਕਾਰਡ ਵਗੈਰਾ ਭੇਜਦੀ ਹੈ। ਬਟ ਜਦੋਂ ਪ੍ਰੋਬਲਮ ਕਿੱਥੇ ਆਉਂਦੀ ਹੈ, ਜਦੋਂ ਘਰਦਿਆਂ ਨੂੰ ਪਤਾ ਲੱਗਦਾ ਹੈ, ਜਦੋਂ ਇਹ ਡਿਸਕਸ਼ਨ ਦੇ ਵਿੱਚ ਹੋਰਾਂ ਦੇ ਗੱਲ ਆਉਂਦੀ ਹੈ, ਤੇ ਮੇਰੀ ਨੀਅਰ ਅਬਾਊਟ 2 ਸਾਲ ਦੀ ਜਿਹੜੀ ਕਸਟਡੀ ਬਣਦੀ ਹੈ ਜੇਲ੍ਹ ਦੀ ਬਿਨਾਂ ਕਿਸੇ ਵਜ੍ਹਾ ਦੀ। ਤੁਹਾਡੇ ਕੋਲੇ ਕਲਾਇੰਟਸ ਆਉਂਦੇ ਨੇ, ਤੁਸੀਂ ਕਿਸੇ ਨੂੰ ਮਰਡਰ ਕੇਸ ਦੇ ਵਿੱਚ ਕੋਈ ਤੁਹਾਡੇ ਥਰੂ ਬਰੀ ਵੀ ਹੋਇਆ? 90% ਜਾਂ 95% ਲੋਕ ਜਿਹੜੇ ਬਰੀ ਹੋ ਕੇ ਜਾਂਦੇ ਆ, ਜਿਹੜੇ ਮੇਰੇ ਕੋਲ ਆਉਂਦੇ। ਕਈ ਵਾਰੀ ਜੱਜ ਸਾਹਿਬਾਨਾਂ ਨੂੰ ਪਤਾ ਲੱਗ ਜਾਂਦੀ ਹੈ, ਬਹੁਤ ਚੰਗੇ ਅਫਸਰ ਹੁੰਦੇ, ਲੇਕਿਨ ਉਹ ਵੀ ਇੱਕ ਮਤਲਬ ਵੀ ਆਪਣੇ ਸਿਸਟਮ ਦੇ ਹੈ ਨਾ, ਹਰੇਕ ਬੰਦਾ ਬਾਉਂਡ ਹੈ, ਉਸ ਤੋਂ ਬਾਹਰ ਨਹੀਂ ਜਾ ਸਕਦੇ। ਉਹ ਕਈ ਵਾਰੀ ਕਹਿ ਵੀ ਦਿੰਦੇ ਅਫਸਰ ਬੜੇ ਚੰਗੇ ਹੁੰਦੇ ਵੀ ਸਾਡੀ ਇਸ ਗੱਲ 'ਚ ਦੇਖੋ ਮਜਬੂਰੀ ਹੈ, ਆਪਣਾ ਲਾਅ ਸਿਸਟਮ ਇਹ ਅਲਾਓ ਨਹੀਂ ਕਰਦਾ। ਉਹ ਮੈਨੂੰ ਮਹਿਣਾ ਮਾਰਦਾ, ਕਹਿੰਦਾ ਮੈਨੂੰ ਬਚਾਓ ਤੁਸੀਂ। ਅਤੇ ਚਲੋ ਦੋਸਤੀ ਦੇ ਨਾਤੇ ਮੈਂ ਜਾਂਦਾ, ਮੈਂ ਉਹਨੂੰ ਬਚਾ ਕੇ ਲਿਆਉਣਾ ਹੈ। ਜਿਹਦਾ ਕਿ ਬਲੱਡ ਮੇਰੇ ਵਾਈਟ ਸ਼ਰਟ ਪਾਈ ਸੀ ਅਤੇ ਬਲੂ ਜੀਨ ਪਾਈ ਸੀ, ਜੀਨ ਦੀ ਪੈਂਟ ਪਾਈ ਸੀ, ਜਿਹਦਾ ਬਲੱਡ ਮੇਰੇ ਉੱਪਰ ਲੱਗ ਗਿਆ। ਜਦੋਂ ਕਿ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਇਹ ਚੀਜ਼ ਆਉਣੀ ਚਾਹੀਦੀ ਸੀ ਵੀ ਇਹਨੇ ਕਿਸੇ ਦੋਸਤ ਦੀ ਜਾਨ ਬਚਾਈ ਹੈ, ਇਹਨੂੰ ਕੋਈ ਅਵਾਰਡ ਦਿੱਤਾ ਜਾਵੇ ਜਾਂ ਇਹਨੂੰ ਕੋਈ ਚੰਗੇ ਕੰਮ ਲਈ ਨੋਮੀਨੇਟ ਕੀਤਾ ਜਾਵੇ। ਦੂਜੇ ਪਾਸੇ ਕੀ ਹੁੰਦਾ ਹੈ, ਕਤਲ ਕੇਸ ਦੇ ਵਿੱਚ ਪਾ ਦਿੱਤਾ ਜਾਂਦਾ। ਜਿਵੇਂ ਚੀਚੀ ਉਂਗਲ ਰੱਖੀ ਹੋਈ ਹੈ ਖੱਬੀ, ਉਹ ਮਸ਼ਹੂਰ ਹੈ ਵੀ ਚੀਚੀ ਉਂਗਲ ਜਿਹੜੀ ਵੱਢ ਕੇ 26 ਬਣਾਉਣ ਲਈ ਹੁੰਦੀ ਹੈ। ਇਹ ਇੱਕ ਆਮ ਕੋਰਟਾਂ ਦੇ ਵਿੱਚ ਚੱਲਦਾ ਵੀ ਖੱਬੇ ਹੱਥ ਦੀ ਚੀਚੀ ਉਂਗਲ ਇਹ 26 ਬਣਾਉਣ ਲਈ ਰੱਖੀ ਹੁੰਦੀ ਹੈ ਜੱਟਾਂ ਨੇ। ਇਸ ਤਰੀਕੇ ਨਾਲ ਫਿਰ ਇਹ ਪਰਚੇ ਬਣਦੇ। ਪੰਜਾਬ ਦੇ ਨਾਮਵਰ ਪੱਤਰਕਾਰ ਯਾਦਵਿੰਦਰ ਕਰਫਿਊ ਵੱਲੋਂ ਅੱਜ ਤੋਂ ਲਗਭਗ 8-9 ਸਾਲ ਪਹਿਲਾਂ ਇੱਕ ਸੀਰੀਜ਼ ਇੱਕ ਨਿੱਜੀ ਚੈਨਲ ਤੇ ਸ਼ੁਰੂ ਕੀਤੀ ਗਈ ਸੀ, ਜਿਸ ਦਾ ਨਾਂ ਸੀ ਗੈਂਗਸ ਆਫ ਪੰਜਾਬ। ਉਸ ਦੇ ਵਿੱਚ ਪੰਜਾਬ ਦੇ ਉਹ ਨੌਜਵਾਨ ਮੁੰਡਿਆਂ ਦੀਆਂ ਕਹਾਣੀਆਂ ਸੀਗੀਆਂ ਜੋ ਕਿ ਜੁਰਮ ਦੀ ਦੁਨੀਆ ਦੇ ਵਿੱਚ ਰਹੇ ਜਾਂ ਸਾਬਕਾ ਗੈਂਗਸਟਰ ਰਹੇ ਜਾਂ ਫਿਰ ਹੁਣ ਵੀ ਮੌਜੂਦਾ ਗੈਂਗਸਟਰ ਨੇ। ਉਹਨਾਂ ਦੇ ਵਿੱਚੋਂ ਕੁਝ ਤਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਨੇ, ਜਿਵੇਂ ਕਿ ਜੈਪਾਲ ਭੁੱਲਰ ਹੋ ਗਿਆ ਜਾਂ ਇਸ ਤੋਂ ਇਲਾਵਾ ਵਿੱਕੀ ਗੌਂਡਰ ਹੋ ਗਿਆ, ਦਵਿੰਦਰ ਬੰਬੀਹਾ ਹੋ ਗਿਆ, ਸੁੱਖਾ ਕਾਲਵਾ ਹੋ ਗਿਆ, ਜਾਂ ਫਿਰ ਜਿਹੜੇ ਇਹ ਨੌਜਵਾਨ ਸੀ ਆਪਸ ਦੇ ਵਿੱਚ ਹੀ ਇਹਨਾਂ ਦੇ ਗੈਂਗਸ ਬਣੇ ਹੋਏ ਨੇ, ਆਪਸ ਦੇ ਵਿੱਚ ਹੀ ਇਹ ਲੜ ਭਿੜ ਕੇ ਮਰ ਚੁੱਕੇ ਨੇ। ਉਹਨਾਂ ਦੇ ਪਰਿਵਾਰਾਂ ਦੀਆਂ ਕਹਾਣੀਆਂ ਆਈਆਂ ਤਾਂ
ਉਹਨਾਂ ਕਹਾਣੀਆਂ ਤੋਂ ਇਹ ਪਤਾ ਲੱਗਿਆ ਕਿ ਉਹ ਜਿਹੜੇ ਨੌਜਵਾਨ ਮੁੰਡੇ ਸੀ ਉਹ ਚੰਗੇ ਪਰਿਵਾਰਾਂ ਤੋਂ ਤਾਲੁਕ ਰੱਖਦੇ ਸੀ। ਜਿਵੇਂ ਜੈਪਾਲ ਭੁੱਲਰ ਦੇ ਪਿਤਾ ਜੀ ਇੱਕ ਪੁਲਿਸ ਅਫਸਰ ਸਨ, ਉਹ ਪੁਲਿਸ ਮਹਿਕਮੇ ਦੇ ਵਿੱਚ ਮੁਲਾਜ਼ਮ ਸਨ, ਜਾਂ ਹੋਰ ਜਿਹੜੇ ਦਵਿੰਦਰ ਬੰਬੀਹਾ ਉਹ ਵੀ ਇੱਕ ਕਿਸਾਨੀ ਪਰਿਵਾਰ ਤੋਂ ਸੀ। ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਮੁੰਡੇ ਸੀ ਉਹ ਪਲੇਅਰ ਵੀ ਸਨ, ਉਹ ਖਿਡਾਰੀ ਵੀ ਸਨ। ਪਰ ਕਿਸ ਤਰ੍ਹਾਂ ਉਹ ਜੁਰਮ ਦੀ ਦੁਨੀਆ ਦੇ ਵਿੱਚ ਆ ਜਾਂਦੇ ਨੇ, ਉਹ ਵੀ ਉਹ ਆਪਣੀ ਜਿਹੜੀ ਕਹਾਣੀ ਹੈ ਸਾਰੀ ਉਹ ਉਸ ਇੰਟਰਵਿਊ ਦੇ ਵਿੱਚ ਐਲਾਬਰੇਟ ਕਰਦੇ ਨੇ, ਦੱਸਦੇ ਨੇ ਕਿ ਸਾਡੇ ਉੱਪਰ ਜਦੋਂ ਅਸੀਂ ਟੀਨਏਜ ਦੇ ਵਿੱਚ ਸੀਗੇ ਜਾਂ ਫਿਰ ਜਦੋਂ ਸਕੂਲ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਸ ਵੇਲੇ ਸਾਡੇ ਉੱਪਰ ਕ੍ਰਿਮੀਨਲ ਕੇਸਿਸ ਪੈਣ ਕਰਕੇ ਜਿਹੜਾ ਹੈ ਅਸੀਂ ਇੱਧਰ ਨੂੰ ਇਨਕਲਾਈਨਡ ਹੋ ਗਏ, ਅਸੀਂ ਜੁਰਮ ਦੀ ਦੁਨੀਆ ਵੱਲ ਇਨਕਲਾਈਨਡ ਹੋ ਗਏ। ਉਹ ਉਮਰ ਕੱਚੀ ਉਮਰ ਹੁੰਦੀ ਹੈ ਔਰ ਉਹ ਅਜਿਹੀ ਉਮਰ ਹੁੰਦੀ ਹੈ ਵੀ ਜਿਸ ਪਾਸੇ ਨੂੰ ਜਿਹੜਾ ਨੌਜਵਾਨ ਹੈ ਉਹ ਲੱਗ ਜਾਂਦਾ ਹੈ ਤਾਂ ਉਸੇ ਰਾਸਤੇ ਤੇ ਉਹ ਤੁਰ ਪੈਂਦਾ ਹੈ। ਅੱਜ ਮੈਂ ਤੁਹਾਨੂੰ ਅਜਿਹੀ ਕਹਾਣੀ ਜਿਹੜੀ ਹੈ ਨਸ਼ਰ ਕਰਨ ਜਾ ਰਹੀ ਹਾਂ ਤੁਹਾਡੇ ਸਾਹਮਣੇ। ਮੇਰੇ ਨਾਲ ਇੱਕ ਬਹੁਤ ਹੀ ਮੰਨੇ ਹੋਏ ਐਡਵੋਕੇਟ ਬੈਠੇ ਨੇ ਜੋ ਕਿ ਬਠਿੰਡਾ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਸਰਦਾਰ ਹਰਜਿੰਦਰ ਸਿੰਘ ਉੱਭਾ ਜੀ। ਇਹਨਾਂ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਹੈ ਕਿ ਜਦੋਂ ਇਹ ਆਪਣੀ ਯੰਗ ਏਜ ਦੇ ਵਿੱਚ ਸੀ, 20-21 ਸਾਲ ਦੀ ਉਮਰ ਦੇ ਸੀਗੇ, ਸਟੂਡੈਂਟ ਸੀਗੇ, ਤਾਂ ਉਸ ਵੇਲੇ ਇਹ ਰਜਿੰਦਰਾ ਕਾਲਜ ਦੇ ਵਿੱਚ ਪੜ੍ਹਦੇ ਸੀ। ਬਠਿੰਡਾ ਦਾ ਰਜਿੰਦਰਾ ਕਾਲਜ ਬੜਾ ਮੰਨਿਆ ਪਰਮੰਨਿਆ ਕਾਲਜ ਹੈ, ਬਹੁਤ ਰਿਨਾਊਂਡ ਕਾਲਜ ਹੈ। ਤਾਂ ਉਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਵਕੀਲ ਸਾਹਿਬ ਪ੍ਰੈਜ਼ੀਡੈਂਟ ਹੁੰਦੇ ਸੀਗੇ, ਤਾਂ ਕਾਲਜ ਦੇ ਪ੍ਰੈਜ਼ੀਡੈਂਟ ਹੁੰਦੇ ਸੀ। ਤਾਂ ਉਸ ਵੇਲੇ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਇਹਨਾਂ ਦੇ ਉੱਪਰ 302 ਦਾ ਮੁਕੱਦਮਾ ਦਰਜ ਹੋ ਜਾਂਦਾ ਹੈ। ਔਰ ਕਿਸ ਤਰ੍ਹਾਂ ਇਹ ਉਸ ਕੇਸ ਦੇ ਵਿੱਚ ਐਂਟੈਂਗਲਡ ਹੁੰਦੇ ਨੇ। 20-21 ਸਾਲ ਦਾ ਨੌਜਵਾਨ ਜਿਸ ਦਾ ਸੁਪਨਾ ਸੀ ਕਿ ਜਾਂ ਤਾਂ ਉਹ ਸਿਵਲ ਸਰਵੈਂਟ ਬਣੇ ਜਾਂ ਫਿਰ ਉਹ ਅੱਛਾ ਪੋਲੀਟੀਸ਼ੀਅਨ ਬਣੇ, ਕਿਉਂਕਿ ਇਹਨਾਂ ਨੂੰ ਬੈਕ ਸੀਗੀ SOI ਦੀ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੀ ਇਹਨਾਂ ਨੂੰ ਬੈਕ ਸੀਗੀ। ਔਰ ਬਹੁਤ ਹੀ ਧੜੱਲੇਦਾਰ ਇਹ ਸਟੂਡੈਂਟ ਸੀਗੇ ਔਰ ਸਟੂਡੈਂਟ ਪੋਲਿਟਿਕਸ ਦੇ ਵਿੱਚ ਬੜਾ ਐਕਟਿਵ ਸੀਗੇ। ਜਿਵੇਂ ਲਾਰੈਂਸ ਬਿਸ਼ਨੋਈ ਵੀ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲਿਆ ਹੋਇਆ ਔਰ ਉਹ ਵੀ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਆਖਦਾ ਹੈ ਕਿ ਅਸੀਂ ਤਾਂ ਸਟੂਡੈਂਟ ਸੀਗੇ, ਸਾਨੂੰ ਤਾਂ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਜਿਹੜਾ ਹੈ ਕੇਸਿਸ ਦੇ ਵਿੱਚ ਐਂਟੈਂਗਲ ਕਰ ਦਿੱਤਾ ਗਿਆ ਔਰ ਇੱਕ ਤੋਂ ਬਾਅਦ ਇੱਕ ਜਿਹੜੇ ਕੇਸਿਸ ਸਾਡੇ ਤੇ ਪਾਏ ਗਏ ਨੇ। ਵਕੀਲ ਸਾਹਿਬ ਦੇ ਉੱਪਰ 1999 ਦੇ ਵਿੱਚ ਜਦੋਂ ਇਹ BA ਫਾਈਨਲ ਈਅਰ ਦੇ ਵਿੱਚ ਹੁੰਦੇ ਨੇ ਉਦੋਂ 302 ਦਾ ਪਰਚਾ ਦਰਜ ਹੁੰਦਾ ਹੈ ਔਰ ਇਹ ਜੇਲ੍ਹ ਚਲੇ ਜਾਂਦੇ ਨੇ। ਇੱਕ BA ਫਾਈਨਲ ਈਅਰ ਦਾ ਸਟੂਡੈਂਟ ਜਿਸ ਦਾ ਸੁਪਨਾ ਸੀਗਾ ਕਿ ਉਹ UPSC ਦੀ ਤਿਆਰੀ ਕਰੇ ਜਾਂ ਕੋਈ ਅੱਛਾ ਹੋਰ ਸਿਵਲ ਸਰਵੈਂਟ ਬਣੇ, ਪਰ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਇਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਇਹ ਵਕਾਲਤ ਕਰਨਗੇ, ਲਾਅ ਕਰਨਗੇ, ਲਾਅ ਦੀ ਪੜ੍ਹਾਈ ਕਰਨਗੇ ਔਰ ਜੇਲ੍ਹ ਦੇ ਵਿੱਚ ਹੀ ਇਹਨਾਂ ਨੇ ਪੜ੍ਹਾਈ ਕੀਤੀ। ਨੌਜਵਾਨ ਤਾਂ ਇਹ ਵੀ ਸਨ ਅਗਰ ਔਰ ਜਿਵੇਂ ਪੰਜਾਬ ਦੇ ਵਿੱਚ ਇੱਕ ਕਲਚਰ ਹੈ ਕਿ ਜੱਟਾਂ ਦੇ ਉੱਪਰ ਤਾਂ ਕੇਸ ਪੈਂਦੇ ਰਹਿੰਦੇ ਨੇ, ਜੇ ਇਹਨਾਂ ਦੀ ਉਹ ਮਾਈਂਡਸੈਟ ਹੁੰਦਾ ਤਾਂ ਸ਼ਾਇਦ ਇਹ ਵੀ ਗਲਤ ਰਾਸਤੇ ਦੇ ਉੱਪਰ ਚੱਲ ਪੈਂਦੇ। ਪਰ ਗਲਤ ਰਾਸਤਾ ਨਾ ਚੁਣ ਕੇ ਸਹੀ ਰਾਸਤਾ, ਕਾਨੂੰਨ ਦਾ ਰਾਸਤਾ ਚੁਣ ਕੇ ਜਿਹੜਾ ਹੈ ਇਹਨਾਂ ਨੇ ਆਪਣੀ ਲੜਾਈ ਲੜੀ। ਬਾਕੀ ਗੱਲਬਾਤ ਅਸੀਂ ਡਿਟੇਲ ਦੇ ਵਿੱਚ ਵਕੀਲ ਸਾਹਿਬ ਦੇ ਨਾਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਜਿਹੜਾ 302 ਦਾ ਮੁਕੱਦਮਾ ਇਹਨਾਂ ਦੇ ਉੱਪਰ ਹੋਇਆ ਸੀਗਾ, ਕੀ ਉਹ ਸਾਰੀ ਸਟੋਰੀ ਸੀ, ਕੀ ਉਸ ਮੁਕੱਦਮੇ ਦੇ ਵਿੱਚ ਬਣਿਆ ਤੇ ਅੱਜ ਕੀ ਸਟੇਟਸ ਹੈ। ਅੱਜ ਬਠਿੰਡਾ ਦੇ ਵਿੱਚ ਇਹ ਅੱਛੇ ਵਕੀਲਾਂ ਦੇ ਵਿੱਚ ਗਿਣੇ ਜਾਂਦੇ ਨੇ ਔਰ ਚੰਗੇ ਜਿਹੜੇ ਹਾਈ ਪ੍ਰੋਫਾਈਲ ਕੇਸਿਸ ਨੇ ਉਹ ਵਕੀਲ ਸਾਹਿਬ ਲੜਦੇ ਨੇ। ਸਰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਤੇ ਆਪ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਵੈਲਕਮ ਜੀ। ਵਕੀਲ ਸਾਹਿਬ ਤੁਹਾਡੀ ਜਿਹੜੀ ਕਹਾਣੀ ਹੈ ਸਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਸੀ ਤੇ ਉਸ ਦੌਰਾਨ ਕਾਲਜ ਦੇ ਵਿੱਚ ਤੁਹਾਡੇ ਤੇ ਕੇਸ ਪਿਆ। ਉਹ ਤੁਸੀਂ ਦੱਸੋ ਵੀ ਉਸ ਕੇਸ ਨੇ ਕੀ ਤੁਹਾਡੀ ਲਾਈਫ ਦੇ ਉੱਪਰ ਇਫੈਕਟ ਕੀਤਾ ਔਰ ਕਿਸ ਤਰ੍ਹਾਂ ਤੁਸੀਂ UPSC ਦਾ ਇੱਕ ਵਿਜ਼ਨ ਰੱਖਣ ਵਾਲੇ ਵਕਾਲਤ ਵੱਲ ਆ ਗਏ। ਕੀ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਸੀਗਾ ਕਿ ਮੈਂ ਵਕਾਲਤ ਕਰਨੀ ਹੈ ਜਾਂ ਫਿਰ ਜਦੋਂ ਇਹ ਕੇਸ ਤੁਹਾਡੇ ਤੇ ਪੈਂਦਾ ਉਸ ਤੋਂ ਬਾਅਦ ਤੁਸੀਂ ਵਕਾਲਤ ਵੱਲ ਤੁਹਾਡਾ ਰੁਝਾਨ ਹੋਇਆ? ਹਾਂਜੀ, ਇਹ ਮੈਡਮ ਪਹਿਲਾਂ ਮੈਂ ਤੁਹਾਡਾ ਧਿਆਨ ਥੋੜ੍ਹਾ ਜਿਹਾ ਜੁਡੀਸ਼ਰੀ ਤੇ ਪੁਲਿਸ ਸਿਸਟਮ ਵੱਲ ਦਿਵਾਉਣਾ ਚਾਹੁੰਦਾ ਆਪਣੇ ਹਿੰਦੁਸਤਾਨ ਦਾ। ਇਹ ਬੜਾ ਨੈਗੇਟਿਵ ਹੈਗਾ। ਜਿਵੇਂ ਕਿ ਕਿਸੇ ਉੱਪਰ ਕੋਈ ਕੇਸ ਦਰਜ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਉਸੇ ਦਲਦਲ ਦੇ ਵਿੱਚ ਸੁੱਟਤਾ ਜਾਂਦਾ, ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੈਗਾ। ਉਹਦੇ ਘਰ ਦੇ ਵੀ ਕੁਛ ਹੱਦ ਤੱਕ ਸਾਥ ਛੱਡ ਦਿੰਦੇ, ਸਮਾਜ ਵਾਲੇ ਤਾਂ ਪਹਿਲਾਂ ਹੀ ਛੱਡ ਦਿੰਦੇ। ਅਤੇ ਜੁਡੀਸ਼ਰੀ ਸਿਸਟਮ ਆਪਣਾ ਕੁਝ ਇਸ ਤਰੀਕੇ ਦਾ ਹੈਗਾ, ਪੁਲਿਸ ਸਿਸਟਮ ਇਸ ਤਰੀਕੇ ਦਾ ਹੈਗਾ। ਹੁਣ ਤੁਸੀਂ ਦੇਖੋਗੇ ਇੱਕ ਫਰੀਦਕੋਟ ਕੰਨੀ ਦਾ ਕੋਈ ਇੰਸਪੈਕਟਰ ਹੈ ਜੋ ਕਿ ਰਿਟਾਇਰ ਹੋ ਚੁੱਕਿਆ ਹੈ, ਉਹ ਕਲੀਅਰ ਕੱਟ ਇੰਟਰਵਿਊ ਦੇ ਰਿਹਾ ਹੈ। ਉਹ ਕਹਿ ਰਿਹਾ ਵੀ ਜਿਹੜਾ ਪੁਲਿਸ ਨੂੰ ਹਿੱਟ ਕਰਦਾ ਹੈ
ਉਹਦੀ ਟਿਕਟ ਤਾਂ ਉੱਤੇ ਦੀ ਕੱਟੀ ਜਾਂਦੀ ਹੈ। ਇਹਨਾਂ ਦੀ ਜਿਹੜੀ ਮਾਈਂਡ ਸੈਟ ਹੈ ਹੋ ਚੁੱਕਿਆ ਹੈ, ਕਿਉਂਕਿ ਜੋ ਟੈਰਰਿਜ਼ਮ ਦਾ ਟਾਈਮ ਰਿਹਾ ਹੈ ਨਾ, ਜਾਂ ਖੜਕੂਆ ਦਾ ਸਮਾਂ ਰਿਹਾ, ਆਪਾਂ ਉਹਨੂੰ ਵੀ ਜਾਣਦੇ ਹਾਂ। ਉਹਦੇ ਵਿੱਚ ਜੇ ਇੱਕ ਬੰਦਾ ਕੋਈ ਕਸੂਰ ਵਾਲਾ ਮਾਰਿਆ ਜਾਂਦਾ ਸੀ, ਉਹਦੇ ਨਾਲ 5 ਬੰਦੇ ਜਿਹੜੇ ਹੈ ਬੇਕਸੂਰ ਵੀ ਮਾਰੇ ਜਾਂਦੇ ਸੀਗੇ। ਜਿਵੇਂ ਆਪਣੇ ਸਟਾਰ ਲਵਾਉਣ ਦੀ ਖਾਤਰ ਇਹਨਾਂ ਨੇ ਬਹੁਤ ਬੇਕਸੂਰ ਐਨਕਾਊਂਟਰਸ ਜਿਹੜੇ ਨੇ ਫੇਕ ਐਨਕਾਊਂਟਰਸ ਕੀਤੇ। ਬਿਲਕੁਲ ਬਿਲਕੁਲ। ਜਿਹੜਾ ਉਹ ਫਰੀਦਕੋਟ ਦਾ ਕੋਈ ਸੀਗਾ, ਪੁਲਿਸ ਦਾ ਮੁਲਾਜ਼ਮ ਸੀਗਾ, ਮੈਂ ਉਹਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ, ਇੰਸਪੈਕਟਰ ਸ਼ਾਇਦ ਰੈਂਕ ਤੋਂ ਰਿਟਾਇਰ ਹੋਇਆ, ਉਹ ਵੀ ਇਸੇ ਤਰੀਕੇ ਨਾਲ ਸੀ। ਕੁਝ ਹੌਲਦਾਰ ਜਾਂ ਕੁਝ ਸਮਥਿੰਗ ਕੋਈ ਰੈਂਕ ਸੀ ਉਹਦਾ, ਉਹਨੂੰ ਵੀ ਡੈਪੂਟੇਟ ਕਰ ਕਰਕੇ ਤੇ ਇੰਸਪੈਕਟਰ ਦੇ ਉੱਤੇ ਤੱਕ ਉਹਨੂੰ ਪਹੁੰਚਾਇਆ ਸੀਗਾ। ਤੇ ਉਹ ਕਲੀਅਰ ਕੱਟ ਕਹਿ ਰਿਹਾ ਵੀ ਜਿਹੜਾ ਕਿ ਪੁਲਿਸ ਨਾਲ ਪੰਗਾ ਲੈਂਦਾ ਹੈ, ਪੁਲਿਸ ਨੂੰ ਹਿੱਟ ਕਰਦਾ ਜਾਂ ਕਿਸੇ ਨੂੰ ਪੁਲਿਸ ਵਾਲੇ ਨੂੰ ਕੋਈ ਟਾਰਗੇਟ ਮਰਡਰ ਕਰ ਦਿੰਦਾ ਪੁਲਿਸ ਵਾਲੇ ਦਾ, ਸਮਝ ਲਓ ਵੀ ਉਹਦੀ ਟਿਕਟ ਤਾਂ ਉੱਤੇ ਦੀ ਕੱਟੀ ਹੀ ਜਾਣੀ ਹੈ। ਇੱਥੇ ਮਤਲਬ ਇੱਕ ਇਹ ਇਹਨਾਂ ਦਾ ਮਾਈਂਡ ਸੈਟ ਹੈ ਪੁਲਿਸ ਦਾ, ਇੱਕ ਆਪਣਾ ਜਸਟਿਸ ਸਿਸਟਮ ਇਹੋ ਜਿਹਾ। ਇਹ ਮਤਲਬ ਕਿਸੇ ਨੂੰ ਵਾਪਸੀ ਲਿਆਉਣ ਵਾਲੇ ਪਾਸੇ ਨਹੀਂ ਮੁੜਦਾ, ਇਹ ਦਲਦਲ ਦੇ ਵਿੱਚ ਧੱਕਣ ਵਾਲੇ ਪਾਸੇ ਨੂੰ ਹੀ ਮੁੜਦਾ ਹੈ। ਇੱਕ ਵਾਰੀ ਜੋ ਬੰਦਾ ਫਸ ਗਿਆ ਉਹ ਧੱਸਦੇ ਹੀ ਤੁਰਿਆ ਜਾਂਦਾ ਹੈ, ਵਾਪਸੀ ਦਾ ਉਹਦੇ ਕੋਲੇ ਬਹੁਤ ਘਟਰਾ ਹੈ। ਲੇਕਿਨ ਮੈਂ ਇਹੀ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ, ਚਲੋ ਜੋ ਇਸ ਮੁੱਖ ਧਾਰਾ ਤੋਂ ਭੜਕ ਚੁੱਕਿਆ ਉਹਨਾਂ ਨੂੰ ਵੀ ਤੁਸੀਂ ਕਦੇ ਵੀ ਗਿਵ ਅਪ ਨਾ ਕਰੋ ਜ਼ਿੰਦਗੀ 'ਚ। ਕੁਝ ਵੀ ਇੰਪੋਸੀਬਲ ਨਹੀਂ, ਤੁਹਾਡੇ ਕਿੰਨੇ ਵੀ ਹਾਲਾਤ ਤੁਹਾਡੇ ਅਗੇਂਸਟ ਹੋਣ, ਤੁਸੀਂ ਉਹਨੂੰ ਗਿਵ ਅਪ ਨਾ ਕਰੋ ਕਦੇ ਵੀ ਆਪਦੇ ਆਪ ਨੂੰ। ਤੁਹਾਡੇ 'ਚ ਉਹ ਜਜ਼ਬਾ ਚਾਹੀਦਾ ਵਾਪਸ ਹੋਣ ਦਾ, ਸੈੱਟ ਹੋਣ ਦਾ। ਤੁਸੀਂ ਹੋ ਸਕਦੇ ਹੋ, ਇਹ ਦਲਦਲ 'ਚੋਂ ਨਿਕਲ ਸਕਦੇ ਹੋ, ਇਸ ਲਈ ਆਪਦਾ ਮਾਈਂਡ ਸੈੱਟ ਕਰੋ ਪਹਿਲਾਂ। ਹਾਂ, ਹੁਣ ਤੁਹਾਨੂੰ ਮੈਂ ਜਵਾਬ ਦਿੰਦਾ ਆਪਦੇ ਕੇਸ ਦਾ। ਇਹ 1999 ਦੀ ਕਹਾਣੀ ਹੈ। ਮੈਂ ਕਾਲਜ ਦਾ ਰਿੰਦਰਾ ਕਾਲਜ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਸਕੂਲਿੰਗ ਤੋਂ ਬਾਅਦ, ਅਤੇ ਬਹੁਤ ਬ੍ਰਿਲੀਅੰਟ ਸਟੂਡੈਂਟ ਸੀਗਾ। ਹੁੰਦਾ ਕੀ ਹੈ, ਮੈਂ ਕਾਲਜ ਦਾ ਪ੍ਰੈਜ਼ੀਡੈਂਟ ਸੀ ਉਸ ਟਾਈਮ 1999 ਦੇ ਵਿੱਚ, ਜਦੋਂ ਕਿ 10/7/1999 ਨੂੰ ਕਾਲਜ ਦੇ ਵਿੱਚ ਇੱਕ ਮਰਡਰ ਹੋ ਜਾਂਦਾ ਹੈ, ਅਤੇ ਜਿਹਦੇ ਵਿੱਚ ਕੀ ਇਹਨਾਂ ਨੇ ਮੈਨੂੰ ਫਿੱਟ ਕਰ ਦਿੱਤਾ ਜਾਂਦਾ ਹੈ। ਹੁਣ ਪੁਲੀਸੀਆ ਸਿਸਟਮ ਦਾ ਤੁਸੀਂ ਦੇਖੋ ਵੀ ਇੱਕ ਬੰਦਾ ਦੀ ਡੈਥ ਹੁੰਦੀ ਹੈ, ਇੱਕ ਉਹਦੇ ਸਿੰਗਲ ਬਲੰਟ ਹੁੰਦਾ ਹੈ, ਉਹਦੇ ਵਿੱਚ 10 ਬੰਦੇ ਇਹਨਾਂ ਨੇ ਬੜੀ ਤਰੀਕੇ ਨਾਲ ਫਿੱਟ ਕਰਨੇ ਹੁੰਦੇ ਹੈਗੇ। ਹੁਣ ਪੁਲਿਸ ਕੀ ਕਹਿੰਦੀ ਹੈਗੀ, ਇਨਵੈਸਟੀਗੇਸ਼ਨ ਦੇ ਨਾਂ 'ਤੇ ਪੁਲਿਸ ਕੋਲ ਕੁਝ ਨਹੀਂ, ਕੋਈ ਇਨਵੈਸਟੀਗੇਸ਼ਨ ਨਹੀਂ। ਹੁਣ ਪੁਲਿਸ ਕੀ ਕਹਿੰਦੀ ਹੈਗੀ ਵੀ ਮਦਈ ਕਹਿੰਦਾ ਜੀ। ਹੁਣ ਇੱਕ ਮਦਈ ਦੇ ਆਖੇ ਤੋਂ ਮੁੱਖ ਮੰਤਰੀ ਦੇ ਉੱਤੇ ਕਿਉਂ ਨਹੀਂ ਪਰਚਾ ਕਰ ਦਿੱਤਾ, SSP ਜਾਂ DC 'ਤੇ ਕਿਉਂ ਨਹੀਂ ਕਰ ਦਿੱਤਾ ਜਾਂਦਾ, ਕਿਸੇ ਹੋਰ ਅਪਰੋਚੇਬਲ ਬੰਦੇ 'ਤੇ ਕਿਉਂ ਨਹੀਂ ਕਰ ਦਿੱਤਾ? ਇਹ ਜਿਹੜਾ ਮਦਈ ਦੇ ਮੂੰਹ 'ਚੋਂ ਨਿਕਲਦਾ ਹੈ ਉਹ ਕਿਸੇ ਗਰੀਬ ਬਾਰੇ ਜਾਂ ਕਾਮਨ ਪਰਸਨ ਬਾਰੇ ਕਿਉਂ ਨਿਕਲਦਾ ਹੈ ਨਾ? ਅਤੇ ਇਸ ਤਰੀਕੇ ਨਾਲ ਇਹਨਾਂ ਨੇ ਕੀ ਕੀਤਾ, ਇੱਕ ਬੰਦੇ ਨੇ ਇੱਕ ਬਲੰਟ ਮਾਰਤਾ, ਉਹਦੇ ਵਿੱਚ ਸਾਨੂੰ ਇਸ ਤਰੀਕੇ ਨਾਲ ਇਹਨਾਂ ਮੈਨੂਪਲੇਟ ਕਰਕੇ ਫਿੱਟ ਕੀਤਾ। ਸਟੋਰੀ ਇਹ ਬਣਾਈ ਵੀ 2 ਬੰਦਿਆਂ ਨੇ ਉਹਦੀਆਂ ਬਾਹਾਂ ਫੜੀਆਂ, 2 ਬੰਦਿਆਂ ਨੇ ਮਾਰਨ ਵਾਲੇ ਦੀਆਂ ਲੱਤਾਂ ਫੜੀਆਂ, ਠੀਕ ਹੈ ਨਾ। ਇੱਕ ਨੇ ਲਲਕਾਰਾ ਮਾਰਿਆ ਵੀ ਰੋ ਦਾ ਜੱਬ ਨਿਬੇੜ ਦਿਓ। ਇੱਥੇ ਕੋਈ ਚੰਗੇ ਬਿਜ਼ਨਸਮੈਨ ਹੈ, ਉਹਨਾਂ ਦੀ ਬੇਟੀ ਦਾ ਰੋਲ ਦਿਖਾਇਆ ਗਿਆ ਵਿੱਚ, ਇੰਟੈਂਸ਼ਨ ਦਿਖਾਉਣ ਲਈ, ਹੈ ਨਾ, ਇੰਟੈਂਸ਼ਨ ਸਾਬਤ ਕਰਨ ਲਈ ਕਿਸੇ ਦੇ ਵਿੱਚ ਉਹ ਕੁੜੀ ਦਾ ਕੋਈ ਜਿਹੜਾ ਮਰਨ ਵਾਲਾ ਮੁੰਡਾ ਸੀ, ਉਹਨਾਂ ਕੋਈ ਅਫੇਅਰ ਹੋਣਾ ਪੁਰਾਣਾ, ਉਹਦੇ ਕੁਝ ਲੈਟਰ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਟੋਰੀ ਬਣਾਈ ਗਈ ਵੀ ਉਹਦੇ ਨਾਲ ਇਹਨਾਂ ਦੀ ਬਣਦੀ ਸੀ ਵੀ ਇਹ ਸਾਰੇ ਗੁੰਡੇ ਵਰਸਨ ਹੈ, ਇਹਨਾਂ ਨੇ ਤਾਂ ਕਰਕੇ ਮੁੰਡੇ ਨੂੰ ਮਾਰਤਾ। ਕਿੰਨੀ ਫੇਕ ਸਟੋਰੀ ਇਹ ਕ੍ਰੀਏਟ ਕਰਦੇ ਆ। ਜਦੋਂ ਕਿ ਸਾਡੇ ਕੇਸ ਦੇ ਵਿੱਚ SHO ਸਾਡਾ ਸੀ, ਜਿਹੜਾ ਇਨਵੈਸਟੀਗੇਸ਼ਨ ਆਫਿਸਰ ਸੀਗਾ ਪਲਟਾ, ਉਹ ਕੋਰਟ ਦੇ ਵਿੱਚੋਂ ਡਿਨਾਈ ਕਰ ਗਿਆ, ਉਹ ਗਵਾਹੀ ਤੱਕ ਨਹੀਂ ਦੇ ਕੇ ਗਿਆ। ਅਤੇ ਜਿਹਨੇ ਕਿ ਇੱਕ ਹੱਸਦੇ ਖੇਡਦੇ ਨੌਜਵਾਨ ਨੂੰ, ਜਿਹੜਾ ਕਿ ਬਹੁਤ ਬੁਲੰਦੀਆਂ ਛੂਹਣਾ ਚਾਹੁੰਦਾ ਸੀ, ਬਹੁਤ ਉੱਚਾ ਜਾਣਾ ਚਾਹੁੰਦਾ ਸੀ, ਉਹਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਤੇ। ਇੱਕ ਕਲਮ ਹੈ ਜੋ ਇਹੋ ਜਿਹੀ ਵਾਹੀ ਉਹਦੇ ਮੱਥੇ 'ਤੇ, ਜਿਹੜੀ ਕਿ ਕਾਲੀ ਕਲਮ, ਉਹਦਾ ਪਿੱਛਾ ਬੜੀ ਔਖਾ ਛੜਾਇਆ ਗਿਆ, ਜਿਸ ਕਰਕੇ ਇਹਨਾਂ ਨੇ ਸਟੋਰੀ ਝੂਠੀ ਬਣਾਈ ਗਈ। ਝੂਠੀ ਬਣਾਉਣ ਤੋਂ ਬਾਅਦ ਹੁਣ ਹੁੰਦਾ ਕੀ ਹੈ, ਪੁਲਿਸ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ ਵੀ ਜੋ ਇਹਦੀ ਜਾਂਚ ਕਰੇ। ਇਨਵੈਸਟੀਗੇਸ਼ਨ ਕਿਹਦੇ ਕੋਲੇ ਜਾਣੀ ਹੈ? ਪੁਲਿਸ ਕੋਲੇ, ਠੀਕ ਹੈ ਨਾ। ਪੁਲਿਸ ਨੇ ਹੀ ਦੁਬਾਰਾ ਇਨਵੈਸਟੀਗੇਟ ਕਰਨਾ ਹੈ, ਪੁਲਿਸ ਆਪਦੇ ਮੁਲਾਜ਼ਮਾਂ ਦਾ ਬਚਾਅ ਕਰਨ ਵਾਲੇ ਪਾਸੇ ਨੂੰ ਲੱਗ ਜਾਂਦੀ ਹੈ, ਠੀਕ ਹੈ ਨਾ। ਕਿਸੇ ਦੀ ਇੱਕ ਕੇਸ 2000 ਮੈਨੂੰ ਯਾਦ ਆ ਰਿਹਾ, ਇੱਥੇ ਜੱਜ ਸਾਹਿਬ ਪਾਵਾ ਜੱਜ ਹੁੰਦੇ ਸੀਗੇ, ਤਾਂ ਉਹਨਾਂ ਦੇ ਕੋਰਟ ਦੇ ਵਿੱਚ ਇੱਕ 20 ਸਾਲ ਪੁਰਾਣਾ ਕੇਸ ਸੀਗਾ, ਮਿਲੀਟੈਂਸੀ ਦਾ ਹੀ ਕੇਸ ਸੀਗਾ ਉਹ, ਜਦੋਂ 7-8 ਪੁਲਿਸ ਵਾਲੇ ਜਿਹੜੇ ਹੈਗੇ ਨੇ ਉਹ ਕਨਵਿਕਟ ਕੀਤੇ ਸੀਗੇ। ਤਾਂ ਜਿਹੜਾ ਪਰਿਵਾਰ ਸੀ, ਪਰਿਵਾਰ ਹਿੰਮਤੀ ਸੀਗਾ, ਤਾਂ ਉਹ ਲੜਕਾ ਸੀ ਇੱਥੇ ਬੀਬੀ ਵਾਲਾ ਚੌਂਕ ਦੇ ਵਿੱਚ, ਉਹਨਾਂ ਦੀ ਚੱਕੀ ਹੁੰਦੀ ਸੀ। ਤਾਂ ਜਦੋਂ ਤੁਸੀਂ ਖਾੜਕੂਵਾਦ ਦੀ ਗੱਲ ਕੀਤੀ, ਤਾਂ ਉਸ ਸਮੇਂ ਉਹ ਬੰਦਾ MES ਦੇ ਵਿੱਚ ਕੰਮ ਕਰਨ ਵਾਲਾ, ਉਸਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਥਾਣਾ ਸਦਰ ਦੀ, ਔਰ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਲੱਗਦਾ ਉਹ ਕਿੱਥੇ ਚਲਾ ਜਾਂਦਾ ਹੈ, ਉਹ ਇੰਟੈਰੋਗੇਸ਼ਨ ਦੇ ਵਿੱਚ ਮਾਰਿਆ ਜਾਂਦਾ ਹੈ। ਤਾਂ ਪੁਲਿਸ ਇਹੀ ਕਹਿੰਦੀ ਹੈ ਵੀ ਝੂਠਾ ਮੁਕਾਬਲੇ ਵਾਲੇ ਤਾਂ ਉਹਦੇ ਬੰਦੇ ਜਿਹੜੇ ਹੈ ਉਹਨੂੰ ਭਜਾ ਕੇ ਲੈ ਗਏ। ਤਾਂ 20 ਸਾਲਾਂ ਬਾਅਦ ਉਸ ਕੇਸ ਦੇ ਵਿੱਚ 7-8 ਪੁਲਿਸ ਵਾਲਿਆਂ ਨੂੰ ਜਿਹੜਾ ਹੈ ਸਜ਼ਾ ਹੁੰਦੀ ਹੈ। ਇੱਕ DSP ਗੁਰਦੀਪ ਸਿੰਘ, ਉਹਦਾ ਤਾਂ ਅੱਜ ਤੱਕ ਪਤਾ ਨਹੀਂ ਕਿੱਥੇ ਆ ਉਹ। ਹਾਂ, ਉਹ ਫੋਰਨ ਵਗੈਰਾ ਚਲੇ ਜਾਂਦੇ ਨੇ, 4 ਰੁਪਏ ਚੰਗੇ ਬਣਾਏ ਹੁੰਦੇ ਨੇ ਮਹਿਕਮੇ 'ਚ, ਉਹ ਫਿਰ ਬਾਹਰ ਦਾ ਰਸਤਾ ਪਕੜ ਲੈਂਦੇ ਨੇ। ਇਹੀ
ਤੁਹਾਡੇ ਵਾਲੀ ਗੱਲ ਮੈਂ ਕਰ ਰਹੀ ਹਾਂ ਕਿ ਪੁਲਿਸ ਆਪਣੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਦਾ ਹਮੇਸ਼ਾ ਬਚਾਅ ਕਰਦੀ ਹੈ, ਬਿਲਕੁਲ ਬਚਾਅ ਕਰਦੀ ਹੈ। ਤਾਂ ਜਦੋਂ ਸੁਪਰੀਮ ਕੋਰਟ ਉਹ ਪਰਿਵਾਰ ਚਲਾ ਗਿਆ, ਉਹ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ, ਉਸ ਤੋਂ ਬਾਅਦ ਜਿਹੜਾ ਜਾ ਕੇ ਹੈਗਾ ਪਰਿਵਾਰ ਨੂੰ ਇਨਸਾਫ ਮਿਲਿਆ ਲੋਅਰ ਕੋਰਟ ਤੋਂ। ਦੇਖੋ ਉਸ ਕੇਸ 'ਚ ਇਸ ਤਰ੍ਹਾਂ ਸੀਗਾ ਵੀ ਉਹ ਮੁੰਡੇ ਨੂੰ ਜਿਹੜਾ ਮਾਰ ਮੁਕਾਤਾ ਸੀਗਾ ਖੜਕੂਆ ਦੇ ਨਾਂ ਦੇ ਉੱਪਰ, ਤੇ ਪੁਲਿਸ ਤਾਂ ਆਪਦੇ ਗੱਲ ਪਾਉਂਦੀ ਨਹੀਂ ਹੁੰਦੀ ਸੀ, ਉਹ ਤਾਂ ਕਹਿੰਦੀ ਜੀ ਭੱਜ ਗਿਆ। ਕਿਉਂਕਿ ਹੁਣ ਉਹੀ ਗੱਲ ਆ ਗਈ ਨਾ ਵੀ ਇਹਨਾਂ ਦੇ ਉੱਤੇ ਨਕੇਲ ਕਸਣ ਵਾਲਾ, ਇਹਨਾਂ ਨੂੰ ਰਿਸਪੌਂਸਿਬਿਲਟੀ ਬਣਾਉਣ ਵਾਲਾ ਤਾਂ ਕੋਈ ਜਸਟਿਸ ਸਿਸਟਮ ਬਣਿਆ ਹੀ ਨਹੀਂ। ਇਹ ਹੈ ਨਾ, ਇਹਨਾਂ ਨੇ ਲਿਖ ਦੇਣਾ ਵੀ ਬੰਦਾ ਭੱਜ ਗਿਆ ਜੀ, ਅਸੀਂ ਰਾਤ ਨੂੰ ਕਹਿ ਕੇ ਵਾਸਤੇ ਬੰਦਾ ਸਾਡੇ ਤੇ ਵਾਰ ਕਰਨਾ ਚਾਹੁੰਦਾ ਸੀ, ਅਸੀਂ ਠੀਕ ਹੈ ਨਾ ਸਾਤੋਂ ਛੁਡਾ ਕੇ ਭੱਜ ਗਿਆ, ਕੁਛ ਹੀ ਲਿਖ ਦੇਣਾ, ਉਹ ਇਹਨਾਂ ਦੀ ਮੰਨੀ ਜਾਣੀ ਹੈ। ਹੁਣ ਉਹਨੂੰ ਕੋਰਟ ਦੇ ਵਿੱਚ ਆ ਜਾਣਾ, ਰਿਟਨ ਦੇ ਵਿੱਚ ਉਹ ਲਿਖਤਾ ਇਹਨਾਂ ਨੇ ਜਿਮਨੀ। ਹੁਣ ਜੱਜ ਸਾਹਿਬ ਬੜੇ ਲਿਖੇ ਸਿਆਣੇ ਜੱਜ ਸਾਹਿਬ ਬੈਠੇ ਹੁੰਦੇ, ਉਹ ਕਹਿਣਗੇ ਵੀ ਵਕੀਲਾਂ ਨੂੰ ਜਾਂ ਕਿਸੇ ਨੂੰ ਲੋਕਾਂ ਨੂੰ ਕਹਿਣਗੇ ਵੀ ਆਹ ਦੇਖੋ ਜੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲਿਖਿਆ ਆ ਗਿਆ। ਹੁਣ ਜੱਜ ਨੇ ਤਾਂ ਪੁਲਿਸ ਕੰਨੀ ਦੇਖਣਾ ਤੇ ਪੁਲਿਸ ਨੇ ਜੱਜ ਕੰਨੀ ਦੇਖਣਾ, ਇਹ ਨਾ। ਤੇ ਜਸਟਿਸ ਇਹ ਨਹੀਂ ਕਹਿੰਦਾ ਵੀ ਸਾਰੇ ਅਫਸਰ ਮਾੜੇ ਹੁੰਦੇ ਆ, ਅੱਜ ਕੱਲ੍ਹ ਮੁੰਡੇ ਪੁਲਿਸ 'ਚ ਚੰਗੇ ਆ ਗਏ, ਕੁਛ ਚੰਗੇ ਅਫਸਰ ਆ ਗਏ, ਜੱਜ ਸਾਹਿਬ ਵੀ ਬਹੁਤ ਚੰਗੇ ਆ ਗਏ, ਜੋ ਸੁਧਾਰ ਹੋਇਆ ਅੱਗੇ ਨੂੰ। ਲੇਕਿਨ ਜਿੰਨੀ ਲੋੜ ਹੈ ਦਲਦਲ 'ਚੋਂ ਕੱਢਣ ਦੀ ਮੁੰਡਿਆਂ ਨੂੰ, ਉਹਨਾਂ ਸੁਧਾਰ ਨਹੀਂ ਹੋਇਆ, ਉਹ ਸਪੀਡ ਨਾਲ ਸੁਧਾਰ ਨਹੀਂ ਹੋਇਆ, ਇਹ ਹੈ ਨਾ। ਉਸ ਕੇਸ ਦੇ ਵਿੱਚ ਤਾਂ ਹੁਣ ਦੇਖੋ ਜਿਹੜੇ ਵਿਕਟਿਮ ਸੀ ਉਹ ਸੁਪਰੀਮ ਕੋਰਟ ਤੱਕ ਗਏ। ਹੁਣ ਸੁਪਰੀਮ ਕੋਰਟ ਦੇ ਵਕੀਲ ਦੀਆਂ ਫੀਸਾਂ ਦੇਣੀਆਂ, ਤੁਹਾਨੂੰ ਪਤਾ ਉੱਥੇ 2 ਲੱਖ 5 ਲੱਖ ਇੱਕ ਪੇਸ਼ੀ ਦਾ ਚੱਲਦਾ ਹੈ। ਉਹਨਾਂ ਕੋਲ ਪੈਸੇ ਵਾਲੀ ਪਾਰਟੀ ਸੀ, ਉਹ ਗਈ ਤੇ ਜਸਟਿਸ ਲੈ ਲਿਆ। ਇਸ ਤਰ੍ਹਾਂ ਦੇ ਹਜ਼ਾਰਾਂ ਨੌਜਵਾਨ ਹੈ ਜਿਨ੍ਹਾਂ ਦਾ ਅੱਜ ਤੱਕ ਉਹ ਕਾਲੇ ਖਾਤਿਆਂ 'ਚ ਪਾ ਰੱਖਿਆ, ਉਹ ਪਤਾ ਹੀ ਨਹੀਂ, ਅੱਜ ਤੱਕ ਪੁਲਿਸ ਨੇ ਦਿਖਾਤਾ ਵੀ ਉਹ ਬਸ ਭੱਜ ਗਏ ਤੇ ਭੱਜ ਗਏ, ਅੱਜ ਤੱਕ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਹਾਂਜੀ ਵਕੀਲ ਸਾਹਿਬ, ਜਿੱਦਾਂ ਲਾਰੈਂਸ ਬਿਸ਼ਨੋਈ ਹੈ, ਤੁਸੀਂ ਵਕਾਲਤ ਕੀਤੀ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੀ। ਲਾਰੈਂਸ ਬਿਸ਼ਨੋਈ ਵੀ ਲਾਅ ਗ੍ਰੈਜੂਏਟ ਹੈ, ਉਹ ਵੀ ਮਤਲਬ ਵਕਾਲਤ ਉਹਨੇ ਕੀਤੀ ਹੋਈ ਹੈ। ਤਾਂ ਜਦੋਂ ਤੁਹਾਨੂੰ ਜੇਲ੍ਹ ਹੋ ਗਈ, ਤੁਹਾਡੇ ਤੇ ਇੰਪਲਾਂਟ, ਤੁਸੀਂ ਕਿਹਾ ਵੀ ਇਹ ਕੇਸ ਤੁਹਾਡੇ ਤੇ ਕੀਤਾ ਗਿਆ, ਐਗਜ਼ੈਕਟ ਉਸ ਬੰਦੇ ਦੇ ਕੇਸ ਦੇ ਵਿੱਚ ਤੁਸੀਂ ਜਾਂ ਤੁਹਾਡੇ ਨਾਲ ਦੇ ਜਿਹੜੇ ਬੰਦੇ ਸੀਗੇ ਉਹ ਸੀਗੇ ਜਾਂ ਫਿਰ ਤੁਹਾਨੂੰ ਜਸਟ ਫਰੇਮ ਅਪ ਹੀ ਕੀਤਾ ਗਿਆ? ਇਹ ਬੜੀ ਇੰਟਰਸਟਿੰਗ ਗੱਲ ਹੈ। ਇੱਕ ਬਲੰਟ ਨਾਲ ਬੰਦਾ ਮਰਦਾ, ਇੱਕ ਬਲੰਟ ਕਿਹਨੇ ਮਾਰਿਆ ਨੇ ਰਸ ਦੇ ਵਿੱਚ। ਹੁਣ ਮੈਂ ਤੁਹਾਨੂੰ ਉਹਦੀ ਐਕਚੁਅਲ ਕਹਾਣੀ ਦੱਸਦਾ। ਅਸੀਂ ਇਹਦੇ ਵਿੱਚ ਇੱਕ ਮੁੰਡਾ ਬਾਬਰ ਸੀਗਾ ਤੇ ਇੱਕ ਮੈਂ ਸੀਗਾ ਤੇ 3-4 ਮੁੰਡੇ ਅਸੀਂ ਬੈਠੇ ਕੰਟੀਨ ਤੇ ਚਾਹ ਪੀ ਰਹੇ ਹਾਂ ਤੇ ਬਾਹਰੋਂ ਕੁਝ ਹਜ਼ੂਮ ਆਉਂਦਾ ਹੈ ਤੇ ਹਜ਼ੂਮ ਆ ਕੇ ਸਾਡੇ ਨਾਲ ਕੁਝ 5-7 ਮੁੰਡੇ ਉਹਨਾਂ 'ਚੋਂ ਬੈਠ ਜਾਂਦੇ ਨੇਗੇ, ਜਿਹੜੇ ਕਿ ਨਿੰਦਰਪਾਲ ਵਗੈਰਾ ਹੈਗੇ, ਮੇਨ ਐਕਿਊਜ਼ ਜਿਹੜਾ ਬਣਾਇਆ ਗਿਆ ਸੀਗਾ। ਹੁਣ ਅਸੀਂ ਉਹਨਾਂ ਨੂੰ ਵੀ ਚਾਹ ਪਾਣੀ ਪੁੱਛਦੇ ਹਾਂ, ਆਪਾਂ ਸਰੋਕਾਰ ਦੇ ਨਾਤੇ ਸਾਰੇ ਚਾਹ ਪਾਣੀ ਪੀਣ ਲੱਗ ਜਾਂਦੇ ਆ। ਹੁਣ ਸਾਨੂੰ ਨਹੀਂ ਪਤਾ ਪਿੱਛੇ ਕੀ ਉਹ ਬੰਦੇ ਕਿਵੇਂ ਆਏ ਸੀ ਤੇ ਸਾਡੇ ਕੋਲ ਕਿਵੇਂ। ਹੁਣ ਅਸੀਂ ਤਾਂ ਥੋੜ੍ਹਾ ਪੋਲੀਟੀਕਲ ਬੰਦੇ ਵੀ ਸੀ, ਥੋੜ੍ਹੀ ਪ੍ਰਧਾਨਗੀ ਕਰਕੇ ਹਰੇਕ ਬੰਦੇ ਦੀ ਆਓ ਭਗਤ ਕਰਦੇ ਸੀ ਤੇ ਉਹਦੇ ਵਿੱਚ ਪਿੱਛੋਂ ਬੰਦੇ ਉੱਤੇ ਚੜ੍ਹੇ ਹੁੰਦੇ ਨੇਗੇ, ਆ ਕੇ ਉਹਨਾਂ ਦੇ ਗਲਮੇ ਜੱਤ ਪਾ ਕੇ ਉਹਨਾਂ ਦੀ ਮਾਰਕਟਾਈ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚ ਜਿਹੜਾ ਸਾਡਾ ਇੱਕ ਦੋਸਤ ਹੈ ਬਬਰ, ਜਿਹਦਾ ਕਿ ਬਾਅਦ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਭਾਗੂ ਰੋਡ ਦੇ ਉੱਤੇ, ਤੇ ਉਹਨੂੰ ਬੰਦੇ ਥੱਲੇ ਸੁੱਟ ਲੈਂਦੇ ਨੇਗੇ, ਸਿਰ ਵਿੱਚ ਕੁਛ ਉਹਦੇ ਸੱਟ ਮਾਰ ਦੇਣ ਕਿਸੇ ਚੀਜ਼ ਨਾਲ, ਤੇ ਉਹ ਮੈਨੂੰ ਮਹਿਣਾ ਮਾਰਦਾ, ਕਹਿੰਦਾ ਮੈਨੂੰ ਬਚਾਓ ਤੁਸੀਂ। ਤੇ ਚਲੋ ਦੋਸਤੀ ਦੇ ਨਾਤੇ ਮੈਂ ਜਾਂਦਾ, ਮੈਂ ਉਹਨੂੰ ਬਚਾ ਕੇ ਲਿਆਉਣਾ, ਜਿਹਦਾ ਕਿ ਬਲੱਡ ਮੇਰੇ ਵਾਈਟ ਸ਼ਰਟ ਪਾਈ ਸੀ ਤੇ ਬਲੂ ਜੀਨ ਪਾਈ ਸੀ, ਜੀਨ ਦੀ ਪੈਂਟ ਪਾਈ ਸੀ, ਜਿਹਦਾ ਬਲੱਡ ਮੇਰੇ ਉੱਪਰ ਲੱਗ ਗਿਆ ਹੈ ਨਾ। ਉਸ ਤੋਂ ਬਾਅਦ ਉਹਦਾ ਸਿਰ 'ਤੇ ਅਸੀਂ ਉਹਦੇ ਬੰਨ੍ਹ ਕੇ ਕੁਛ ਉਹਨੂੰ ਭੇਜਦੇ ਹਾਂ, ਪਾਣੀ ਵਗੈਰਾ ਨਾਲ ਸਾਫ਼ ਕਰਕੇ ਤੇ ਚਲਾ ਜਾਂਦਾ ਹੈ। ਮੇਰਾ ਇਹ ਪਾਰਟ ਸੀ ਜਦੋਂ ਕਿ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਇਹ ਚੀਜ਼ ਆਉਣੀ ਚਾਹੀਦੀ ਸੀ ਵੀ ਇਹਨੇ ਕਿਸੇ ਦੋਸਤ ਦੀ ਜਾਨ ਬਚਾਈ ਹੈ, ਇਹਨੂੰ ਕੋਈ ਅਵਾਰਡ ਦਿੱਤਾ ਜਾਵੇ ਜਾਂ ਇਹਨੂੰ ਕੋਈ ਚੰਗੇ ਕੰਮ ਲਈ ਨੋਮੀਨੇਟ ਕੀਤਾ ਜਾਵੇ। ਦੂਜੇ ਪਾਸੇ ਕੀ ਹੁੰਦਾ ਹੈ, ਕਤਲ ਕੇਸ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਹੁਣ ਜਿਹੜਾ ਮੇਨ ਐਕਿਊਜ਼ ਸੀਗਾ ਉਹ ਅਜੇ ਤੱਕ ਨਹੀਂ ਕਿਸੇ ਨੂੰ ਪਤਾ ਵੀ ਉਹ ਕੌਣ ਸੀ ਤੇ ਉਹ ਕਿੱਧਰ ਨੂੰ ਚਲਿਆ ਗਿਆ। ਮੇਬੀ ਜਿੱਥੋਂ ਤੱਕ ਮੇਰੇ ਦਿਮਾਗ 'ਚ ਗੱਲ ਆਉਂਦੀ ਹੈ, ਸ਼ਾਇਦ ਉਹ ਫਾਜ਼ਿਲਕਾ ਸਾਈਡ ਦਾ ਇੱਕ ਮੁੰਡਾ ਸੀਗਾ, ਉਹ ਨਵਾਂ ਹੀ ਕਾਲਜ ਦੇ ਵਿੱਚ ਐਂਟਰੀ ਕੀਤੀ ਸੀਗੀ 2-4 ਦਿਨ, ਸ਼ਾਇਦ ਉਹ ਵੀ ਹੋ ਸਕਦਾ ਵੀ ਉਹ ਮੁੰਡਾ ਉਹੀ ਹੋਵੇ ਜਿਹੜਾ ਕਿ ਮਤਲਬ ਬੜਾ ਸਾਇਲੈਂਟਲੀ ਕਰਕੇ ਤੁਰਿਆ ਗਿਆ। ਇੰਨੇ ਹੱਲੇ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਇਹਨੇ ਕਿਸੇ ਦੇ ਕੀ ਇੱਕ ਬਲੰਟ ਮਾਰਤਾ, ਕਿਉਂਕਿ ਇੰਜਰਡ ਕਾਫੀ ਮੁੰਡੇ ਹੋਰ ਵੀ ਹੋਏ ਸੀ ਹੈ ਨਾ। ਤੇ ਉਹ ਸਟੋਰੀ ਤਾਂ ਸਾਰੀ ਪਾਸੇ ਹੀ ਕਰ ਦਿੱਤੀ ਗਈ। ਜਦੋਂ ਇੱਕ ਮੁੰਡੇ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਇਹ ਸਾਰਿਆਂ ਨੂੰ ਪਲਾਂਟ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਬਿਲਕੁਲ ਬੇਕਸੂਰ ਹੈ ਨਾ, ਕਾਲਜ ਦੀ ਪ੍ਰਧਾਨਗੀ ਕਰਨ ਵਾਲੇ, ਅੱਗੇ ਵਧਣ ਵਾਲੇ। ਫਿਰ ਸਿਸਟਮ ਦਾ ਇਹ ਹੈ ਵੀ ਇੱਥੇ ਇੰਡੀਆ ਦੇ ਵਿੱਚ ਤਰੱਕੀ ਕਰਨਾ ਤੇ ਚੰਗਾ ਸੋਚਣਾ ਇੱਕ ਗੁਨਾਹ ਬਣ ਚੁੱਕਿਆ। ਉਸ ਟਾਈਮ ਵੀ ਸੀ ਤੇ ਉਹ ਹੁਣ ਵੀ ਚੱਲਿਆ ਆ ਰਿਹਾ। ਜੇ ਕੋਈ ਸੋਚਦਾ ਮੈਂ ਪ੍ਰਧਾਨ ਬਣ ਜਾ ਜਾਂ ਮੈਂ ਕੁਝ ਪੋਲੀਟੀਕਲ ਦੀ ਅਪਰੋਚ ਕਰਾਂ ਜਾਂ ਕੋਈ ਚੰਗੇ ਪਾਸੇ ਆਪਦੇ ਨੂੰ ਕਾਮਯਾਬੀ ਵਾਲੇ ਪਾਸੇ ਜਾਵਾਂ, ਉਹ ਫਿਰ ਇਹਨਾਂ ਨੂੰ ਰੜਕਣ ਲੱਗ ਜਾਂਦਾ ਇਹ ਨਾ। ਉਹਨੂੰ ਲੈਟ ਡਾਊਨ ਕਰਨ ਵਾਲੇ 100 ਬੰਦੇ ਕਨਸਪੀਰੇਸੀਜ਼ ਕਰਨ ਲੱਗ ਜਾਂਦੇ। ਬਿਲਕੁਲ ਉਹਦੇ ਵਿੱਚ ਉਹਦੇ ਖਿਲਾਫ ਜਿਹੜਾ ਹੈ ਸਿਸਟਮ ਚੱਲ ਪੈਂਦਾ ਹੈ ਨਾ। ਕੋਈ ਸਿਸਟਮ ਨੂੰ ਚੰਗਾ ਨਹੀਂ ਲੱਗਦਾ ਵੀ ਇਹ ਕੱਲ੍ਹ ਨੂੰ ਕੋਈ ਆਰਗੇਨਾਈਜ਼ ਹੋ ਗਏ ਤਾਂ ਕੋਈ ਸਾਡੇ ਹੀ ਇਹਨਾਂ ਨੇ ਸਾਨੂੰ ਹੀ ਵਾਹ ਪਊਗਾ ਸਾਡੇ ਨਾਲ ਹੀ। ਕੱਲ੍ਹ ਨੂੰ ਆਰਗੇਨਾਈਜ਼ ਹੋਣਗੇ, ਆਰਗੇਨਾਈਜ਼ ਹੋ ਕੇ ਕੋਈ ਹੈ ਨਾ ਕਿਸੇ ਪਾਸੇ ਚੱਲ ਨਾ ਪੈਣ
ਤੇ ਕਿੰਨੇ ਹੀ ਤੁਸੀਂ ਦੇਖਿਆ ਏਜੰਸੀਆਂ ਚੱਲੀਆਂ ਹੋਈਆਂ ਜਿਹੜੀਆਂ ਕਿ ਇਸ ਸਾਰੇ ਨੂੰ ਮੈਨੂਪੂਲੇਟ ਕਰਨ ਤੇ ਨਾ ਇਹਨਾਂ ਸਾਰਿਆਂ ਨੂੰ ਖਤਮ ਕਰਨ ਤੇ ਜਾਂ ਕਿਸੇ ਢੰਗ ਨਾਲ ਇਹਨਾਂ ਦੇ ਪਾਵਰ ਘਟਾਉਣ ਤੇ ਲੱਗੀਆਂ ਹੋਈਆਂ, ਜਿਹਦੇ ਵਿੱਚ ਕਿ ਉਸ ਟਾਈਮ ਜਦੋਂ ਮੇਰਾ ਰੋਲ ਸੀਗਾ, ਮੈਂ ਕਾਲਜ ਦਾ ਪ੍ਰਧਾਨ ਸੀ, ਇਹ ਮੈਥੋਂ ਗਲਤੀ ਹੋ ਗਈ ਵੀ ਮੈਂ ਕਾਲਜ ਦਾ ਪ੍ਰਧਾਨ ਬਣ ਗਿਆ ਤੇ ਅੱਗੇ ਕੋਈ ਚੰਗਾ ਸੋਚ ਲਿਆ, ਜਿਸ ਕਰਕੇ ਇਹਨਾਂ ਨੇ ਮੈਨੂੰ ਉਸ ਕੇਸ ਦੇ ਵਿੱਚ ਫਿੱਟ ਕਰਤਾ। ਤੇ ਬਾਅਦ ਦੇ ਵਿੱਚ ਡੀਕੇ ਧੀਰਜਾ ਸਾਹਿਬ ਨੇ ਉਹਦੇ ਵਿੱਚ ਤੁਸੀਂ ਦੇਖੋ 302 ਦੇ ਵਿੱਚ ਜੁਡੀਸ਼ੀਅਲ ਸਿਸਟਮ ਦਾ ਕੀ ਹਾਲ ਹੈ, ਔਨ ਰਿਕਾਰਡ ਹੈ ਇਹ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਗੱਲ ਕਰਕੇ ਜੇ ਕੋਈ ਕਹੇ ਤਾਂ ਉਹਨੂੰ ਮੈਂ ਫਾਈਲ ਦਿਖਾ ਸਕਦਾ, ਮੇਰੇ ਕੋਲ ਫਾਈਲਾਂ ਪਈਆਂ ਬਿਲਕੁਲ ਡਾਕੂਮੈਂਟਸ ਦੇ ਵਿੱਚ ਵਿਦ ਡਾਕੂਮੈਂਟਰੀ ਪ੍ਰੂਫ ਮੈਂ ਸਾਰੀ ਗੱਲ ਕਰ ਰਿਹਾ। ਡੀਕੇ ਧੀਰ ਸਾਡੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਹੁੰਦੇ ਸੀਗੇ ਤੇ ਉਦੋਂ ਮੈਂ ਬਿਮਾਰ ਵੀ ਬਹੁਤ ਸੀਗਾ, ਪੀਜੀ ਤੋਂ ਮੈਡੀਸਨ ਲੈ ਕੇ ਵਾਪਸ ਆਇਆ ਸੀ, ਆਉਂਦਿਆਂ ਨੂੰ ਉਹਨਾਂ ਨੇ ਸਾਨੂੰ ਕਨਵੈਕਸ਼ਨ ਕਰਤੀ 6 ਜਣਿਆਂ ਨੂੰ ਇੱਕ ਬਲੰਡ ਦੇ ਵਿੱਚ, ਤੇ ਇੱਕ ਬੰਦੇ ਦੀ ਸਾਡੇ ਮਰਡਰ ਹੋ ਚੁੱਕਿਆ ਸੀ ਬਾਬਰ ਦਾ, ਤੇ 3 ਬੰਦੇ ਇਹਦੇ ਵਿੱਚੋਂ ਬਰੀ ਕਰ ਦਿੱਤੇ ਗਏ। ਹੁਣ ਜਿਹੜੀ ਕਨਵੈਕਸ਼ਨ ਹੋਈ ਹੈ ਤੁਸੀਂ ਦੇਖੋ ਵੀ 302 ਦੇ ਵਿੱਚ 10 ਸਾਲ ਦੀ ਕਨਵੈਕਸ਼ਨ ਕਰਤੀ ਸਾਨੂੰ 5 ਜਣਿਆਂ ਨੂੰ, ਕਹਿੰਦੇ ਇਹਨਾਂ ਦਾ ਇੰਨਾ ਰੋਲ ਨਹੀਂ, ਇਹਨੂੰ 10 ਸਾਲ ਦੀ ਕਰ ਦਿਓ, ਇੱਕ ਮੇਨ ਅਕਿਊਜ਼ ਨੂੰ 20 ਸਾਲ ਦੀ ਕਰਤੀ। ਹੁਣ ਤੁਸੀਂ ਮੈਨੂੰ ਇਹ ਦਿਖਾ ਦਿਓ ਵੀ ਸਾਰੇ ਜੁਡੀਸ਼ੀਅਲ ਸਿਸਟਮ 'ਚ ਆਈਪੀਸੀ ਦੇ ਸੀਆਰਪੀਸੀ ਦੇ ਵਿੱਚ 302 ਦੇ ਵਿੱਚ 10 ਸਾਲ ਦੀ ਕੈਦ ਲਿਖੀ ਵੀ ਹੈ ਕਿ ਨਹੀਂ ਲਿਖੀ, ਕਿ ਇਹਦਾ ਫੈਸਲਾ ਤਾਂ ਚਲੋ ਫੈਕਟ ਤੇ ਸਾਰੇ ਉਹਦਾ ਇੱਕ ਸਾਈਡ ਤੇ ਰਹਿ ਗਏ। ਹੁਣ 10 ਸਾਲ ਦੀ ਕਨਵਿਕਸ਼ਨ ਕਰਨ ਵਾਲੇ ਤੁਸੀਂ ਜੱਜ ਬਾਰੇ ਦੇਖ ਲਓ ਤੇ ਉਹਨੇ ਕੀ ਕੇਸ ਪੜ੍ਹਿਆ ਹੋਊ ਤੇ ਉਹਨੇ ਕੀ ਉਹਦਾ ਫੈਸਲਾ ਕੀਤਾ ਹੋਊ, ਇਹ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਜਾਂਦੇ ਹਾਂ, ਇਹ ਕੇਸ ਨੂੰ ਮਾਊਂਟ ਕਰਾਉਣੇ ਆ, ਕਨਵਿਕਸ਼ਨ ਹੋ ਜਾਂਦੀ ਹੈ, ਮੈਂ ਬਿਮਾਰ ਸੀ, ਜੇਲ੍ਹ ਜਾਣਾ ਪੈਂਦਾ ਤੇ ਮੈਡੀਕਲ ਗਰਾਊਂਡ ਤੇ ਮੇਰੀ ਇੰਟਰਮ ਬੇਲ ਹੋ ਜਾਂਦੀ ਹੈ ਬੜੀ ਜਲਦੀ, ਮਹੀਨੇ 1.5 ਮਹੀਨੇ ਤੋਂ ਇੰਟਰਮ ਬੇਲ ਹੋ ਜਾਂਦੀ ਹੈ, 3 ਮਹੀਨੇ ਬਾਹਰ ਲੱਗ ਜਾਂਦਾ, ਫਿਰ ਅੰਦਰ ਚਲਾ ਜਾਂਦਾ ਮੈਂ। ਤੇ ਫਿਰ ਹਾਈ ਕੋਰਟ ਉਹਨੂੰ ਰਿਵਲਟ ਕਰਦਾ ਕੇਸ ਨੂੰ, ਇਹ ਨਹੀਂ ਪਤਾ ਜੱਜ ਸਾਹਿਬ ਨੂੰ ਕੀ ਉਹਦੇ ਵਿੱਚ ਫਾਈਨ ਕੀਤਾ ਜਾਂ ਕੀ ਕੀਤਾ, ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ, ਉਹ ਕੇਸ ਲੋਅਰ ਕੋਰਟ ਨੂੰ ਟ੍ਰਾਂਸਫਰ ਕਰਕੇ ਰਿਮਾਂਡ ਜਿਹਨੂੰ ਕਹਿੰਦੇ ਨੇ ਆਪਾਂ ਲੀਗਲ ਲੈਂਗੁਏਜ, ਉਹ ਕੇਸ ਨੂੰ ਰਿਮਾਂਡ ਅਪ ਕੀਤਾ ਜਾਂਦਾ ਹੈ ਤੇ ਸਾਨੂੰ 10 ਤੋਂ 20 ਸਾਲ ਦੀ ਸਜ਼ਾ ਕਰਾਈ ਜਾਂਦੀ ਹੈ। ਹੁਣ ਤੁਸੀਂ 10 ਸਾਲ ਕਰਨ ਵਾਲਾ ਜੱਜ ਵੀ ਦੇਖ ਲਓ, ਜਿਹੜਾ 10 ਸਾਲ ਦੀ ਸਜ਼ਾ ਕਰ ਗਿਆ, ਜਿਹਨੂੰ ਇਹੀ ਨਹੀਂ ਪਤਾ ਵੀ 302 'ਚ ਕਨਵਿਕਸ਼ਨ ਕਿੰਨੀ ਹੈ, ਸੀਨੀਅਰ ਜੱਜ ਹੈ ਕੋਈ, ਉਹ JMIC ਜਾਂ ਕੋਈ ਫਸਟ ਕਲਾਸ ਦਾ ਕੋਈ ਮੈਜਿਸਟ੍ਰੇਟ ਜੱਜ ਨਹੀਂ ਹੈ, ਉਹ ਐਡੀਸ਼ਨਲ ਸੈਸ਼ਨ ਜੱਜ ਹੈ, ਘੱਟੋ ਘੱਟ ਉਹਦੀ 35-40 ਸਾਲ ਦੀ ਉਹਦੀ ਸਰਵਿਸ ਹੋਣੀ ਹੈ। ਤੇ ਉਸ ਤੋਂ ਬਾਅਦ ਤੁਸੀਂ ਫੈਸਲਾ ਦੇਖੋ, ਹਾਈ ਕੋਰਟ ਰਿਵਲਟ ਕਰਕੇ 10 ਤੋਂ 20 ਕਰਾਉਂਦਾ ਹੈ, ਇਹਨਾਂ ਨੇ ਉਮਰ ਕੈਦ ਕਰਕੇ ਹਾਈ ਕੋਰਟ ਨੂੰ ਕੇਸ ਵਾਪਸ ਕਰਤਾ। ਤੁਸੀਂ ਇਹਨਾਂ ਦਾ ਜਸਟਿਸ ਵੀ ਦੇਖ ਲਓ ਵੀ ਉਦੋਂ ਮੁੜ ਕੇ ਕੀ ਸੁਣਵਾਈ ਹੋਈ ਹੈ ਵੀ 10 ਤੋਂ 20 ਕਰ ਦਿਓ, ਤੇ ਉਹਨਾਂ ਨੇ ਸਿੱਧਾ ਪੈਨ ਨਾਲ ਲਿਖ ਕੇ 10 ਤੋਂ 20 ਕਰਕੇ ਭੇਜਤਾ ਹਾਈ ਕੋਰਟ। ਫਿਰ ਹਾਈ ਕੋਰਟ ਦੇ ਜੱਜ ਸਾਹਿਬ ਤੋਂ ਅਸੀਂ ਕੇਸ ਨੂੰ ਅਸੀਂ ਬਾਉਂਡੇਬਲ ਕਰਾਇਆ 3 ਜਾਂ 6 ਮਹੀਨਿਆਂ ਦੇ ਵਿੱਚ, ਉਹਦੇ ਵਿੱਚ ਅਸੀਂ ਜਾ ਕੇ ਬਰੀ ਹੋਏ 5 ਜਣੇ ਜਿਨ੍ਹਾਂ ਨੂੰ 10-10 ਸਾਲ ਦੀ ਹੋਈ ਸੀ, ਤੇ ਮੇਨ ਅਕਿਊਜ਼ ਨੂੰ ਉਹਦੇ ਵਿੱਚ ਵੀ ਸਜ਼ਾ ਰੱਖ ਦਿੱਤੀ ਗਈ, ਉਹਦੇ ਨੂੰ ਕਾਫੀ ਸਜ਼ਾ ਉਹ ਵਿਚਾਰਾ ਕੱਟ ਚੁੱਕਿਆ ਸੀ 9.5 10 ਸਾਲ, ਫਿਰ ਜਾ ਕੇ ਉਹਨੂੰ ਕਿਤੇ ਬੇਲ ਤੇ ਛੱਡਿਆ ਗਿਆ, ਬਾਅਦ ਜਾ ਕੇ ਉਹਦਾ ਅੰਡਰਗੋ ਹੋਇਆ ਕੇਸ। ਜਿਵੇਂ ਤੁਸੀਂ ਜੇਲ੍ਹ ਦੇ ਵਿੱਚ ਕਿੰਨਾ ਸਮਾਂ ਤੁਸੀਂ ਲਗਾਇਆ? ਹਾਂਜੀ ਸੌਰੀ, ਜੇਲ੍ਹ ਦੇ ਵਿੱਚ ਮੈਡਮ ਇਸ ਤਰ੍ਹਾਂ ਹੈ, ਜਦੋਂ ਮੈਨੂੰ FIR ਦੇ ਵਿੱਚ ਮੇਰਾ ਨਾਮ ਮੈਂਸ਼ਨ ਹੋ ਗਿਆ, ਅਸੀਂ ਬਠਿੰਡੇ ਤੋਂ ਚਲੇ ਗਏ ਸੀ, ਕੁਛ ਦਿਨਾਂ ਬਾਅਦ ਘਰਦਿਆਂ ਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਹੈ ਨਾ, ਪੁਲਿਸ ਵਾਲੇ ਚੱਕ ਕੇ ਲੈ ਜਾਂਦੇ ਸੀ, ਬਿਠਾਈ ਰੱਖਦੇ ਥਾਣੇ 'ਚ, ਟੌਰਚਰ ਕਰਦੇ ਸੀ। ਉਸ ਤੋਂ ਬਾਅਦ ਸਾਨੂੰ ਘਰਦਿਆਂ ਦੇ ਮੂੰਹ ਨੂੰ ਲਾਓ ਜਾਂ ਸਮਾਜ ਦੇ ਮੂੰਹ ਨੂੰ ਲਾਓ, ਸਾਨੂੰ ਪੇਸ਼ ਹੋਣਾ ਪਿਆ। ਬਾਕੀ ਸਾਨੂੰ ਆਪਦਾ ਸੀ ਵੀ ਅਸੀਂ ਜਦੋਂ ਸਹੀ ਹੈ ਤੇ ਸਾਨੂੰ ਜਸਟਿਸ ਮਿਲੂਗਾ, ਸਾਨੂੰ ਉਮੀਦ ਸੀਗੀ ਵੀ ਸਾਨੂੰ ਇਸ ਗੱਲ 'ਤੇ ਇਨਸਾਫ ਮਿਲੂਗਾ। ਤੇ ਫਿਰ ਮੈਂ ਜਾ ਕੇ 14-15 ਦਿਨਾਂ ਬਾਅਦ ਕੋਰਟ ਦੇ ਵਿੱਚ ਸਰੈਂਡਰ ਕੀਤਾ, ਪੁਲਿਸ ਨੇ ਮੈਨੂੰ ਕਦੇ ਕੋਈ ਅਰੈਸਟ ਨਹੀਂ ਕੀਤਾ ਅੱਜ ਤੱਕ। ਤੇ ਉਸ ਤੋਂ ਬਾਅਦ ਜਾ ਕੇ ਕੇਸ ਟ੍ਰਾਇਲ ਚੱਲਿਆ ਤੇ ਹਾਈ ਕੋਰਟ ਦੇ ਉੱਤੋਂ ਬੇਲ ਸਾਨੂੰ ਮਿਲੀ ਪੂਰਾ 1 ਸਾਲ ਤੋਂ, 1 ਸਾਲ ਤੋਂ ਬੇਲ ਮਿਲੀ। ਇਸੇ ਤਰੀਕੇ ਨਾਲ ਜਦੋਂ ਸਾਨੂੰ ਲੋਅਰ ਕੋਰਟ ਨੇ ਸਜ਼ਾ ਕਰਤੀ, ਸੈਸ਼ਨ ਕੋਰਟ ਨੇ, ਤੇ ਹਾਈ ਕੋਰਟ ਤੋਂ ਦੁਬਾਰਾ ਬੇਲ ਵੀ ਲਗਭਗ 1 ਸਾਲ ਦੇ ਵਿੱਚ ਮਿਲੀ, ਤੇ ਮੇਰੀ ਨੀਅਰ ਅਬਾਊਟ 2 ਸਾਲ ਦੀ ਜਿਹੜੀ ਕਸਟਡੀ ਬਣਦੀ ਹੈ ਜੇਲ੍ਹ ਦੀ, ਬਿਨਾਂ ਕਿਸੇ ਵਜ੍ਹਾ ਦੀ, ਜਿਹਦਾ ਕਿ ਕੋਈ ਆਨਸਰੇਬਲ ਹੀ ਨਹੀਂ ਹੈਗਾ। ਮੇਰਾ ਇਕੱਲਾ ਨਹੀਂ, ਕਿਸੇ ਦਾ ਵੀ ਆਨਸਰੇਬਲ ਨਹੀਂ ਹੈਗਾ। ਕਈ ਵਾਰੀ ਕੀ ਹੁੰਦਾ, ਆਪਾਂ ਦੇਖਿਆ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ, ਉਮਰ ਕੈਦ ਹੋ ਜਾਂਦੀ ਹੈ 5 ਬੰਦਿਆਂ ਨੂੰ, 7 ਬੰਦਿਆਂ ਨੂੰ, ਬੇਕਸੂਰ ਸੀ, ਕੋਈ ਅਪਰੋਚੇਬਲ ਬੰਦਾ, ਕੋਈ ਬਹੁਤ ਹਾਈ ਅਪਰੋਚ ਹੋਮ ਸੈਕਟਰੀ ਤੱਕ ਜਾਂ ਕਿਸੇ ਲੋੜ ਪਹੁੰਚ ਜਾਂਦਾ ਸਰਕਾਰ ਤੱਕ, ਉਹਦੀ ਸਹੀ ਇਨਕੁਆਇਰੀ ਮਾਰਕ ਹੋ ਜਾਂਦੀ ਹੈ ਕਿਸਮਤ ਨਾਲ, ਉਹ ਬੰਦੇ ਬਰੀ ਕਰ ਦਿੱਤੇ ਜਾਂਦੇ ਆ, ਉਹਨੂੰ 7-7 8-8 ਸਾਲ ਦੀ ਕੈਦ ਕੱਟ ਲੈਂਦੇ। ਜਾਂ ਇੱਕ ਆਪਣਾ ਜੁਡੀਸ਼ੀਅਲ ਸਿਸਟਮ ਹੀ ਇਸ ਤਰੀਕੇ ਦਾ, ਇਹ 'ਚ ਬਦਲਾਅ ਦੀ ਲੋੜ ਹੈ। ਜੇ ਥੱਲੇ ਤੋਂ ਸਜ਼ਾ ਵੀ ਹੋ ਗਈ ਤਾਂ ਹਾਈ ਕੋਰਟ ਦੇ ਫੈਸਲੇ ਤੱਕ ਉਹਨੇ 9 ਸਾਲ 10 ਸਾਲ ਕੱਟ ਲਏ, ਜੇ ਹਾਈ ਕੋਰਟ ਬਰੀ ਵੀ ਕਰ ਦਿੰਦਾ ਹੈ ਤਾਂ ਉਹਦਾ ਆਨਸਰੇਬਲ ਕੌਣ ਹੈ? ਫੋਰਨ ਕੰਟਰੀ ਦੇ ਵਿੱਚ ਕੀ ਹੁੰਦਾ, ਬੰਦੇ ਨੂੰ ਬੁਲਾਇਆ ਜਾਂਦਾ ਹੈ, ਉਹਦੇ ਚਾਰਜ ਉਹਨੂੰ ਦੱਸੇ ਜਾਂਦੇ ਨੇਗੇ ਤੇ ਉਹਨੂੰ ਬੇਲ ਤੇ ਥਾਣੇ ਦੇ ਵਿੱਚੋਂ ਛੱਡਤਾ ਜਾਂਦਾ ਇਹ ਨਾ। ਤੇ ਉੱਥੇ ਹੁਣ ਮੋਦੀ ਸਰਕਾਰ ਨੇ ਕੁਛ ਇੱਕ ਵਧੀਆ ਕਦਮ ਚੱਕਿਆ, ਜੋ ਹੁਣ ਚੇਂਜਸ ਕੀਤੀ ਹੈ, ਉਹਦੇ ਵਿੱਚ ਕੁਛ ਕੀਤਾ, ਲੇਕਿਨ ਬਹੁਤ ਜ਼ਿਆਦਾ ਕਰਨ ਦੀ ਲੋੜ ਹੈ। 302 ਦੇ ਵੀ 2 ਵਿੱਚ ਵੀ ਕੀਤਾ, 376 ਚ ਵੀ ਕੀਤਾ ਨਾ, ਉਹ ਸੈਕਸ਼ਨ ਇਹਨਾਂ ਨੇ ਚੇਂਜ ਕਰਤੇ ਥੋੜੇ ਜਿਹੇ, ਉਹਨਾਂ ਦਾ ਮਤਲਬ ਨੇਮ ਚੇਂਜ ਕਰਤੇ, ਹਲੇ ਉਹ ਐਕਟ ਆਉਣੇ ਹੈਗੇ,
ਹਲੇ ਐਕਟ ਉਹ ਰਸਤੇ ਵਿੱਚ ਹੈ, ਉਹਦੀ ਪੂਰੀ ਜਾਣਕਾਰੀ ਹਲੇ ਕਿਸੇ ਨੂੰ ਨਹੀਂ ਹੈਗੀ ਅਤੇ ਹਲੇ ਉਹ ਇੰਪਲੀਮੈਂਟ ਵੀ ਨਹੀਂ ਹੋਏ ਹਲੇ ਉਹ। ਅਤੇ ਉਹਦੇ ਵਿੱਚ ਬਸ ਇੰਨਾ ਕੀ ਚੰਗਾ ਹੈਗਾ ਵੀ ਪੁਲਿਸ ਨੂੰ ਆਨਸਰੇਬਲ ਉਹਦੇ ਵਿੱਚ ਕੀਤਾ ਵੀ 3 ਮਹੀਨਿਆਂ ਦੇ ਵਿੱਚ ਇਹਦਾ ਜੋ ਹੈ ਤੁਸੀਂ ਇਨਕੁਆਇਰੀ ਕਰਕੇ, ਜੇ 3 ਮਹੀਨਿਆਂ 'ਚ ਇਨਕੁਆਇਰੀ ਨਾ ਕਰੋਗੇ ਤਾਂ ਉਹਨੂੰ ਖਤਮ ਸਮਝਿਆ ਜਾਊਗਾ ਕੇਸ ਨੂੰ, ਉਹਨੂੰ ਡਿਸਪੋਜ਼ ਆਫ ਸਮਝਿਆ ਜਾਊਗਾ। ਇੰਨਾ ਕੁਝ ਫੇਵਰ ਹੋਇਆ, ਜਿਵੇਂ ਕਿ ਅੱਗੇ FIR ਕੱਢ ਕੇ ਇੱਕ ਮੁੰਡੇ ਤੇ ਜਾਂ ਬੰਦੇ ਤੇ ਰੱਖ ਦਿੱਤੀ ਜਾਂਦੀ, ਉਹ 15-15 ਸਾਲਾਂ ਮਗਰੋਂ ਵੀ ਕੋਈ ਛੇੜਦਾ ਨਹੀਂ ਸੀਗਾ। ਉਹਨਾਂ ਕੋਲ ਚੀਜ਼ ਦਾ ਚਲੋ ਉਹ ਲੋਕਾਂ ਨੂੰ ਬੈਨੀਫਿਟ ਹੋ ਜਾਊਗਾ, ਅਦਰਵਾਈਜ਼ ਕੋਈ ਜ਼ਿਆਦਾ ਐਡਾ ਮਤਲਬ ਜਿੰਨੇ ਸੁਧਾਰ ਚਾਹੀਦੇ ਆ ਉਹਦੇ ਵਿੱਚ ਆਟੇ 'ਚ ਨੂਣ ਵਾਲੀ ਗੱਲ ਹੈ। ਹਾਂਜੀ, ਤੁਸੀਂ ਜਿਸ ਤਰ੍ਹਾਂ ਮਤਲਬ ਤੁਸੀਂ ਦੱਸਿਆ ਕਿ ਕੇਸ ਤੁਹਾਡੇ ਤੇ ਇੰਪਲਾਂਟ ਕੀਤਾ ਗਿਆ, ਜਿਹਦੇ ਵਿੱਚ ਤੁਹਾਡਾ ਕੋਈ ਰੋਲ ਹੀ ਨਹੀਂ ਸੀ ਔਰ ਤੁਸੀਂ ਨਹੀਂ ਇਕੱਲੇ, ਤੁਹਾਡੇ ਨਾਲ ਹੋਰ ਵੀ ਸਾਥੀ ਸੀਗੇ 4-5, ਹੈ ਨਾ। ਫਿਰ ਤੁਸੀਂ ਹਾਈ ਕੋਰਟ ਤੱਕ ਇਹ ਲੜਾਈ ਲੜਦੇ ਹੋ, ਲੋਅਰ ਕੋਰਟ ਦੇ ਵਿੱਚ ਤੁਹਾਨੂੰ ਸਜ਼ਾ ਹੋ ਜਾਂਦੀ ਹੈ ਅਤੇ ਫਿਰ ਹਾਈ ਕੋਰਟ ਜਾਂਦੇ ਹੋ। ਤੁਸੀਂ ਲਾਅ ਕਦੋਂ ਕਰਨ ਦਾ ਤੁਸੀਂ ਡਿਸਾਈਡ ਕਰਦੇ ਹੋ ਕਿ ਜਿਹੜਾ ਤੁਹਾਡਾ ਕੇਸ ਸੀਗਾ ਤੁਸੀਂ ਇਹਦੇ ਵਿੱਚ ਆਪਣਾ ਕੇਸ ਆਪ ਵੀ ਲੜਿਆ? ਹਾਂਜੀ, ਕੁਛ ਹੱਦ ਤੱਕ ਹੈ। ਹਾਈ ਕੋਰਟ ਮੇਰੇ ਵਕੀਲ ਸਾਹਿਬ APS ਦਿਓਲ ਸਾਹਿਬ ਸੀਗੇ, ਜੋ ਕਿ ਐਡਵੋਕੇਟ ਜਨਰਲ ਕੁਛ ਟਾਈਮ ਰਹੇ ਹੈ। ਫਿਰ ਕੁਛ ਪੋਲੀਟੀਕਲ ਕਾਰਨਾਂ ਕਰਕੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਅਤੇ ਇਹਦੇ ਵਿੱਚ ਇਹ ਹੈ ਵੀ APS ਦਿਓਲ ਸਾਹਿਬ ਨਾਲ ਜੋ ਮੈਂ ਕੇਸ ਆਪਦਾ ਡਿਸਕਸ ਕਰਦਾ ਸੀਗਾ, ਅਤੇ ਨੀਚੇ ਮੇਰੇ ਇਹ ਨਰਦੇਵ ਸਿੰਘ ਧਾਲੀਵਾਲ ਸਰਦਾਰ ਜੀ ਹੁੰਦੇ, ਜਿਹਨੇ ਡੈਥ ਹੋ ਚੁੱਕੀ ਹੈ, ਵਕੀਲ ਸਾਹਿਬ ਹੁੰਦੇ ਸੀ। ਇਹਨਾਂ ਨਾਲ ਕਿਉਂਕਿ ਉਦੋਂ ਮੈਂ ਗ੍ਰੈਜੂਏਟ ਤਾਂ ਸੀਗਾ ਅਤੇ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਸੀਗਾ, ਉਹਦਾ ਕਰਕੇ ਮੈਨੂੰ ਕਾਫੀ ਹੱਦ ਤੱਕ ਨੌਲੇਜ ਸੀਗੀ। ਕੁਛ ਮੈਨੂੰ ਇਹਨਾਂ ਨੇ ਉਤਸ਼ਾਹਿਤ ਕੀਤਾ ਵਕੀਲ ਸਾਹਿਬਾਨ ਨੇ ਵੀ ਤੇਰਾ ਮਾਈਂਡ ਬਹੁਤ ਸ਼ਾਰਪ ਹੈ, ਤਾਂ ਇਸ ਲਾਈਨ ਦੇ ਵਿੱਚ ਆ। ਚੰਗੇ ਚੰਗੇ ਹਾਈ ਜਿਹੜੇ ਜੈਂਟਰੀ ਦੇ ਐਡਵੋਕੇਟ ਸੀ ਉਹਨਾਂ ਨੇ ਮੈਨੂੰ ਕਾਫੀ ਕੰਪੈਲ ਕੀਤਾ ਇਸ ਪਾਸੇ ਆਉਣ ਨੂੰ, ਅਤੇ ਦਿਓਲ ਸਾਹਿਬ ਨੇ ਵੀ ਮੈਨੂੰ ਕਾਫੀ ਉਤਸ਼ਾਹਿਤ ਕੀਤਾ ਇਸ ਪਾਸੇ। ਦੂਸਰੀ ਗੱਲ, ਮੈਂ ਜੇਲ੍ਹ ਦੇ ਵਿੱਚ ਜਾ ਕੇ ਦੇਖਿਆ ਵੀ ਜਿਹਨੂੰ ਸੁੱਟਦਾ ਅੰਦਰ, ਹੁਣ ਇੱਕ ਕਲਮ ਵਾਹ ਕੇ 2 ਪੇਜ ਦੀ FIR ਆਉਂਦੀ ਹੈ ਅਤੇ ਬੰਦੇ ਦੇ 20 ਸਾਲ ਖਾ ਜਾਂਦੀ ਹੈ। ਉਹ 20 ਸਾਲ ਛੱਡੋ, ਸਾਰੀ ਉਮਰ ਖਾ ਜਾਂਦੀ ਹੈ। ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਦੋਂ ਫੈਸਲਾ ਜਾਂਦਾ 50-50 ਸਾਲ ਫੈਸਲੇ ਨਹੀਂ ਹੁੰਦੇ। ਜੇ ਬੰਦੇ ਤੇ ਇੱਕ 20 ਸਾਲ ਦੇ ਮੁੱਢ 'ਤੇ ਪਰਚਾ ਹੋ ਗਿਆ, ਉਹਦੀ ਵਿਆਹ ਸ਼ਾਦੀ, ਉਹਦਾ ਬਿਜ਼ਨਸ, ਉਹਦੀ ਨੌਕਰੀ, ਸਭ ਕੁਝ ਖਤਮ, ਅਤੇ ਸਮਾਜ ਦਾ ਨਜ਼ਰੀਆ ਚੇਂਜ ਹੋ ਜਾਂਦਾ। ਸਮਾਜ ਦਾ ਜੋ ਉਹਨੂੰ ਨਜ਼ਰਾਂ ਹੇਠ ਕਰਦੀਆਂ, ਠੀਕ ਹੈ ਨਾ, ਅਤੇ ਉਹਨੂੰ ਰੁਤਬਾ ਨਹੀਂ ਮਿਲਦਾ, ਉਹਦੀ ਮੈਰਿਜ ਵੀ ਅਪਸੈਟ ਹੋ ਜਾਂਦੀ ਹੈ, ਉਹਦੀ ਲਾਈਫ ਵੀ ਅਪਸੈਟ ਹੋ ਜਾਂਦੀ ਹੈ। ਉਸ ਗੱਲ ਦਾ ਕੋਈ ਆਨਸਰੇਬਲ ਨਹੀਂ ਹੈ ਪੁਲਿਸ ਸਿਸਟਮ ਦੇ ਵਿੱਚ। ਕੋਈ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਵੀ ਨਵੇਂ ਸਿਸਟਮ ਦੇ ਹਿਸਾਬ ਨਾਲ, ਜਿਵੇਂ ਕਿ ਫੋਰਨ ਕੰਟਰੀ ਦੇ ਵਿੱਚ ਹੈਗਾ, ਇਹਨਾਂ ਦੇ ਆਨਸਰੇਬਲ ਬਣਾਇਆ ਜਾਵੇ। ਜੇ ਇਹ ਕੋਈ ਗਲਤ ਪਰਚਾ ਕੱਟਦੇ ਹੈ ਜਾਂ ਕੋਈ ਕਿਸੇ ਤੇ ਗਲਤ ਕਿਸੇ ਨਾਲ ਧੱਕਾ ਕਰਦੇ ਹੈ, ਉਹਦਾ ਇਹਨਾਂ ਨੂੰ ਬਰਾਬਰ ਇਹਨਾਂ ਨੂੰ ਸਜ਼ਾ ਹੋਵੇ ਅਤੇ ਕਲੇਮ ਮਿਲ ਸਕੇ ਅਗਲੇ ਨੂੰ। ਤੁਸੀਂ ਵੀ ਉਦੋਂ ਯੰਗ ਏਜ ਦੇ ਵਿੱਚ ਸੀ, ਹੈ ਨਾ, 20-21 ਸਾਲ ਦੀ ਉਮਰ ਸੀ ਤੁਹਾਡੀ ਉਸ ਵੇਲੇ। ਜਿਵੇਂ ਅਸੀਂ ਕਹਾਣੀਆਂ ਸੁਣਦੇ ਹਾਂ, ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਲੇ ਗਏ, ਕਿਤੇ ਤੁਹਾਡਾ ਵੀ ਉਦੋਂ ਇਹ, ਕਿਉਂਕਿ ਜਮਾਂ ਹੀ ਤੁਹਾਡਾ ਕੋਈ, ਜਿਵੇਂ ਤੁਸੀਂ ਦੱਸਦੇ ਹੋ ਵੀ ਕੋਈ ਲੱਲਾ ਖੱਕਾ ਹੀ ਨਹੀਂ ਸੀਗਾ ਕੇਸ ਦੇ ਵਿੱਚ, ਤਾਂ ਉਦੋਂ ਉਹ ਇਹ ਦੱਸਦੇ ਆਪਣੀ ਸਟੋਰੀਜ਼ ਦੇ ਵਿੱਚ ਕਿ ਸਾਨੂੰ ਫਾਲਸਲੀ ਜਿਹੜਾ ਹੈਗਾ ਇੰਪਲੀਕੇਟ ਕੀਤਾ ਗਿਆ ਕੇਸਿਸ ਦੇ ਵਿੱਚ। ਤਾਂ ਉਦੋਂ ਐ ਵੀ ਹੁੰਦਾ ਸੀਗਾ ਕਿ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਬੰਦਾ ਚਲਾ ਜਾਂਦਾ ਔਰ ਫਰਸਟ੍ਰੇਸ਼ਨ ਦੇ ਨਾਲ ਭਰ ਜਾਂਦਾ ਜਿਹੜਾ ਬੰਦਾ ਬੇਕਸੂਰ ਹੋਵੇ, ਹੈ ਨਾ, ਤਾਂ ਤੁਸੀਂ ਉਦੋਂ ਐ ਸੋਚਦੇ ਸੀਗੇ ਕਿ ਮੈਂ ਹੁਣ ਇਸੇ ਰਾਹ 'ਤੇ ਤੁਰੂੰਗਾ ਜਾਂ ਮੈਂ ਕਰਕੇ ਦਿਖਾਊਂਗਾ, ਜਿੱਦਾਂ ਨਿਆਣਮੱਤ ਵੀ ਸੀ ਉਦੋਂ, ਤਾਂ ਉਦੋਂ ਤੁਸੀਂ ਇਸ ਰਾਹ ਦੇ ਵਿੱਚ ਵੀ ਜਾ ਸਕਦੇ ਸੀ, ਅਤੇ ਤੁਸੀਂ ਫਿਰ ਕਿਉਂ ਜਿਹੜਾ ਹੈਗਾ ਵਕਾਲਤ ਦਾ ਰਾਹ ਚੁਣਿਆ ਜਾਂ ਤੁਸੀਂ ਇਹ ਪਾਥ ਦੇ ਵਿੱਚ ਉਤਰੇ? ਹਾਂਜੀ, ਉਹਦੇ ਵਿੱਚ ਮੈਡਮ ਇਸ ਤਰ੍ਹਾਂ ਹੁੰਦਾ, ਜਦੋਂ ਬੰਦਾ ਜੇਲ੍ਹ ਚਲਿਆ ਜਾਂਦਾ, ਇੱਕ ਰਾਈਵਲ ਤਾਂ ਉਹ ਪਾਰਟੀ ਬਣ ਜਾਂਦੀ ਹੈ ਕੰਪਲੇਨੈਂਟ। ਕੰਪਲੇਨੈਂਟ ਦੇ ਰਿਲੇਟਿਵ ਜਿੰਨੇ ਉਹਦੇ ਨਾਲ ਸਪੋਰਟਰ ਹੁੰਦੇ, ਉਹਨਾਂ ਨਾਲ ਟਾਈ ਅਪ ਡਾਇਰੈਕਟ ਹੁੰਦਾ। ਬੰਦੇ ਨੂੰ ਉਹਨਾਂ 'ਤੇ ਗੁੱਸਾ ਵੀ ਹੁੰਦਾ। ਜਿਹੜੇ ਪੁਲਿਸ ਮੁਲਾਜ਼ਮਾਂ ਨੇ ਨਜਾਇਜ਼ ਪਾਇਆ ਹੁੰਦਾ, ਉਹਨਾਂ 'ਤੇ ਵੀ ਕੁਛ ਹੱਦ ਤੱਕ ਬੰਦੇ ਨੂੰ ਗੁੱਸਾ ਹੁੰਦਾ ਹੀ ਹੁੰਦਾ, ਇਹ ਹੈ ਨਾ। ਅਤੇ ਉਸ ਤੋਂ ਬਾਅਦ ਉਹ ਬੰਦਾ ਜੇਲ੍ਹ ਦੇ ਵਿੱਚ ਜਦੋਂ ਨਜਾਇਜ਼ ਬੰਦਾ ਦਿਨ ਕੱਢਦਾ, ਦਿਨ ਰਾਤ ਕਾਊਂਟ ਕਰਦਾ ਅਤੇ ਕੱਢਦਾ, ਉਹਦਾ ਜਿਹੜਾ ਦਿਮਾਗ ਅਤੇ ਦਿਲ ਹੈ ਬਹੁਤ ਹੀ ਫਰਸਟ੍ਰੇਟਡ ਹੋ ਜਾਂਦੇ। ਉਹ ਫਿਰ ਇਹ ਸੋਚਣ ਲੱਗ ਜਾਂਦਾ ਵੀ ਹੁਣ ਲਾਈਫ ਤਾਂ ਖਰਾਬ ਹੋ ਹੀ ਗਈ ਹੈ ਨਾ। ਜਿਹੜੀ ਆਪਣੀ ਲਾਈਫ ਹੈ ਇਹ ਤਾਂ ਹੁਣ ਬਿਲਕੁਲ ਹੀ ਇੱਕ ਤਰੀਕੇ ਦੀ ਖਤਮ ਹੈ। ਨਾ ਤਾਂ ਹੁਣ ਮੈਂ ਬਿਜ਼ਨਸ ਕਰਨ ਜੋਗਾ, ਨਾ ਮੈਂ ਕੁਝ ਕੰਮ ਫਿਰ ਮੈਨੂੰ ਨਜਾਇਜ਼ ਕਟਵਾਤੀ ਗਈ ਹੈ। ਕੁਛ ਅਣਖੀ ਹੁੰਦੇ ਨੇ ਬੰਦੇ, ਉਹ ਆਪਦੀ ਅਣਖ ਦੀ ਖਾਤਰ ਵੀ ਮੈਨੂੰ ਨਜਾਇਜ਼ ਕਟਾਤੀ ਹੈ, ਤਾਂ ਹੁਣ ਮੈਂ ਇਹਨਾਂ ਨੂੰ ਦੇਖੂੰਗਾ। ਕੁਛ ਉਹਨੂੰ ਦੇਖਦੇ ਕੰਪਲੇਨੈਂਟ ਨਾਲ ਕੋਈ ਚੱਕਰ ਪੈ ਜਾਂਦਾ, ਕਿਸੇ ਦੇ ਦੁਬਾਰਾ ਮਰਡਰ ਹੋ ਜਾਂਦੇ ਨੇ, ਦੁਬਾਰਾ ਲੜਾਈਆਂ ਹੋ ਜਾਂਦੀਆਂ, ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ, ਇਸ ਤਰ੍ਹਾਂ ਕਰਦੇ ਬੰਦਾ ਇਹ ਦਲਦਲ ਦੇ ਵਿੱਚ ਫਸ ਜਾਂਦਾ। ਫਿਰ ਉਹਨੂੰ ਆਪਦੀ ਸੇਫ ਸਾਈਡ ਲਈ ਵੀ ਕੋਈ ਸਹਾਰਾ ਚਾਹੀਦਾ ਹੁੰਦਾ, ਜਿਹਦਾ ਕਿ ਚਾਹੇ ਉਹ ਗੈਂਗਸਟਰ ਦੇ ਰੂਪ ਵਿੱਚ ਹੋਵੇ, ਚਾਹੇ ਉਹ ਕੋਈ ਆਰਗੇਨਾਈਜੇਸ਼ਨ, ਕੋਈ ਹੋਰ ਬੰਦਾ ਨਾਲ ਜੁੜਦਾ ਕਿਸੇ ਮਾੜੇ ਤੱਤਾਂ ਦੇ ਨਾਲ, ਉਹਦੇ ਖਾਤਰ ਫਿਰ ਉਹ ਕਈ ਵਾਰੀ ਕੋਈ ਸਮਗਲਿੰਗ ਵਗੈਰਾ 'ਚ ਪਾਇਆ ਜਾਂਦਾ। ਪੈਸੇ ਦੀ ਵੀ ਹੁੰਦੀ ਹੈ ਤੋੜ, ਜਦੋਂ ਬੰਦਾ ਕੰਮ ਨਾ ਰਹਿੰਦਾ ਤਾਂ ਉਹਦੇ ਕੋਲ ਪੈਸਾ ਵੀ ਹੈ ਨਹੀਂ ਗਾ। ਕੋਈ ਡਰੱਗ ਪੈਡਲਰ ਬਣ ਜਾਂਦੇ ਨੇ ਨਾ, ਕੋਈ ਲੁੱਟਾਂ ਖੋਹਾਂ ਦੇ ਵਿੱਚ ਪਾਏ ਜਾਂਦੇ ਨੇ, ਕੋਈ ਠੀਕ ਠਾਕ ਘਰਾਂ ਦੇ ਹੁੰਦੇ ਨੇ, ਉਹਨਾਂ ਕੋਲ ਤਾਂ ਇੰਨੀ ਵੀ ਸੋਰਸ ਨਹੀਂ ਹੁੰਦੇ ਵੀ ਉਹ ਵਕੀਲ ਕਰਾ ਲੈਣ ਵਿਚਾਰੇ, ਉਹ ਫਿਰ ਕਿਸੇ ਤਰੀਕੇ ਨਾਲ ਜੋ ਹੈ ਉਹਨਾਂ ਦਾ ਮਾਈਂਡ ਜਿਹੜਾ ਅਪਸੈਟ ਹੋ ਜਾਂਦਾ ਅਤੇ ਉਹ ਇਸ ਰਾਹ 'ਤੇ ਚੱਲ ਪੈਂਦੇ ਨੇ। ਹਾਂਜੀ,
ਤਾਂ ਤੁਸੀਂ ਜਿਹੜੀ ਆਪਣੀ ਪ੍ਰੈਕਟਿਸ ਹੈ ਐਜ਼ ਐਡਵੋਕੇਟ ਫਿਰ ਤੁਸੀਂ ਕਦੋਂ ਸ਼ੁਰੂ ਕੀਤੀ? ਮੈਂ ਮੈਡਮ 2007 ਦੇ ਵਿੱਚ ਜਦੋਂ ਮੈਨੂੰ ਕਨਵਿਕਸ਼ਨ ਹੋਈ ਹੈ ਉਦੋਂ ਮੈਂ ਜੇਲ੍ਹ ਗਿਆ। ਜੇਲ੍ਹ ਦੇ ਵਿੱਚ ਮੈਂ ਦੇਖਿਆ ਵੀ ਗਰੀਬ ਲੋਕ ਹੈ ਵਿਚਾਰੇ, ਦਬੇ ਕੁਚਲੇ ਹੈ, ਪੁੱਛਣ ਵਾਲਾ ਕੋਈ ਨਹੀਂ। ਆਪਦੀਆਂ ਫਾਈਲਾਂ ਲੋਕ ਦਿਖਾਉਂਦੇ ਸੀ ਪੜ੍ਹੇ ਲਿਖੇ ਹੋਣ ਦੇ ਨਾਤੇ। ਜੇਲ੍ਹ ਦੇ ਵਿੱਚ ਪੜ੍ਹੇ ਲਿਖੇ ਲੋਕ ਬੜੇ ਘੱਟ ਹੁੰਦੇ ਨੇਗੇ। ਉੱਥੇ ਆਮ ਤੌਰ 'ਤੇ ਵਿਚਾਰੇ ਠੀਕ ਠਾਕ ਲੋਕ ਜਾਂਦੇ ਨੇਗੇ ਅਤੇ ਖਾਸ ਤੌਰ 'ਤੇ ਵਿਚਾਰੇ ਅਨਪੜ੍ਹਤਾ ਜ਼ਿਆਦਾ ਹੈਗੀ ਹੈ। ਫਿਰ ਮੈਂ ਉੱਥੇ ਇਹ ਦੇਖਿਆ ਵੀ ਇੱਕ ਭਰਾ ਨੇ, ਜਿਵੇਂ ਸਾਡਾ ਕੇਸ ਸੀ, ਇੱਕ ਮੇਨ ਐਕਿਊਜ਼ ਸੀ ਅਤੇ 9 ਨਾਲ ਵੈਸੇ ਬਿਨਾਂ ਗੱਲ ਤੋਂ ਹੀ ਜਿਨ੍ਹਾਂ ਦਾ ਕੋਈ ਜਿਹੜੇ ਕਿ ਲਓ ਤੁਸੀਂ ਦੇਖੋ ਕਮਾਲ ਦੀ ਗੱਲ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਵੀ ਜਿਹੜੇ ਮੁੰਡਾ ਦੀ ਡੈਥ ਹੋਈ ਹੈ, ਜਿਹੜੇ ਦਾ ਮਰਡਰ ਹੋਇਆ ਹੈ, ਜਿਹਦੇ ਕੇਸ 'ਚ ਮੈਨੂੰ ਇਨਵੋਲਵ ਕੀਤਾ, ਮੈਂ ਅੱਜ ਤੱਕ ਉਹਨੂੰ ਦੇਖਿਆ ਨਹੀਂ। ਵਕੀਲ ਸਾਹਿਬ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਵੀ ਪਤਾ ਹੀ ਨਹੀਂ ਲੱਗਿਆ ਕਿ ਕਿਹੜਾ ਬੰਦਾ ਉਹਦੇ ਕਿਰਚ ਮਾਰ ਗਿਆ, ਹਨਾ। ਉਸ ਟਾਈਮ ਤਾਂ CCTV ਕੈਮਰਾਜ਼ ਵੀ ਨਹੀਂ ਹੁੰਦੇ ਸੀ, ਕੁਝ ਵੀ ਨਹੀਂ। ਤਾਂ ਪੁਲਿਸ ਨੇ ਫਿਰ ਕਿਵੇਂ ਉਹ ਚੀਜ਼ ਪ੍ਰੂਵ ਕੀਤੀ? ਤੁਹਾਨੂੰ ਕਨਵਿਕਸ਼ਨ ਕਰਵਾ ਕਿਵੇਂ ਦਿੱਤੀ, ਮਤਲਬ ਲੋਅਰ ਕੋਰਟ ਤੋਂ ਉਹਨਾਂ ਨੇ? ਕਨਵਿਕਸ਼ਨ ਮੈਡਮ ਮੈਂ ਤੁਹਾਨੂੰ ਦੱਸਿਆ ਹੀ ਹੈ, ਜਿਹੜੇ ਜੁਡੀਸ਼ੀਅਲ ਅਫਸਰ 10 ਸਾਲ ਦੀ ਸਜ਼ਾ ਕਰਕੇ 302 'ਚ ਨੇ ਕੀ ਫਾਈਲ ਦੇਖੀ ਹੋਣੀ ਹੈ। ਇਹ ਕੀ ਕਰਦੇ ਆ, ਪੁਲਿਸ ਦੀ ਥਿਊਰੀ ਨੂੰ ਹੀ ਪੜ੍ਹੀ ਜਾਂਦੇ ਨੇ। FIR ਕੱਟੀ ਗਈ, ਕੌਣ ਲਿਖਦਾ? ਇੱਕ ਮੁਨਸ਼ੀ ਬੈਠ ਕੇ ਲਿਖਦਾ ਹੈ, ਠੀਕ ਹੈ ਨਾ। ਉਹਦੀ ਇਨਵੈਸਟੀਗੇਸ਼ਨ ਕੌਣ ਕਰਦਾ? ਇੱਕ ASI ਜਾਂ SHO ਕਰਦਾ ਵੱਧ ਤੋਂ ਵੱਧ। ਉਹਨਾਂ ਨੇ ਜੋ ਫੈਕਟ ਵਿੱਚ ਪਾਤੇ ਉਹ ਲਿਖ ਦੇਣਗੇ। ਫਿਰ ਇਹ ਕੀ ਕਰਦੇ ਨੇ ਬਹੁਤਰੇ ਕੇਸਾਂ 'ਚ। ਹੁਣ ਇਸ ਲਈ ਤਾਂ ਮੈਨੂੰ ਇਹਨਾਂ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ, ਕ੍ਰਿਮੀਨਲ ਕੇਸਾਂ ਬਾਰੇ। ਅਤੇ ਜੋ ਕਿ ਕਿਉਂਕਿ ਜਦੋਂ ਬੰਦਾ ਖੁਦ ਇਹਨਾਂ ਗੰਨੇ ਵਾਂਗੂ ਪਿੜ ਜਾਂਦਾ ਤਾਂ ਬਹੁਤ ਫਿਰ ਉਹਦਾ ਰਸ ਭਰ ਜਾਂਦਾ, ਉਸ ਗੱਲ ਬਾਰੇ ਨੌਲੇਜ ਆਟੋਮੈਟਿਕਲੀ ਹੋ ਜਾਂਦੀ ਹੈ ਉਹਦੀ। ਹੁਣ ਮੈਨੂੰ ਇਹਨਾਂ ਗੱਲਾਂ ਬਾਰੇ ਇਸ ਲਈ ਜ਼ਿਆਦਾ ਨੌਲੇਜ ਹੈ। ਇਹ ਪੁਲਿਸ ਕੀ ਕਰਦੀ ਹੈ, ਜਿਵੇਂ ਕਿ ਆਮਣੇ ਸਾਹਮਣੇ ਦੀ ਕੋਈ ਲੜਾਈ ਦਿਖਾਤੀ, ਹੁਣ ਦਿਖਾਤਾ ਜੀ ਸੱਟਾਂ ਬਲੰਟ ਵੱਜ ਗਏ, ਉਹ ਸੱਟਾਂ ਡਾਂਗ ਦੀਆਂ ਹੋ ਸਕਦੀਆਂ, ਉਹ ਸੱਟਾਂ ਕਿਸੇ ਰੋੜੇ ਨਾਲ ਵੱਜੀਆਂ ਹੋ ਸਕਦੀਆਂ। ਇਹ ਫਿਰ ਉਹਨੂੰ ਮੈਨੂਪੂਲੇਟ ਕਰਦੇ ਆ ਜੀ, ਕਸੀਏ ਮਾਰੇ। ਪਿੰਡਾਂ ਦੇ ਵਿੱਚ ਆਮ ਕਸੀਏ ਹੁੰਦੇ ਨੇ, ਕਸੀਏ, ਗੜਾਸੇ, ਗੜਾਸੀਆਂ, ਇਹੋ ਜਿਹੇ ਬਲੰਟ ਮਤਲਬ ਉਸ ਗੱਲ 'ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨੂੰ ਕੇਸ ਨੂੰ ਵੱਡਾ ਬਣਾਇਆ ਜਾਵੇ। 23-24 ਵਾਲੇ ਕੇਸ ਨੂੰ 25 ਬਣਾਇਆ ਜਾਵੇ, 25 ਵਾਲੇ ਨੂੰ 26 ਅਤੇ 26 ਵਾਲੇ ਨੂੰ ਕਹਾਂ ਕਿ 307 ਤੱਕ ਲਿਆ ਜਾਵੇ। ਇਹ ਹੈ ਨਾ, ਤਾਂ ਇਸ ਤਰੀਕੇ ਦਾ ਹੁੰਦਾ ਹੈ। ਹੁਣ ਮੈਂ 1-2 ਕੇਸਾਂ 'ਚ ਦੇਖਿਆ ਵੀ ਜਿਹਦੇ ਕਿ 307 ਲੱਗੀ ਸੀ, ਜਦੋਂ ਕਿ 326 ਮੇਡ ਆਊਟ ਹੁੰਦੀ ਸੀ, ਅਤੇ ਫਿਰ ਉਹ ਜੱਜ ਸਾਹਿਬਾਨ ਵੀ ਕਹਿੰਦੇ ਨੇ ਜੀ ਗਾਹਾਂ ਜਾ ਕੇ ਬਰੀ ਹੋ ਜਾਊਗਾ ਇਹ ਫਾਈਨਲ ਦੇ ਉੱਤੇ, ਵੀ ਅੱਜ ਦੇ ਫਸਟ ਸਟੇਜ ਦੇ ਉੱਤੇ ਅਸੀਂ ਅਰਲੀ ਹੈਗਾ ਅਤੇ ਇਹਨੂੰ ਅਸੀਂ ਜਿਹੜਾ ਹੈ ਚਾਰਜ ਫਰੇਮ ਤਾਂ ਕਰਨਾ ਹੀ ਕਰਨਾ ਹੈ, ਅੱਗੇ ਜਾ ਕੇ ਦੇਖਿਆ ਜਾਊ। ਉਦੋਂ ਨੂੰ ਬੰਦੇ ਦੀ ਲਾਈਫ ਕਿਤੇ ਜਾਂਦੀ ਹੈ। ਇਹ ਗੱਲ ਹੈ ਜੀ। ਤੁਸੀਂ ਜਿਵੇਂ ਕੇਸ ਦੇ ਵਿੱਚ ਹੁੰਦਾ ਹੈ ਨਾ, ਵੈਪਨ ਰਿਕਵਰ ਹੁੰਦਾ ਹੈ, ਜਾਂ ਜਿਵੇਂ ਅੱਜ ਕੱਲ੍ਹ ਦਾ ਸਿਸਟਮ ਹੈ ਕਿ ਮੋਬਾਈਲ ਫੋਨਸ ਦੀ ਜਿਹੜੀ ਲੋਕੇਸ਼ਨ ਹੈ ਉਹ ਕ੍ਰਾਈਮ ਸੀਨ ਤੋਂ ਮੈਚ ਕਰਦੀ ਹੈ ਵੀ ਆਹ ਬੰਦੇ ਦੀ ਜੀ ਕ੍ਰਾਈਮ ਸੀਨ 'ਤੇ ਲੋਕੇਸ਼ਨ ਸਾਨੂੰ ਮਿਲੀ ਜਾਂ CCTV ਫੁਟੇਜ ਮਿਲੀ, ਤਾਂ ਤੁਹਾਡੇ ਕੋਲੋਂ ਫਿਰ ਵੈਪਨ ਵਗੈਰਾ ਫਿਰ ਰਿਕਵਰ ਕਰਨ ਦਾ, ਕਿਉਂਕਿ ਕੋਰਟ ਵੀ ਪੂਰਾ ਪ੍ਰੂਫ ਦੇ ਨਾਲ ਹੀ ਹੈ ਨਾ, ਜਿਹੜਾ ਟਰਾਇਲ ਹੁੰਦਾ ਉਹਦੇ ਵਿੱਚ, ਟਰਾਇਲ ਦੇ ਵਿੱਚ ਇਹੀ ਤਾਂ ਸਾਰਾ ਕੁਝ ਹੁੰਦਾ ਨਾ। ਇਸੇ ਕਰਕੇ ਤਾਂ ਜੁਡੀਸ਼ਰੀ ਦੇ ਵਿੱਚ ਸਮਾਂ ਲੱਗਦਾ ਹੈ ਕਿਸੇ ਵੀ ਕੇਸ ਨੂੰ ਡਿਸਾਈਡ ਕਰਨ ਵਾਸਤੇ। ਤਾਂ ਫਿਰ ਉਹ ਚੀਜ਼ ਫਿਰ ਪੁਲਿਸ ਨੇ ਕਿੱਦਾਂ ਰਿਕਵਰ ਕੀਤੀ? ਇਸੇ ਲਈ ਤਾਂ ਪੁਲਿਸ ਦੀ ਮਾਸਟਰੀ ਨੂੰ ਮੰਨਿਆ ਗਿਆ, ਪੰਜਾਬ ਪੁਲਿਸ ਨੂੰ ਤੇ ਆਪਣੇ ਇੰਡੀਆ ਦੀ ਨੂੰ। ਹੁਣ ਤੁਸੀਂ ਇਹ ਦੇਖੋ ਸਾਡੇ ਤੇ ਜੋ ਪਾਇਆ ਸੀ, ਮੇਰੇ ਤੇ ਇਹ ਚੀਜ਼ ਇਹਨਾਂ ਨੇ ਪਲਾਨ ਕੀਤੀ ਸੀ ਵੀ ਇਹਦੇ ਕੋਲੇ ਹਾਕੀ ਸੀ। ਇਹ ਮੁੰਡੇ ਨੂੰ ਮਾਰਨ ਵਾਲਾ ਜਿਹੜਾ ਮੇਨ ਸੀ, ਕਿਰਚ ਮਾਰਦਾ ਸੀ, ਲਲਕਰਾ ਕੋਈ ਮਾਰਦਾ ਸੀ, ਮੈਂ ਉਹਨੂੰ ਹਾਕੀ ਲੈ ਕੇ ਘੇਰਾ ਪਾਇਆ ਹੋਇਆ, ਮੇਰਾ ਕਾਲਜ ਦੇ ਵਿੱਚ ਦਿਖਾਇਆ ਗਿਆ ਸੀ। ਉਦੋਂ ਬਾਅਦ ਇਹ ਹਾਕੀ ਦਿਖਾਈ ਗਈ ਵੀ ਇਹਨਾਂ ਨੇ ਜਦੋਂ ਸਾਨੂੰ ਰਿਮਾਂਡ 'ਤੇ ਲਿਆਂਦਾ ਜੇਲ੍ਹ ਦੇ ਵਿੱਚੋਂ, ਉਦੋਂ ਇੱਥੇ ਦਿਨੇਸ਼ ਸ਼ਰਮਾ ਹੁੰਦੇ ਸੀ SHO ਕਤਵਾਲੀ ਦੇ, ਉਹਨਾਂ ਨੇ ਕੀ ਫਿਰ ਉਹ ਰਿਕਵਰੀ ਪਾਈ ਹਾਕੀਆਂ ਦੀ। ਰਿਕਵਰੀ ਕਿਵੇਂ ਪਾਈ ਵੀ ਇਹਨਾਂ ਨੇ ਜੀ ਫਲਾਣੇ ਟਾਈਮ ਝਾੜੀਆਂ ਦੇ ਵਿੱਚ ਲੁਕੋ ਕੇ ਰੱਖੀਆਂ ਹੋਈਆਂ ਸੀ ਹਾਕੀਆਂ, ਅਤੇ ਜਦੋਂ ਕਿ ਇਹਨਾਂ ਨੇ ਆਪਦੀ ਇਨਵੈਸਟੀਗੇਸ਼ਨ ਦੇ ਵਿੱਚ ਮੰਨੇ ਰਿਮਾਂਡ ਦੇ ਉੱਪਰ, ਅਤੇ ਇਹਨਾਂ ਨੇ ਮੂਹਰੇ ਜਾ ਕੇ ਉਹ ਬਰਾਮਦ ਕਰਾਈਆਂ ਅਤੇ ਸਾਨੂੰ ਚੁਕਾਈਆਂ। ਜਦੋਂ ਕਿ ਇਹੋ ਜਿਹਾ ਕੁਝ ਨਹੀਂ ਹੁੰਦਾ, ਕੋਈ ਉੱਥੇ ਗਿਆ ਨਹੀਂ ਹੁੰਦਾ, ਠੀਕ ਹੈ ਨਾ, ਕੋਈ ਉੱਥੇ ਝਾੜੀਆਂ 'ਚ ਨਹੀਂ ਪਿਆ ਹੁੰਦਾ ਇੰਨੇ ਦਿਨ ਕੁਛ, ਠੀਕ ਹੈ ਨਾ। ਇਹ ਹਾਕੀਆਂ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ, ਜਾਂ ਹੋ ਸਕਦਾ ਕੋਈ ਕੰਪਲੇਨਟ ਦੇ ਦਿੰਦਾ ਹੋਵੇ ਜਾਂ ਕੀ ਕੁਝ ਕਰਦੇ, ਤਾਂ ਪੁਲਿਸ ਦਾ ਆਪਾਂ ਨੂੰ ਪਤਾ ਹੀ ਹੈ। ਫਿਰ ਉਹ ਅੱਛਾ ਹਾਕੀ ਦਾ ਕੋਈ ਬਲੰਟ ਨਹੀਂ, ਕੋਈ ਸਾਬਤ ਕਰਨ ਦੀ ਲੋੜ ਹੀ ਨਹੀਂ, ਘੇਰੇ ਹੀ ਦਿਖਾਉਣਾ ਨਾ। ਇਹ ਬੜੀ ਸ਼ਰਾਰਤ ਨਾਲ ਅਤੇ ਬੜੀ ਸੈਟਿੰਗ ਹੀ ਇਸ ਤਰੀਕੇ ਦੀ ਬਿਠਾਉਂਦੇ ਕਿ ਰੋਜ਼ ਦਾ ਕੰਮ ਹੁੰਦਾ, 40-40 ਸਾਲ ਦੀਆਂ 50-50 ਸਾਲ ਦੀਆਂ ਜੋਬਸ ਹੋ ਜਾਂਦੀਆਂ। ਹੁਣ ਉਹ ਇਹਨਾਂ ਨੂੰ ਉਸ ਚੀਜ਼ ਦਾ ਤਜਰਬਾ ਹੋ ਜਾਂਦਾ। ਹਾਂ, ਉਸ ਕੇਸਾਂ ਦੇ ਵਿੱਚ ਕਲੀਅਰ ਕੱਟ ਫਾਇਦਾ ਮਿਲ ਜਾਂਦਾ ਹੈ। ਲੇਕਿਨ ਜਿਵੇਂ ਹੁਣ ਮੈਨੂੰ ਹਾਈ ਕੋਰਟ 'ਤੇ ਆ ਕੇ ਬਰੀ ਹੋਇਆ, ਉਦੋਂ ਨੂੰ ਮੇਰੀ ਲਾਈਫ ਦੇ 12-13 ਸਾਲ ਬਿਲਕੁਲ ਸਪੋਇਲਡ ਹੋ ਗਏ ਸੀ। ਇਸ ਤਰੀਕੇ ਨਾਲ ਇਹ ਜਿਹੜੇ ਹੈ ਵਿੱਚ ਉਹ ਫਿੱਟ ਕਰਦੇ ਹੈਗੇ, ਜਿਵੇਂ ਕਿ 23-24 ਦਾ ਮੈਂ ਤੁਹਾਨੂੰ ਦੱਸਿਆ 25 ਬਣਾਤੀ, 25 ਦੀ 26 ਬਣਾਤੀ, ਅਤੇ ਜਿਵੇਂ ਕਿ ਡਾਂਗ ਦਾ ਇਹਨਾਂ ਨੇ ਕੋਈ ਗੜਾਸਾ ਬਣਾਤਾ ਇਸ ਤਰੀਕੇ ਤੇ ਬਲੰਟ, ਕਿਉਂਕਿ ਜੋ ਡਾਂਗ ਵੱਜੂਗੀ ਖੂਨ ਵੀ ਨਿਕਲੂਗਾ, ਥੋੜਾ ਬਲੰਟ ਵੀ ਹੋਊਗਾ, ਉਹ ਚਾਹੇ ਗੜਾਸੇ ਨਾਲ ਦਿਖਾ ਦੇਣ, ਚਾਹੇ ਇਹ ਇਸ ਤਰੀਕੇ ਦਾ। ਜਾਂ ਕਈ ਵਾਰੀ ਜਿਵੇਂ ਚੀਚੀ ਉਂਗਲ ਰੱਖੀ ਹੋਈ ਹੈ ਖੱਬੀ, ਉਹ ਮਸ਼ਹੂਰ ਹੈ ਵੀ ਚੀਚੀ ਉਂਗਲ ਜਿਹੜੀ ਵੱਢ ਕੇ 26 ਬਣਾਉਣ ਲਈ ਹੁੰਦੀ ਹੈ। ਇਹ ਇੱਕ ਆਮ ਕੋਰਟਾਂ ਦੇ ਵਿੱਚ ਚੱਲਦਾ ਵੀ ਖੱਬੇ ਹੱਥ ਦੀ ਚੀਚੀ ਉਂਗਲ ਇਹ 26 ਬਣਾਉਣ ਲਈ ਰੱਖੀ ਹੁੰਦੀ ਹੈ ਜੱਟਾਂ ਨੇ। ਇਸ ਤਰੀਕੇ ਨਾਲ ਫਿਰ ਇਹ ਪਰਚੇ ਬਣਦੇ ਨੇ। ਤੇ ਕੋਈ ਫਿਰ ਆਈ ਵਿਟਨੈਸ ਵੀ ਕੋਈ ਅਪੀਅਰ ਹੋਇਆ ਤੁਹਾਡੇ ਕੇਸ ਦੇ ਵਿੱਚ ਵੀ ਹਾਂ ਅਸੀਂ ਦੇਖਿਆ ਇਹਨਾਂ ਨੂੰ ਮਾਰਦੇ ਹੋਏ, ਇਹੋ ਜਿਹਾ ਕੁਝ ਵੀ ਹੋਇਆ ਫਿਰ? ਨਹੀਂ, ਸਾਡਾ ਜਿਹੜਾ ਕੰਪਲੇਨੈਂਟ ਸੀ ਉਹਦੀ ਡੈਥ ਹੋ ਚੁੱਕੀ ਸੀ,
ਜਿਹੜੇ ਉਹਨਾਂ 6-7 ਮੁੰਡੇ ਫੜ ਕੇ ਪਾਏ ਸੀ ਕੇਸ ਦੇ ਵਿੱਚ, ਉਹ ਕਲੀਅਰ ਹੀ ਮੁੱਕਰ ਚੁੱਕੇ ਸੀ। ਉਹ ਕਹਿੰਦੇ ਅਸੀਂ ਕੁਝ ਨਹੀਂ ਦੇਖਿਆ, ਸਾਡੇ ਤੇ ਕੋਈ ਮਤਲਬ ਗਵਾਹ ਨਹੀਂ ਆਇਆ। ਫਿਰ ਤੁਸੀਂ ਇਹਨਾਂ ਦੀ ਮਹਾਰਤ ਦੇਖੋ, ਕਲਾਕਾਰੀ। ਇਹਨਾਂ ਨੇ ਇਹ ਮਾਨਸਾ ਤਬਦੀਲ ਕਰਾ ਕੇ ਲੈ ਗਏ ਇਨਕੁਆਰੀ ਵੀ ਅਪਰੋਚੇਬਲ ਬੰਦੇ ਹੈ ਜੀ, ਬਠਿੰਡੇ ਇਹਨਾਂ ਦੀ ਅਪਰੋਚ ਹੈ, ਇਹ ਚੰਗੇ ਘਰ ਦੇ ਮੁੰਡੇ ਹੈ ਹਨਾ, ਤੇ ਚੰਗੇ ਖਾਨਦਾਨ ਚੋਂ ਹੈ, ਵੀ ਅਪਰੋਚ ਬਹੁਤ ਹੈ ਇਹਨਾਂ ਦੀ, ਤੇ ਪੋਲੀਟੀਕਲ ਵੀ ਹੈਗੀ ਹੈ। ਇਹ ਬਦਲਾ ਕੇ ਮਾਨਸਾ ਲੈ ਗਏ, ਤੇ ਮਾਨਸਾ ਵਾਲੇ ਐਸਐਸਪੀ ਤੋਂ ਕੀ ਕਰਾਉਂਦੇ ਆ, ਇੱਕ ਬੰਦੇ ਨੂੰ ਵਿੱਚ ਪਾਉਂਦੇ ਆ। ਉਹ ਕੌਣ ਹੈ? ਉਹ ਉਹਨਾਂ ਦਾ ਸ਼ਾਇਦ ਮੇਬੀ ਜੀਜਾ ਹੈ, ਜਿਹੜਾ ਮੁੰਡਾ ਮਰਨ ਵਾਲਾ ਉਹਦਾ ਜੀਜਾ ਬੰਦੇ ਸਕਾ ਹੈ, ਪਤਾ ਨਹੀਂ ਘਰਾਂ ਚੋਂ ਹੈ, ਇਹਦੇ ਬਾਰੇ ਨਹੀਂ ਮੈਂ ਜਾਣਦਾ। ਉਹਨੂੰ ਵਿੱਚ ਦਿਖਾਇਆ ਜਾਂਦਾ ਹੈ ਵੀ ਮੌਕੇ ਤੇ ਮੈਂ ਹਾਜ਼ਰ ਸੀ, 6 ਮਹੀਨਿਆਂ ਮਗਰੋਂ ਮੇਰੇ ਜ਼ਮੀਰ ਨੇ ਇਜਾਜ਼ਤ ਦਿੱਤੀ ਵੀ ਤੈਨੂੰ ਸੱਚਾਈ ਜਾ ਕੇ ਬਿਆਨ ਕਰਨੀ ਚਾਹੀਦੀ ਹੈ ਹਨਾ, ਜਾਂ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ, ਜਾਂ ਮੇਰੇ ਜ਼ਮੀਰ ਨੇ ਕਿਹਾ ਵੀ 6 ਮਹੀਨੇ ਮਗਰੋਂ ਮੈਂ ਆ ਗਿਆ, ਤੁਹਾਡੇ ਕੋਲ ਬਿਆਨ ਲਿਖਾ ਤਾ, ਪੜ੍ਹ ਲਿਆ, ਸੁਣ ਲਿਆ, ਦਰੁਸਤ ਹੈ, ਉਹ ਚੱਕ ਕੇ ਫਾਈਲ ਦੇ ਵਿੱਚ ਲਗਾ ਦਿੰਦੇ। ਉਹ ਕੋਈ ਉਹਨੂੰ ਪੁੱਛਣ ਵਾਲਾ ਨਹੀਂ। ਉਹ ਕੋਰਟ ਕੀ ਕਰਦੀ ਆ, ਕੋਰਟ ਕਰੀ ਜਾਂਦੀ ਐਵੀਡੈਂਸ ਆ ਗਈ ਜੀ, ਆ ਬੰਦਾ ਕਹੀ ਜਾਂਦਾ ਐਵੀਡੈਂਸ ਆ ਗਈ ਜੀ, ਬਸ ਇਹੀ ਕੁਝ ਚੱਲੀ ਜਾਂਦਾ। ਇਸੇ ਤਰੀਕੇ ਨਾਲ ਫੈਸਲੇ ਹੋ ਜਾਂਦੇ। ਇਸੇ ਸੁਧਾਰ ਦੀ ਲੋੜ ਹੈ, ਇਹਨੂੰ ਕੁਝ ਟਰਾਂਸਪੇਰੈਂਟਲੀ ਕਰਨਾ ਚਾਹੀਦਾ ਸਿਸਟਮ। ਕੀ ਲੱਗਦਾ ਹੈ ਕਿ ਜਿਹੜੇ ਕੋਰਟ ਦੇ ਵਿੱਚ ਫੈਸਲੇ ਹੁੰਦੇ ਨੇ ਜਾਂ ਜਿਹੜੀਆਂ ਕਨਵਿਕਸ਼ਨਸ ਹੁੰਦੀਆਂ ਨੇ, ਉਹ ਕਿੰਨੇ % ਜਿਹੜੀਆਂ ਨੇ ਉਹ ਸਹੀ ਨੇ ਤੇ ਕਿੰਨੇ % ਗਲਤ ਹੁੰਦੀਆਂ ਨੇ? ਦੇਖੋ ਜੀ, ਜਿਵੇਂ ਜਿਵੇਂ ਜ਼ਮਾਨਾ ਬਦਲਦਾ, ਹੁਣ ਅਫਸਰਨਾਮੇ ਆ ਕੇ ਕੁਝ ਫਰਕ ਪਿਆ ਹੈ। ਜਿਹੜਾ ਕਿ ਸਾਡਾ ਟਾਈਮ ਹੁੰਦਾ ਸੀ, ਉਦੋਂ ਇਹ ਹੁੰਦਾ ਸੀ ਵੀ ਜੇ ਇੱਕ ਭਰਾ ਨੇ ਫਾਇਰ ਮਾਰ ਕੇ ਬੰਦੇ ਨੂੰ ਸ਼ੂਟ ਆਊਟ ਕਰਤਾ, ਇੱਕ ਭਰਾ ਨਹੀਂ ਮਾਰਿਆ, ਅੱਗੇ 5-5 7-7 ਭਰਾ ਆਮ ਹੁੰਦੇ, ਉਹ ਸਾਰੇ ਟੱਬਰ ਨੂੰ ਵਿੱਚ ਲਿਖਾਉਂਦੇ। ਖਾਸ ਤੌਰ 'ਤੇ ਮੇਨਲੀ ਉਹਨੂੰ ਲਿਖਾਉਂਦੇ ਜਿਹੜਾ ਬੰਦਾ ਪੈਰਵਾਈ ਵਾਲਾ ਹੁੰਦਾ ਜਾਂ ਕੋਈ ਮੋਢੀ ਹੁੰਦਾ, ਜਿਵੇਂ ਕਿ ਕਾਲਜ 'ਚ ਮੈਨੂੰ ਪਾਇਆ ਗਿਆ ਸੀ। ਮੇਨਲੀ ਉਹਨੂੰ ਲਿਖਾਉਂਦੇ ਵੀ ਇਹ ਬੰਦਾ ਪੈਰਵਾਈ ਕਰ ਲੂਗਾ, ਅਪਰੋਚੇਬਲ ਬੰਦਾ, ਤੁਰਦਾ ਫਿਰਦਾ, ਨੌਲੇਜ ਰੱਖਦਾ, ਉਹਨੂੰ ਪਹਿਲਾਂ ਮੇਨ 'ਚ ਲਿਖਾਉਂਦੇ ਨੇ ਵੀ ਇਹਨੂੰ ਮੇਨ 'ਚ ਪਾਓ। ਜਿਹਨੇ ਅਸਲੀ ਫਾਇਰ ਮਾਰਿਆ ਹੁੰਦਾ ਛੱਡ ਦਿਓ ਤੇ ਦੂਜੇ ਨੂੰ ਵਿੱਚ ਪਾ ਦਿਓ। ਇਹ ਸਟੋਰੀਆਂ ਇਸ ਤਰੀਕੇ ਨਾਲ ਬਣਦੀਆਂ। ਉਹਦੇ ਵਿੱਚ ਫਿਰ ਉਹੀ ਚੱਲਦਾ ਵੀ ਇਹਨੇ ਲਲਕਰਾ ਮਾਰਿਆ ਵੀ ਇਹਨੂੰ ਜਾਣ ਨਾ ਦਿਓ ਹਨਾ, ਇਹਨੇ ਫਲਾਨੀ ਖੁੰਦਕ ਲੈਣ ਲਈ ਇਸ ਤਰੀਕੇ ਨਾਲ ਕਰ ਲਿਆ, ਦੂਜੇ ਭੱਜ ਕੇ ਗਏ, ਦੂਜੇ ਨੇ ਘੇਰਾ ਪਾਇਆ, ਕਿਸੇ ਨੇ ਕੁੰਡਾ, ਮਤਲਬ ਜਿਵੇਂ ਜਿਵੇਂ ਡਿਮਾਂਡ ਹੁੰਦੀ ਹੈ ਸਟੋਰੀ ਦੀ ਉਹ 'ਚ ਫਿੱਟ ਕਰ ਦਿੱਤੀ ਜਾਂਦੀ ਹੈ। ਜਦੋਂ ਕਿ ਪ੍ਰੂਫ ਦੇ ਨਾਂ 'ਤੇ ਤਾਂ ਇਹਨਾਂ ਕੋਲੇ ਉਹੀ ਗੜਾਸੇ ਡਾਂਗਾ ਹੁੰਦੇ ਕੋਰਟ ਦੇ ਵਿੱਚ, ਉਹੀ ਲਿਜਾ ਕੇ ਰੱਖ ਦਿੰਦੇ। ਵੱਧ ਤੋਂ ਵੱਧ ਮੈਡੀਕਲ ਰਿਪੋਰਟ ਹੁੰਦੀ ਹੈ। ਮੈਡੀਕਲ ਰਿਪੋਰਟ ਦੇ ਵਿੱਚ ਵੀ ਇਹ ਹੁੰਦਾ ਜੇ ਬਲੱਡ ਘੱਟ ਹੋਣ ਤਾਂ ਇਹ ਹੋਰ ਸਟੋਰੀ ਕੋਈ ਨਾ ਕੋਈ ਮਤਲਬ ਬਣਾ ਦਿੰਦੇ ਘੇਰਾ ਪਾਉਣ ਵਾਲੀ। ਹੁਣ ਘੇਰਾ ਪਾਉਣ ਦਾ ਤਾਂ ਕੋਈ ਪ੍ਰੂਫ ਕਰਨ ਦੀ ਲੋੜ ਨਹੀਂ। ਹੁਣ ਚਲੋ ਛੱਡੋ, ਤੁਸੀਂ 307 ਬਣਾਤੀ, ਹੁਣ 148 ਤੇ 149 ਲੱਗੀ ਵੀ ਡੇਂਜਰ ਵੈਪਨ ਇਹਨਾਂ ਨਾਲ ਕੈਰੀ ਕੀਤੇ ਇਲੀਗਲ ਅਸੈਂਬਲੀ ਦੇ ਵਿੱਚ। ਹੁਣ ਉਹਦੇ ਵਿੱਚ ਹੁਣ ਜਿਹੜਾ ਪੁਲਿਸ ਨੇ ਉਹ ਡਾਂਗ ਪਾਤੀ ਜਾਂ ਕੋਈ ਕਸੀਆ ਪਾਤਾ ਜਾਂ ਗੜਾਸਾ ਪਾਤਾ, ਉਹ ਤਾਂ ਪੁਲਿਸ ਸਾਹਮਣੇ ਕਰੀ ਜਾਂਦੀ ਹੈ। ਉਹ ਜੱਜ ਸਾਹਿਬ ਕਹੀ ਜਾਂਦੇ ਨੇ, ਕਈ ਵਾਰੀ ਕੀ ਹੁੰਦਾ ਇਸ ਤਰ੍ਹਾਂ ਦਾ ਸਿਚੁਏਸ਼ਨ ਬਣ ਜਾਂਦੀ ਹੈ, ਜੱਜ ਸਾਹਿਬ ਕਹੀ ਜਾਂਦੇ ਚਲੋ ਨਾ ਸੱਟ ਮਾਰੀ ਹੋਊਗੀ, ਆ ਜਿਹੜੇ ਗੜਾਸੇ ਪੁਲਿਸ ਲਈ ਫਿਰਦੀ ਇਹ ਕਿੱਥੋਂ ਆ ਗਏ? ਇਲੀਗਲ ਤਾਂ ਆਹੀ 148 ਤੇ 149 ਦਾ ਨਾਲ ਲੱਗਦੀ ਹੈ, ਜਿਹਦਾ ਕਰਕੇ ਕਿ ਮੇਨ ਧਾਰਾ ਵੀ ਇਹਦੇ ਨਾਲ ਸਟੈਂਡ ਕਰਦੀ ਹੈ ਕਿ ਵੀ ਇਹੋ ਜਿਹੀ ਕੰਡੀਸ਼ਨ ਬਣ ਜਾਂਦੀ ਹੈ। ਪਰ ਇਹੋ ਜਿਹਾ ਸਿਸਟਮ ਜਿਹੜਾ ਹੈ ਇਹ ਚੱਲਦਾ ਹੈ, ਜਿਹਦੇ ਬਾਰੇ ਬਹੁਤ ਹੀ ਜ਼ਿਆਦਾ ਸੁਧਾਰ ਦੀ ਲੋੜ ਹੈ। ਇਹਦੇ ਖਾਤਰ ਕੋਈ ਮਤਲਬ ਕਿ ਇਹਨਾਂ ਨੂੰ ਰਿਸਪੌਂਸੀਬਲ ਬਣਾਇਆ ਜਾਵੇ, ਕਿਸੇ ਨੂੰ ਵੀ। ਜੁਡੀਸ਼ਰੀ ਨੂੰ ਮੈਂ ਕਹਿ ਰਿਹਾ, ਪੁਲਿਸ ਦੇ ਸਿਸਟਮ ਨੂੰ ਜ਼ਿਆਦਾ ਕਹਿ ਰਿਹਾ। ਜੇ ਪੁਲਿਸ ਸਹੀ ਨਿਆਂ ਕਰ ਦੂ ਥੱਲੇ ਤਾਂ ਜੁਡੀਸ਼ਰੀ ਤੱਕ ਸਹੀ ਆਊ। ਤੇ ਜੋ ਜੱਜਾਂ ਦਾ ਅੱਗੇ ਰਵੱਈਆ ਤੇ ਜੱਜਾਂ ਨੇ ਤਾਂ ਉਹੀ ਫਾਈਲ ਲਿਖਣੀ ਹੁੰਦੀ ਜੋ ਪੁਲਿਸ ਬਣਾ ਕੇ ਮੂਹਰੇ ਧਰਦੀ ਹੈ। ਜਦੋਂ ਪੁਲਿਸ ਹੀ ਸਹੀ ਹੋ ਜੂਗੀ ਤਾਂ ਕੋਰਟਾਂ 'ਚ ਸਹੀ ਆਉਣ ਲੱਗ ਜੂ ਸਾਰਾ ਫੈਸਲਾ ਤੇ ਸਾਰੀ ਫਾਈਲ, ਉਹਦੇ ਨਾਲ ਵੈਸੇ ਹੀ ਸੁਧਾਰ ਹੋ ਜਾਣਾ ਆਟੋਮੈਟਿਕਲੀ। ਵਕੀਲ ਸਾਹਿਬ, ਇਸ ਕੇਸ ਨੇ ਤੁਹਾਡੀ ਲਾਈਫ ਦੇ ਉੱਪਰ ਕਿੰਨਾ ਕੁ ਅਫੈਕਟ ਕੀਤਾ? ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਜਿਸ ਲੜਕੀ ਦੇ ਨਾਲ ਲਵ ਮੈਰਿਜ ਕਰਾਉਣਾ ਚਾਹੁੰਦੇ ਸੀ, ਉਹ ਲੜਕੀ ਵੀ ਫਿਰ ਉਸ ਤੋਂ ਬਾਅਦ ਮੁੱਖ ਮੋੜ ਗਈ ਹੈ ਨਾ। ਲਵ ਲਾਈਫ ਦੇ ਉੱਪਰ ਵੀ ਬੜਾ ਇਫੈਕਟ ਹੋਇਆ ਤੇ ਆਲ ਓਵਰ ਮਤਲਬ ਕਿੰਨਾ ਕੁ ਤੁਹਾਨੂੰ ਜਿਹੜਾ ਸਟਰਗਲ ਹੈ ਕਰਨਾ ਪਿਆ ਇਸ ਕੇਸ ਦੇ ਦੌਰਾਨ? ਹਾਂਜੀ, ਇੱਕ ਲੜਕੀ ਸੀ ਜਿਹੜੀ ਕਿ ਮੈਰਿਜ ਕਰਨਾ ਚਾਹੁੰਦੀ ਸੀਗੀ, ਉਹਦੇ ਨਾਲ ਕੋਈ ਮਤਲਬ ਰਿਲੇਸ਼ਨ, ਕੋਈ ਗਲਤ ਰਿਲੇਸ਼ਨ ਨਹੀਂ ਕਹਿ ਸਕਦੇ, ਲੇਕਿਨ ਮੈਰਿਜ ਤੱਕ ਗੱਲ ਸੀਗੀ ਵੀ ਮੈਰਿਜ ਕਰਵਾਊਗੀ। ਬਟ ਉਹਦੇ ਵਿੱਚੋਂ ਜਦੋਂ ਮੈਂ ਜੇਲ੍ਹ ਜਾਂਦਾ ਤਾਂ ਉਹ ਲੜਕੀ ਮੈਨੂੰ ਜੇਲ੍ਹ ਦੇ ਵਿੱਚ ਵੀ ਬੜੇ ਕਾਰਡ ਵਗੈਰਾ ਭੇਜਦੀ ਹੈ, ਜਾਂ ਬੜੇ ਮਤਲਬ ਉਹ ਇੱਕ ਤਰੀਕੇ ਦਾ ਮਤਲਬ ਵੀ ਮੈਂਟਲੀ ਤੌਰ 'ਤੇ ਪ੍ਰੀਪੇਅਰ ਹੁੰਦੀ ਹੈ। ਬਟ ਜਦੋਂ ਪ੍ਰੋਬਲਮ ਕਿੱਥੇ ਆਉਂਦੀ ਹੈ, ਜਦੋਂ ਘਰਦਿਆਂ ਨੂੰ ਪਤਾ ਲੱਗਦਾ ਹੈ, ਜਦੋਂ ਇਹ ਡਿਸਕਸ਼ਨ ਦੇ ਵਿੱਚ ਹੋਰਾਂ ਦੇ ਗੱਲ ਆਉਂਦੀ ਹੈ, ਉਦੋਂ ਪ੍ਰੋਬਲਮ ਸ਼ੁਰੂ ਹੁੰਦੀਆਂ। ਹੁਣ ਹਰੇਕ ਬੰਦੇ ਦੇ ਘਰ ਦੇ ਕਹਿਣਗੇ ਵੀ ਇੱਕ ਇਹਦਾ ਕਾਤਲ ਹੈ ਜੀ। ਇੱਥੇ ਹੀ ਵੱਡੀ ਪ੍ਰੋਬਲਮ ਆਉਂਦੀ ਹੈ, ਚਾਹੇ ਕੇਸ ਛੋਟਾ ਹੈ ਚਾਹੇ ਵੱਡਾ ਹੈ। ਵੱਡੇ ਕੇਸ ਤਾਂ ਵੈਸੇ ਹੀ ਕੋਈ ਲਵੇ ਨਹੀਂ ਲੱਗਦਾ ਵੀ ਇਹ ਤਾਂ 302 ਦਾ ਪਰਚਾ ਹੋ ਗਿਆ ਜੀ। ਹੁਣ ਫਿਰ ਉਹਨਾਂ ਦੇ ਪਰਿਵਾਰ ਵੱਲੋਂ ਆਨੇ ਬਹਾਨੇ ਸ਼ੁਰੂ ਹੋ ਜਾਂਦੇ ਨੇ ਹੈ ਨਾ, ਉਹ ਆਨੇ ਬਹਾਨੇ ਸ਼ੁਰੂ ਹੋ ਜਾਂਦੇ ਨੇ। ਉਹਦੇ ਵਿੱਚ ਕੀ ਹੁੰਦਾ ਗਾ ਵੀ ਤੁਸੀਂ ਆਪਦੇ ਪੈਰਾਂ 'ਤੇ ਨਹੀਂ ਹੈਗੇ ਜੀ ਹੈ ਨਾ, ਤੁਸੀਂ ਤੁਹਾਡਾ ਆਪਦਾ ਬਿਜ਼ਨਸ ਨਹੀਂ ਹੈਗਾ ਜੀ। ਜਦੋਂ ਕਿ ਵੱਡੇ ਭਰਾ ਦਾ ਸਾਡੇ ਸ਼ੋਰੂਮ ਅੱਜ ਵੀ ਹੈਗਾ ਕਲਨਰ ਨਹਿਰੂ 'ਚ, ਅਸੀਂ ਉੱਥੇ ਕੰਮ ਕਰਦੇ ਸੀ, ਬਹੁਤ ਵਧੀਆ ਇਨਕਮ ਸੀ, ਬਹੁਤ ਹੀ ਵਧੀਆ ਕੰਮ ਹੈ ਸਾਡਾ ਅੱਜ ਵੀ ਤੇ ਉਦੋਂ ਵੀ। ਤੇ ਉਹਦੇ ਵਿੱਚ ਉਹਨੂੰ ਆਨੀ ਬਹਾਨੀ ਸ਼ੁਰੂ ਹੋ ਜਾਂਦੇ ਵੀ ਮੇਰੇ ਫਾਦਰ ਐਂ ਕਹਿੰਦੇ, ਮੇਰੀ ਮਾਤਾ ਐਂ ਕਹਿੰਦੀ ਹੈ। ਮਤਲਬ ਇੱਕ ਤਰੀਕੇ ਦਾ ਮਤਲਬ ਵੀ ਕਿਨਾਰਾ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਹਦਾ ਕਰਕੇ? ਇਹੀ ਇੱਕ ਕਲੰਕ ਲੱਗੇ ਕਰਕੇ, ਮੱਥੇ ਦੇ ਉੱਤੇ 302 ਲਿਖੀ ਹੋਣ ਕਰਕੇ। ਇਹ ਡਾਕੂਮੈਂਟਾਂ ਉੱਤੇ ਨਹੀਂ ਲਿਖੀ ਹੁੰਦੀ, ਇਹ ਬੰਦੇ ਦੇ ਮੱਥੇ ਉੱਤੇ ਲਿਖੀ ਜਾਂਦੀ ਹੈਗੀ, ਜਿਹਦਾ ਕਰਕੇ ਫਿਰ ਉਹ ਵਿੱਚੇ
ਰਹਿ ਗਿਆ ਸਾਰਾ, ਤੇ ਬਸ ਫਿਰ ਆਪਦੇ ਵੱਖੋ ਵੱਖਰੇ ਰਾਹ ਹੋ ਗਏ। ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਪਰਿਵਾਰ ਵੀ ਜਿਹੜਾ ਹੈ ਉਹ ਮੁੱਖ ਮੋੜ ਜਾਂਦਾ ਹੈ, ਪਿਤਾ ਜੀ ਦੇ ਨਾਲ ਵੀ ਤੁਹਾਡੇ ਮਤਭੇਦ ਹੋ ਜਾਂਦੇ ਨੇ ਉਸ ਵੇਲੇ। ਹਾਂਜੀ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ, ਜਿਹੜਾ ਬੰਦਾ ਕਮਜ਼ੋਰ ਹੁੰਦਾ ਹੈ, ਕਮਜ਼ੋਰ ਦੇ ਉੱਤੇ ਫਿਰ ਹਰੇਕ ਹੀ ਰਾਜ ਕਰਦਾ ਹੈ। ਜਦੋਂ ਤੁਹਾਡੀ ਕੜੀ ਜਾਂ ਤੁਹਾਡੀ ਲਾਈਨ ਕਮਜ਼ੋਰ ਪੈਂਦੀ ਹੈ ਤਾਂ ਹਰ ਬੰਦਾ ਉਹਦੇ ਉੱਤੇ ਕੁਝ ਨਾ ਕੁਝ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਕਿ ਹੁਣ ਮੇਰੇ ਭਰਾ ਨਾਲ ਮੇਰਾ ਕੰਮ ਸੀ, ਜੁਆਇੰਟ ਸਾਡੀ ਫੈਮਿਲੀ ਸੀ। ਉਸ ਤੋਂ ਬਾਅਦ ਉਹ ਸ਼ੋਅਰੂਮ ਜਾਂ ਮਤਲਬ ਜੋ ਉੱਥੋਂ ਸਿਸਟਮ ਸੀ ਸਾਰਾ, ਉਹ ਵੱਡੇ ਭਰਾ ਨੂੰ ਛੱਡ ਦਿੱਤਾ ਗਿਆ। ਉਹਦਾ ਇੱਕ ਰੀਜ਼ਨ ਇਹ ਵੀ ਸੀ, ਮੇਰੇ ਵੱਡੇ ਭਰਾ ਦਾ ਬੇਟਾ ਜਾਂ ਥੋੜ੍ਹਾ ਫੈਮਿਲੀ ਡਿਸਟਰਬ ਸੀ। ਵੱਡੇ ਭਰਾ ਦੇ ਬੇਟੇ ਨੂੰ ਬ੍ਰੇਨ ਅਟੈਕ ਆਇਆ ਸੀਗਾ, ਜਿਹਦਾ ਕਰਕੇ ਉਹ ਵਿਚਾਰਾ ਪੌਣੇ 3 ਸਾਲ ਦਾ ਬੱਚਾ ਕੋਮਾ ਚਲਾ ਗਿਆ ਸੀਗਾ, ਜਿਹਦੀ ਕਿ ਹੁਣ 17 ਸਾਲ ਦੇ ਦੀ 17.5 ਸਾਲ ਦਾ ਵਿਚਾਰਾ ਐਕਸਪਾਇਰ ਹੋਇਆ, ਉਹਦੀ ਡੈਥ ਹੋਈ ਹੈ। ਉਹ ਵੀ ਇੱਕ ਰੀਜ਼ਨ ਸੀਗਾ। ਤੇ ਕੁਝ ਹੋਰ ਹਾਲਾਤ ਬਣ ਗਏ, ਕੁਛ ਇਹ ਕੇਸ ਦਾ ਬਣ ਗਿਆ, ਜਿਹਦਾ ਕਰਕੇ ਮੈਨੂੰ ਸਾਰਾ ਕੁਝ ਛੱਡਣਾ ਪਿਆ ਤੇ ਆਪਦਾ ਇੱਕ ਇਹ ਵਕਾਲਤ ਵਾਲਾ ਰਾਹ ਸਾਈਡ ਤੋਂ ਚੁਣਨਾ ਪਿਆ, ਜਿਹਦਾ ਕਰਕੇ ਕਿ ਮੈਨੂੰ ਇਸ ਤਰ੍ਹਾਂ ਦੀ ਮਤਲਬ ਇੱਕ ਇਹ ਹੈ ਵੀ ਮੰਗਣਾ ਨਹੀਂ ਕਿਸੇ ਤੋਂ ਕੁਝ ਪਿਆ। ਆਪਦੇ ਘਰ ਠੀਕ ਸੀ, ਚੰਗਾ ਸੀ, ਪਿਛੋਕੜ ਚੰਗਾ ਸੀ, ਫੈਮਿਲੀ ਠੀਕ ਸੀ, ਮਤਲਬ ਵੀ ਖਾਣਾ ਪਾਣੀ ਜਾਂ ਕਿਸੇ ਗੱਲ ਦੀ ਮੈਨੂੰ ਕੋਈ ਰਹਿਣ ਸਹਿਣ ਦੀ ਕਿਸੇ ਕਮੀ ਨਹੀਂ ਕਦੇ ਆਈ। ਬਟ ਬਸ ਇਹ ਹੈ ਵੀ ਇਸ ਤੋਂ ਇਲਾਵਾ ਉਸ ਤੋਂ ਐਕਸਟਰਾ ਸਪੋਰਟ ਕੋਈ ਨਹੀਂ ਸੀਗੀ, ਜਿਹਦਾ ਕਰਕੇ ਮੈਨੂੰ ਆਪਦਾ ਵੱਖਰਾ ਰਾਹ ਚੁਣਨਾ ਪਿਆ ਤੇ ਮੈਨੂੰ ਆਪ ਹੀ ਆਪਦੇ ਕੰਮ ਵੱਲ ਵਧਣਾ ਪਿਆ, ਜਿਹੜਾ ਕਿ ਵਕਾਲਤ ਦੇ ਤੌਰ ਤੇ ਮੈਂ ਕੋਰਟ ਸ਼ੁਰੂ ਕੀਤਾ ਤੇ ਬਹੁਤ ਹੀ ਇਹ ਤੋਂ ਕਾਮਯਾਬੀ ਮਿਲੀ। ਹਾਂਜੀ। ਤੇ ਅੱਜ ਫਿਰ ਤੁਸੀਂ ਮਤਲਬ ਜ਼ਿਆਦਾ ਕ੍ਰਿਮੀਨਲ ਕੇਸਿਸ ਹੀ ਦੇਖਦੇ ਹੋ? ਹਾਂਜੀ। ਕੇਸਿਸ ਲੜ ਰਹੇ ਹੋ? ਨਹੀਂ ਮੈਡਮ, ਕੇਸ ਤਾਂ ਹਰ ਤਰੀਕੇ ਦੇ ਲੜੀ ਦੀ ਹੈ। ਇੱਕ ਆਪਣੀ ਐਸੋਸੀਏਸ਼ਨ ਹੁੰਦੀ ਹੈ ਐਡਵੋਕੇਟਸ ਦੀ, ਇਕੱਲਾ ਮੈਂ ਨਹੀਂ ਹੈ, ਮੇਰੇ ਨਾਲ ਹੋਰ ਵੀ ਐਡਵੋਕੇਟਸ ਜੁੜੇ ਹੋਏ ਨੇਗੇ ਤੇ ਕੰਮ ਵੰਡ ਕੇ ਵੀ ਕਰੀਦਾ। ਬਟ ਮੇਨ ਜਿਹੜੀ ਮੇਰੀ ਮਾਸਟਰੀ ਹੈ ਉਹ ਮਰਡਰ ਕੇਸਾਂ ਦੀ 304 307 ਤੇ ਬਾਕੀ ਜਿਹੜਾ ਕੇਸ ਫਸ ਜਾਂਦਾ ਹੈ, ਜਿਹੜੀ ਕਿ ਪਾਰਟੀ ਨੂੰ ਜੇ ਹੁਣ ਬੰਦਾ ਅੱਜ ਕੋਈ ਕਲਾਇੰਟ ਸਲਾਹ ਕਰਨ ਆ ਗਿਆ, ਮੈਂ ਤਾਂ ਕਲੀਅਰਲੀ ਦੱਸਣੀ ਹੁੰਦੀ ਹੈ ਵੀ ਆਹ ਗੱਲ ਹੋਈ ਹੈ, ਇਸ ਤਰੀਕੇ ਨਾਲ ਹੋਈ ਹੈ। ਉਹ ਬੰਦਾ ਇੰਪਰੈਸ ਬਹੁਤ ਹੁੰਦਾ ਕਲਾਇੰਟ ਵੀ ਇਹਨੂੰ ਕਿਵੇਂ ਪਤਾ, ਕਿਉਂਕਿ ਮੇਰੇ ਨਾਲ ਆਪਦੇ ਨਾਲ ਹੋਈਆਂ ਮੈਨੂੰ ਤਾਂ ਪਤਾ ਹੁੰਦਾ। ਲੇਕਿਨ ਕਈ ਵਾਰੀ ਗੱਲ ਦਾ ਮਨ ਨਹੀਂ ਖੜਦਾ ਵੀ ਯਾਰ ਉਹ ਵਕੀਲ ਦਾ ਫਲਾਣੇ ਨੇ ਕਰਾਇਆ ਸੀ, ਉਹਨੇ ਵਰੀ ਕਰਾਇਆ ਸੀ, ਉਹ ਉਸੇ ਵੇ ਦੇ ਵਿੱਚ ਕਿਸੇ ਹੋਰ ਕੋਲੇ ਚਲਾ ਜਾਂਦਾ। ਉਹ ਫਿਰ ਥੋੜ੍ਹੇ ਚਿਰ ਬਾਅਦ ਜਦੋਂ ਤਾਂ ਕੋਈ ਵਿਚਾਰੇ ਦਾ ਕੋਈ ਉਹੀ ਗੱਲ ਹੋਣੀ ਹੁੰਦੀ ਹੈ ਜੋ ਕਹੀ ਹੁੰਦੀ ਹੋ ਜਾਂਦੀ ਹੈ, ਜਾਂ ਕਿਸੇ ਦਾ ਕੋਈ ਕਨਵਿਕਸ਼ਨ ਹੋ ਗਈ, ਨੁਕਸਾਨ ਹੋ ਗਿਆ ਜਾਂ ਬੇਲ ਨਹੀਂ ਹੋਈ, ਉਹ ਵਿਚਾਰਾ ਗੇੜਾ ਖਾ ਕੇ ਫਿਰ ਮੇਰੇ ਕੋਲ ਹੀ ਆ ਜਾਂਦਾ ਵੀ ਤੁਸੀਂ ਹੀ ਕੇਸ ਲੜੋਗੇ। ਜਿਹਦੇ ਵਿੱਚ ਕਿ ਮੈਂ ਕੋਸ਼ਿਸ਼ ਕਰਦਾ ਵੀ ਜੇ ਕੋਈ ਵਿਚਾਰਾ ਗਰੀਬ ਹੈ, ਜੇ ਕੋਈ ਨਜਾਇਜ਼ ਫਸਿਆ ਤੇ ਬੰਦਾ ਗਰੀਬ ਹੈ, ਕੋਸ਼ਿਸ਼ ਕਰੀਦੀ ਹੈ ਵੀ ਉਹਦਾ ਬੈਨੀਫਿਟ ਘੱਟ ਪੈਸਿਆਂ 'ਚ ਤੇ ਜਾਇਜ਼ ਵੀ ਕਰਕੇ ਦਿੱਤਾ ਜਾਵੇ। ਅੱਛਾ ਵਕੀਲ ਸਾਹਿਬ, ਤੁਹਾਡਾ ਐਕਸਪੀਰੀਅੰਸ ਇੰਨਾ ਹੋਗਾ, ਤੁਹਾਨੂੰ ਪਤਾ ਵੀ ਲੱਗ ਜਾਂਦਾ ਹੋਣਾ ਵੀ ਬੰਦਾ ਕਸੂਰਵਾਰ ਹੈ ਕਿ ਨਹੀਂ ਹੈਗਾ, ਤੁਹਾਨੂੰ ਇਹ ਵੀ ਪਤਾ ਲੱਗ ਤਾਂ ਜਾਂਦੇ ਹੋਣਾ ਨਾ? ਹਾਂਜੀ ਬਿਲਕੁਲ, ਇਹ ਫਾਈਲ ਦੇਖਣ ਸਾਰ ਹੀ ਗੱਲ ਕਲੀਅਰ ਹੋ ਜਾਂਦੀ ਹੈ 100%। ਕਿਉਂਕਿ ਜੇ ਆਪਾਂ ਇਹਨੂੰ ਇੱਕ ਵਕੀਲ ਚੰਗੀ ਤਰ੍ਹਾਂ ਫਾਈਲ ਨੂੰ ਦੇਖੇ ਤਾਂ ਉਹਦੇ ਜਿਹੜੇ ਮਿਸਮੈਚ ਹੁੰਦੇ ਨੇ ਉਹ ਸਾਹਮਣੇ ਆਉਣ ਲੱਗ ਜਾਂਦੇ ਨੇ। ਗਲਤ ਹੀ ਹੁੰਦੀ ਹੈ, ਕਿਤੇ ਨਾ ਕਿਤੇ ਉਹਦੀਆਂ ਕੜੀਆਂ ਜਿਹੜੀਆਂ ਹੈ, ਹਾਂ ਉਹਨੂੰ ਕਈ ਗੱਲਾਂ ਹੁੰਦੀਆਂ ਬੜੀਆਂ ਬਰੀਕੀ ਦੇ ਵਿੱਚ ਸਮਝ ਆਉਂਦੀਆਂ ਬੜੀ ਵਾਰ ਫਾਈਲ ਪੜ੍ਹ ਕੇ। ਪਹਿਲੀ ਵਾਰੀ ਉਹ ਫਸਟ ਸਾਈਡ ਨਾਲ ਨਹੀਂ ਦੇਖੀਆਂ ਜਾ ਸਕਦੀਆਂ, ਉਹਨੂੰ 2 ਵਾਰੀ 4 ਵਾਰੀ 5 ਵਾਰੀ ਪੜ੍ਹਦੇ ਆ। ਕਈ ਵਾਰੀ ਕੇਸ ਚੱਲਦੇ ਉਹਨੂੰ 7-8 ਮਹੀਨੇ ਹੋ ਜਾਂਦੇ ਨੇ, ਉਹਨਾਂ ਚਿਰ ਕੁਝ ਨਹੀਂ ਲੱਭਦਾ। 9ਵੇਂ-10ਵੇਂ ਮਹੀਨੇ ਜਾਂ ਕਈ ਵਾਰੀ ਕੋਈ ਇੱਕ ਮਾਨਸਾ ਮੈਂ ਗਿਆ ਸੀ, ਉਹਦੇ ਵਿੱਚ ਪਹਿਲੀ ਐਵੀਡੈਂਸ ਹੋਈ ਕੋਰਟ ਦੇ ਵਿੱਚ, ਐਂਟੀ ਪੇਸ ਦਾ ਕੇਸ ਸੀ, ਮੈਂ ਹਲੇ ਅੰਡਰ ਟਰਾਇਲ ਨਾਂ ਨਹੀਂ ਲਊਂਗਾ, ਤੇ ਜਿਹਦੇ ਵਿੱਚ ਪਹਿਲੀ ਜਦੋਂ ਉਹ ਐਵੀਡੈਂਸ ਹੋਈ ਉਹਦੇ ਉੱਤੇ ਹੀ ਉਹ ਗੱਲ ਕਲੀਅਰ ਹੋ ਗਈ ਵੀ ਇਹ ਕੇਸ ਬਿਲਕੁਲ ਹੀ ਫੇਕ ਹੈਗਾ। ਉਸ ਗੱਲ ਤੋਂ ਸਾਰਾ ਕਲੀਅਰ ਹੋ ਗਿਆ। ਉਸ ਤੋਂ ਪਹਿਲਾਂ ਉਹਦੇ ਵਿੱਚ ਕੋਈ ਵੀ ਪੁਆਇੰਟ ਇਸ ਤਰ੍ਹਾਂ ਦਾ ਨਹੀਂ ਲੱਗਦਾ ਸੀ ਵੀ ਇਹ ਕੇਸ ਸਹੀ ਹੈ, ਇਸ ਤਰ੍ਹਾਂ ਲੱਗਦਾ ਸੀ ਵੀ ਠੀਕ ਹੀ ਬੰਨਿਆ ਪੁਲਿਸ ਨੇ, ਹੈ ਨਾ। ਤੇ ਉਹ ਪਹਿਲੀ ਹੀਅਰਿੰਗ ਦੇ ਪਹਿਲੀ ਹੀ ਉਹਦੀ ਜਿਹੜੀ ਐਵੀਡੈਂਸ ਹੋਈ ਉਹਦੇ ਉੱਤੇ ਉਹ ਗੱਲ ਕਲੀਅਰ ਹੋ ਗਈ, ਉਹਦੇ ਵਿੱਚੋਂ ਨਿਕਲ ਕੇ ਆ ਗਈ। ਇਸ ਤਰ੍ਹਾਂ ਹੁੰਦਾ ਜਿੰਨਾ ਆਪਾਂ ਇਹਨੂੰ ਡੀਪਲੀ ਪੜ੍ਹਦੇ ਹਾਂ, ਜਿੰਨੀ ਮਿਹਨਤ ਕਰਦੇ ਹਾਂ, ਉਹਦਾ ਰਿਜ਼ਲਟ ਆਉਂਦਾ ਹੈ ਤੇ 100% ਇਹ ਗੱਲ ਸ਼ੋਰ ਹੋ ਜਾਂਦੀ ਹੈ ਵੀ ਫਲਾਣੇ ਬੰਦੇ ਨੂੰ ਇਹ ਸਜ਼ਾ ਰਹੂਗੀ, ਫਲਾਣੇ ਬਰੀ ਹੋਣਗੇ। ਕਈ ਵਾਰੀ ਜੱਜ ਸਾਹਿਬਾਨਾਂ ਨੂੰ ਪਤਾ ਲੱਗ ਜਾਂਦੀ ਹੈ, ਬਹੁਤ ਚੰਗੇ ਅਫਸਰ ਹੁੰਦੇ ਨੇਗੇ, ਲੇਕਿਨ ਉਹ ਵੀ ਇੱਕ ਮਤਲਬ ਵੀ ਆਪਣੇ ਸਿਸਟਮ ਦੇ ਹੈ ਨਾ, ਹਰੇਕ ਬੰਦਾ ਬਾਉਂਡ ਹੈ, ਉਸ ਤੋਂ ਬਾਹਰ ਨਹੀਂ ਜਾ ਸਕਦੇ। ਉਹ ਕਈ ਵਾਰੀ ਕਹਿ ਵੀ ਦਿੰਦੇ ਨੇਗੇ, ਅਫਸਰ ਬੜੇ ਚੰਗੇ ਹੁੰਦੇ ਨੇਗੇ ਵੀ ਸਾਡੀ ਇਸ ਗੱਲ 'ਚ ਦੇਖੋ ਮਜਬੂਰੀ ਹੈ, ਆਪਣਾ ਲਾਅ ਸਿਸਟਮ ਦੇ ਇਹ ਅਲਾਓ ਨਹੀਂ ਕਰਦਾ। ਤੇ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ। ਇਹ ਗੱਲਾਂ ਕਲੀਅਰ ਕੱਟ ਪਤਾ ਲੱਗਦੀਆਂ ਜਦੋਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਕੇਸ ਨੂੰ ਪੜ੍ਹਦੇ ਹੋ। ਹਾਂਜੀ ਬਿਲਕੁਲ। ਤਾਂ ਮਤਲਬ ਅਸੀਂ ਜਦੋਂ ਕਿਸੇ ਪ੍ਰੋਫੈਸ਼ਨਲ ਬੰਦੇ ਨੂੰ ਮਿਲਦੇ ਹਾਂ ਤਾਂ ਮੇਰਾ ਸਵਾਲ ਹੁੰਦਾ ਹੈ ਕਿ ਤੁਸੀਂ ਇਹ ਪ੍ਰੋਫੈਸ਼ਨ ਚੁਣਿਆ ਜਾਂ ਕਦੋਂ ਤੋਂ ਸੋਚਿਆ ਹੋਇਆ ਸੀ? ਪਰ ਤੁਹਾਡਾ ਜਿਹੜਾ ਪ੍ਰੋਫੈਸ਼ਨ ਸੀ ਜਾਂ ਹਰੇਕ ਇਨਸਾਨ ਦਾ ਪ੍ਰੋਫੈਸ਼ਨ ਹੈ, ਜਾਂ ਅੱਜ ਮੈਂ ਵੀ ਇੱਕ ਜਰਨਲਿਜ਼ਮ ਫੀਲਡ ਦੇ ਵਿੱਚ ਹੈਗੀ ਹਾਂ, ਤਾਂ ਉਹ ਧੁਰੋਂ ਲਿਖੀ ਹੋਈ ਗੱਲ ਹੈ। ਤਾਂ ਤੁਹਾਡਾ ਵੀ ਵਕੀਲ ਹੋਣਾ ਧੁਰੋਂ ਹੀ ਲਿਖਿਆ ਹੋਇਆ ਸੀਗਾ? ਨਹੀਂ ਮੈਡਮ, ਇਹੋ ਜਿਹਾ ਕੋਈ ਸਿਸਟਮ ਨਹੀਂ ਸੀ। ਮੇਰੇ ਜਿਹੜੇ ਫਾਦਰ ਸਾਹਿਬ ਆਰਮੀ ਅਫਸਰ ਸੀਗੇ, ਉਸ ਤੋਂ ਬਾਅਦ ਉਹ ਡੈਪੂਟੇਸ਼ਨ 'ਤੇ SPM ਰਹੇ ਹੈ, ਬਠਿੰਡਾ ਵਿਖੇ ਵੀ ਰਹੇ ਹੈ,
ਤੇ ਮੇਰਾ ਜਿਹੜਾ ਝੁਕਾਅ ਸੀਗਾ ਉਹ ਜਾਂ ਤਾਂ ਸੀਗਾ ਜਿਵੇਂ ਕਿ NSG ਕਮਾਂਡੋ ਹੈ ਵੀ ਇਹਨਾਂ ਦਾ ਚੀਫ ਬਣਨਾ, ਜਾਂ ਮਤਲਬ ਚੰਗਾ ਮਤਲਬ ਐਕਟੀਵਿਟੀ ਮਤਲਬ ਕੋਈ ਫਿਜ਼ੀਕਲ ਐਂਡ ਮੈਂਟਲੀ ਬਹੁਤ ਹੀ ਚੈਲੰਜਿੰਗ ਕੋਈ ਮੈਂ ਐਕਟੀਵਿਟੀ ਕਰਨਾ ਚਾਹੁੰਦਾ ਸੀਗਾ ਜਿਸ 'ਚ ਪੂਰੇ ਹੀ ਚੈਲੰਜ ਹੋਣ, ਜਿਹਦੇ ਪੂਰੇ ਸਟਰੋਂਗ ਮਤਲਬ ਜਿਹਦਾ ਕੋਈ ਮੋਟਿਵ ਹੋਵੇ, ਕੋਈ ਇਸ ਤਰੀਕੇ ਨਾਲ ਨਹੀਂ ਵੀ ਜ਼ਿੰਦਗੀ ਕੱਟ ਲਈ ਤੇ ਕੱਟ ਲਈ ਬਸ ਚੱਲੀ ਜਾਂਦੀ ਹੈ ਤਾਂ ਚੱਲੀ ਜਾਂਦੀ ਹੈ, ਇਹ ਨਹੀਂ ਸੀਗਾ। ਤੇ ਇਹ ਤਾਂ ਇੱਕ ਸਿੱਧਾ ਡਾਇਰੈਕਟਲੀ ਪੁੱਛੋਂ ਤਾਂ ਮੈਂ ਕੋਈ IAS ਜਾਂ IPS ਅਫਸਰ ਬਣਨਾ ਚਾਹੁੰਦਾ ਸੀ, ਜਿਵੇਂ SP ਘੱਟੋ ਘੱਟ SP ਜਾਂ SSP ਲੈਵਲ ਤੇ ਡਾਇਰੈਕਟ ਮੈਂ ਸਿਲੈਕਸ਼ਨ ਚਾਹੁੰਦਾ ਸੀ ਆਪਦੀ, ਬਟ ਉਹ ਫਿਰ ਇਹਦੇ ਕਰਕੇ ਸਾਰੀ ਪ੍ਰੋਬਲਮ ਆ ਗਈ ਕੇਸ ਕਰਕੇ। ਉਹ ਜਿਹੜਾ ਮੇਰਾ ਕਰੀਮ ਟਾਈਮ ਸੀ 11-12 ਸਾਲ ਗੋਲਡਨ ਟਾਈਮ ਜਿਹਨੂੰ ਕਹਿ ਦਿੰਦੇ ਆ, ਉਹ ਬਿਲਕੁਲ ਸਪੋਇਲਡ, ਉਹ ਜ਼ਿੰਦਗੀ ਦਾ ਖਤਮ ਹੋ ਗਿਆ। ਉਸ ਤੋਂ ਬਾਅਦ ਕੁਛ ਹੱਦ ਤੱਕ ਮਜਬੂਰੀ ਵੀ ਬਣ ਗਈ ਵੀ ਹੋਰ ਕੋਈ ਪ੍ਰੋਫੈਸ਼ਨ, ਜਿਵੇਂ ਕਿ ਕੁਝ ਓਵਰੇਜ ਹੋ ਗਿਆ ਕਈ ਚੀਜ਼ਾਂ 'ਚ, ਹੁਣ ਕਈ ਵੈਕੈਂਸੀ ਹੁੰਦੀਆਂ ਉਹਨਾਂ 'ਚੋਂ ਬੰਦਾ ਓਵਰੇਜ ਹੋ ਜਾਂਦਾ, ਤੇ ਕਈਆਂ ਦੇ ਵਿੱਚ ਵੈਸੇ ਉਮਰ ਦੇ ਹਿਸਾਬ ਨਾਲ ਮਤਲਬ ਉਹ ਫਿਟਨੈਸ ਨਹੀਂ ਰਹਿੰਦੀ ਜਾਂ ਉਹ ਮੈਂਟਲ ਐਬਿਲਿਟੀ ਨਹੀਂ ਰਹਿੰਦੀ ਜਦੋਂ ਇੰਨੀ ਡਿਪਰੈਸ਼ਨ ਆਪਾਂ ਚੱਲਦੇ ਹਾਂ। ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਮੈਂ ਜੇਲ੍ਹ ਗਿਆ ਤੇ ਉੱਥੇ ਜੋ ਲੋਕਾਂ ਦੇ ਹਾਲਾਤ ਦੇਖੇ, ਫਿਰ ਮੈਨੂੰ ਕੁਛ ਇਹਦਾ ਜ਼ਿਆਦਾ ਮਤਲਬ ਦੁਬਾਰਾ ਉਹ ਗੱਲ ਮਾਈਂਡ ਦੇ ਵਿੱਚ ਕਲਿੱਕ ਕੀਤੀ ਵੀ ਮੈਨੂੰ ਇਹੀ ਪ੍ਰੋਫੈਸ਼ਨ ਕਰਨਾ ਚਾਹੀਦਾ। ਤੇ ਬਾਕੀ ਉਹਦੇ ਵਿੱਚ ਮੈਂ ਮਹਾਰਤ ਬਹੁਤ ਹਾਸਲ ਕਰ ਲਈ ਸੀ ਉਦੋਂ ਤੱਕ, ਇਕੱਲੀ ਡਿਗਰੀ ਲੈਣੀ ਬਾਕੀ ਰਹਿ ਗਈ ਸੀ, ਜੋ ਡਿਗਰੀ ਲੈ ਕੇ ਇੱਥੋਂ ਸ਼ੁਰੂ ਕੀਤਾ ਤੋਂ ਬਾਬੇ ਨਾਨਕ ਨੇ ਭਲੀ ਕੀਤੀ ਇੱਥੇ ਤੱਕ ਪਹੁੰਚ ਗਏ। ਹਾਂਜੀ। ਤੇ ਹੁਣ ਤੱਕ ਫਿਰ ਤੁਹਾਨੂੰ ਇੰਨੇ ਸਾਲ ਹੋ ਗਏ ਹਨਾ, 2010-11 ਤੋਂ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ, ਤਾਂ ਹੁਣ ਫਿਰ ਤੁਸੀਂ ਜਿਹੜੇ ਤੁਹਾਡੇ ਕੋਲੇ ਕਲਾਇੰਟਸ ਆਉਂਦੇ ਨੇ, ਤੁਸੀਂ ਕਿਸੇ ਨੂੰ ਮਰਡਰ ਕੇਸ ਦੇ ਵਿੱਚ ਕੋਈ ਤੁਹਾਡੇ ਥਰੂ ਬਰੀ ਵੀ ਹੋਇਆ? ਹਾਂਜੀ, ਇਹ ਤੁਸੀਂ ਵਧੀਆ ਸਵਾਲ ਕੀਤਾ ਹੈ। ਇਹਦੇ ਵਿੱਚ ਮਤਲਬ ਵੀ ਜੇ ਮੈਂ ਆਖਿਆ ਹੁਣ ਚਲੋ ਆਪਦੇ ਮੂੰਹ ਬੰਦਾ ਹਰੇਕ ਕਹਿੰਦਾ ਹੈ, ਲੇਕਿਨ 90% ਜਾਂ 95% ਲੋਕ ਜਿਹੜੇ ਬਰੀ ਹੋ ਕੇ ਜਾਂਦੇ ਆ ਜਿਹੜੇ ਮੇਰੇ ਕੋਲੇ ਆਉਂਦੇ ਨੇ, ਕਿਉਂਕਿ ਮਸਲਾ ਕੀ ਹੁੰਦਾ, ਉਹਨੂੰ ਧਿਆਨ ਨਾਲ ਪੜ੍ਹਨਾ, ਫਾਈਲ ਦੇ ਉਹਦੇ ਵਿੱਚ ਹੀ ਸਾਰਾ ਕੁਝ ਪਿਆ ਹੁੰਦਾ। ਗੱਲ ਹੈ ਉਹਦੇ ਮਾਈਂਡ ਸੈਟ। ਲੇਕਿਨ ਇਹ ਹੈ ਵੀ ਜੇ ਮੈਂ ਜਿੱਦਾਂ ਦੀ ਪ੍ਰੈਕਟਿਸ ਸ਼ੁਰੂ ਕੀਤੀ ਹੈ, ਮੈਂ ਕਿਸੇ ਰਿਸ਼ਤੇਦਾਰੀ 'ਚ ਨਹੀਂ ਗਿਆ, ਕਿਸੇ ਵਿਆਹ ਸ਼ਾਦੀ 'ਚ ਨਹੀਂ ਗਿਆ, ਕਿਸੇ ਦੀ ਮਰਗਤ 'ਤੇ ਨਹੀਂ ਗਿਆ। ਗੁੱਸੇ ਹੁੰਦੇ ਆ ਰਿਸ਼ਤੇਦਾਰ, ਜਾਂ ਕਈ ਵਾਰੀ ਕੋਈ ਟੁੱਟ ਵੀ ਗਿਆ ਇੱਕ ਅੱਧਾ ਰਿਸ਼ਤੇਦਾਰ ਵਿੱਚੋਂ, ਤੇ ਮੈਂ ਕਦੇ ਕੇਅਰ ਨਹੀਂ ਕੀਤੀ। ਫਿਰ ਮੈਂ ਜਦੋਂ ਮੈਂ ਕਚਹਿਰੀ 'ਚ ਕਚਹਿਰੀ 'ਚ ਘਰੇ ਆ ਤਾਂ ਮੇਰੇ ਕੋਲ ਫਾਈਲਾਂ ਦਾ ਢੇਰ ਲੱਗਿਆ ਹੁੰਦਾ, ਬੈਠਦੇ ਆ ਤਾਂ, ਤੇ ਜਿਵੇਂ ਘਰੇ ਦਫ਼ਤਰ ਦੇ ਵਿੱਚ ਆ ਤਾਂ ਮੈਂ ਫਾਈਲਾਂ ਹੀ ਪੜ੍ਹਨੀਆਂ, ਤੇ ਜਿਹਦਾ ਰਿਜ਼ਲਟ ਬਹੁਤ ਚੰਗਾ ਆਉਂਦਾ ਤੇ ਬਹੁਤ ਬੰਦੇ ਬਰੀ ਹੋ ਕੇ ਜਾਂਦੇ, ਬੜੀ ਖੁਸ਼ੀ ਹੁੰਦੀ ਹੈ। ਖਾਸ ਤੌਰ 'ਤੇ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਕਲੀਅਰ ਕੱਟ ਪਤਾ ਹੁੰਦਾ ਬੰਦਾ ਨਜਾਇਜ਼ ਫਸਿਆ। ਇੱਕ ਆਮ ਤੌਰ 'ਤੇ ਸਿੰਪਲ ਧਾਰਨਾ ਬਣੀ ਹੈ ਵੀ ਕੁਛ ਕੁ ਨੂੰ ਇੱਥੋਂ ਛੱਡਦਾ, ਕੁਛ ਕੁ ਹਾਈ ਕੋਰਟ ਛੱਡ ਦੂਗੀ, ਹੈ ਨਾ। ਜ਼ਿਆਦਾ ਕਸੂਰਵਾਰ ਜਿਹੜੇ ਹੈ ਉਹਨੂੰ ਹਾਈ ਕੋਰਟ ਛੱਡ ਦੂਗੀ, ਤੇ ਜਿਹੜੇ ਜ਼ਿਆਦਾ ਮਤਲਬ ਕਸੂਰਵਾਰ ਨਹੀਂ ਕਹਿ ਸਕਦੇ, ਜਿਹੜੇ ਕਿ ਘੱਟ ਕਸੂਰਵਾਰ ਨੇ ਉਹਨਾਂ ਨੂੰ ਇੱਥੋਂ ਛੱਡ ਦਿੰਦੇ ਥੋੜ੍ਹੇ ਜਿਹੇ। ਉਸ ਤੋਂ ਬਾਅਦ ਕੇਸ ਸਖਤ ਲੱਗਦਾ ਉਹਨੂੰ ਕਈ ਵਾਰੀ ਹਾਈ ਕੋਰਟ ਛੱਡ ਦਿੰਦੀ ਹੈ। ਇੱਕ ਇਹ ਧਾਰਨਾ ਬਣੀ ਹੋਈ ਹੈ ਵੀ ਇਸ ਤਰੀਕੇ ਨਾਲ ਸਿਸਟਮ ਦੇ ਵਿੱਚ ਮੈਂ ਉਹ ਚੀਜ਼ ਨਹੀਂ ਕਹਿੰਦਾ ਵੀ ਉਹ ਸਿਸਟਮ ਦੇ ਮੁਤਾਬਕ ਨਹੀਂ ਚੱਲਣਾ ਚਾਹੁੰਦਾ। ਮੈਂ ਚਾਹੁੰਦਾ ਵੀ ਜੋ ਫੈਸਲਾ ਹੋਵੇ ਹਾਈ ਕੋਰਟ ਵਾਲਾ ਫੈਸਲਾ ਇੱਥੇ ਹੀ ਹੋਵੇ। ਹਾਈ ਕੋਰਟ ਦਾ ਫੈਸਲਾ ਅਫਸਰ ਦਿੱਲੀ ਦੀ ਦਿਖਾਉਣ, ਉਹ ਫੈਸਲਾ ਇੱਥੇ ਹੀ ਕਰਕੇ ਦੇਣ। ਹਾਈ ਕੋਰਟ ਦਾ ਫੈਸਲਾ ਸੈਸ਼ਨ ਕੋਰਟ ਹੀ ਕਰਕੇ ਦੇਵੇ। ਜਦੋਂ ਇਹਨਾਂ ਕੋਲੇ ਪਾਵਰਸ ਹੈ, ਜੱਜ ਸਾਹਿਬ ਕੋਲੇ ਐਡੀ ਵੱਡੀ ਕੁਰਸੀ ਹੈ, ਅਕਸਰ ਹੀ ਮੈਂ ਜੱਜ ਸਾਹਿਬ ਨੂੰ ਕਹਿਣਾ ਹੁੰਦਾ ਵੀ ਜਿਹੜੀ ਤੁਸੀਂ ਇਹ ਪੈਨਸਲ ਵਾਹੁੰਦੇ ਹੋ ਅਗਲੇ ਦੇ ਮੱਥੇ 'ਤੇ ਵਾਹੁੰਦੇ ਹੋ, ਤੁਸੀਂ ਇਹ ਪੇਪਰ 'ਤੇ ਨਹੀਂ ਵਾਹ ਰਹੇ ਹੁੰਦੇ, ਤੁਸੀਂ ਇਹ ਪੈਨਸਲ ਅਗਲੇ ਦੇ ਮੱਥੇ 'ਤੇ ਵਾਹ ਰਹੇ ਹੁੰਦੇ ਹੋ। ਤੁਹਾਨੂੰ ਪਰਮਾਤਮਾ ਤੋਂ ਬਾਅਦ ਇਹ ਦਰਜਾ ਤੁਹਾਨੂੰ ਮਿਲਿਆ ਵੀ ਕਿਸੇ ਦੀ ਤਕਦੀਰ ਲਿਖਦੇ ਹੋ, ਤੇ ਤਾਂ ਕਰਕੇ ਉਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਬਰੀ ਹੋ ਕੇ ਜਾਂਦੇ ਨੇ। ਬਟ ਇਹਦੇ ਵਿੱਚ ਵੀ ਇੱਕ ਪ੍ਰੋਬਲਮ ਇਹੀ ਹੈ, ਕਈ ਵਾਰੀ ਇਸ ਗੱਲ ਦਾ ਵੀ ਪਤਾ ਹੁੰਦਾ। ਹੁਣ ਮੇਰੇ ਕੋਲ ਕਈ ਕੇਸ 302 ਦੇ ਆਏ ਜਿਹਦੇ ਵਿੱਚ ਇਸ ਗੱਲ ਦਾ ਪਤਾ ਹੁੰਦਾ ਵੀ ਬੰਦਾ ਕਸੂਰਵਾਰ ਵਾਲੇ ਪਾਸੇ ਜਾ ਰਿਹਾ ਹੈ, ਵੀ ਹੋ ਸਕਦਾ ਇਹਦਾ ਕਸੂਰ ਹੋਵੇ ਇਸ ਕੰਮ 'ਚ, ਤੇ ਲੇਕਿਨ ਇਹ ਪ੍ਰੋਫੈਸ਼ਨ ਕਰਕੇ ਆਪਾਂ ਆਪਦੇ ਪ੍ਰੋਫੈਸ਼ਨ ਦੇ ਆਪਣੇ ਧਰਮ ਨੂੰ ਨਿਭਾਉਣ ਖਾਤਰ ਆਪਾਂ ਨੂੰ ਬੰਦੇ ਬਰੀ ਕਰਾਉਣੇ ਪੈਂਦੇ ਆ, ਤੇ ਬਰੀ ਹੋਏ ਵੀ ਨੇ। ਤੇ ਲੋਅਰ ਕੋਰਟ ਦੇ ਵਿੱਚੋਂ ਹੀ ਸੈਸ਼ਨ ਕੋਰਟ ਦੇ ਬਠਿੰਡਾ ਵਿਖੇ ਹੀ ਬਰੀ ਹੋਏ ਨੇ, ਤੇ ਉਹਦੇ ਵਿੱਚ ਫਿਰ ਮਾਈਂਡ ਕਈ ਵਾਰੀ ਥੋੜ੍ਹਾ ਜਿਹਾ ਅਪਸੈਟ ਵੀ ਹੋ ਜਾਂਦਾ ਵੀ ਯਾਰ ਇਹ ਬੰਦੇ ਜੇ ਦੇਖਿਆ ਜਾਵੇ ਤਾਂ ਲੱਗਦਾ ਵੀ ਕਸੂਰਵਾਰ ਹੈਗੇ ਨੇ, ਲੇਕਿਨ ਮੇਰਾ ਪ੍ਰੋਫੈਸ਼ਨ ਮੈਨੂੰ ਅਲਾਓ ਕਰਦਾ ਵੀ ਆਪਦੇ ਕਲਾਇੰਟ ਦੇ ਨਾਲ ਧਰਮ ਨਿਭਾਓ, ਤੇ ਇਹੀ ਧਰਮ ਨਿਭਾਉਣਾ ਚਾਹੀਦਾ, ਤੇ ਉਹ ਬੰਦੇ ਬਰੀ ਹੀ ਕਰਾਉਣੇ ਪੈਂਦੇ ਨੇ, ਫਿਰ ਉਹ ਬਰੀ ਹੋ ਕੇ ਜਾਂਦੇ ਨੇਗੇ। ਤੇ ਜ਼ਿਆਦਾ ਮਤਲਬ ਇਹ ਸੈਟਿਸਫੈਕਸ਼ਨ ਉਦੋਂ ਹੁੰਦੀ ਹੈ ਜਦੋਂ ਸਹੀ ਬੇਕਸੂਰ ਬੰਦਾ ਸਹੀ ਬਰੀ ਹੁੰਦਾ। ਹਾਂਜੀ। ਤਾਂ ਜਿਹੜਾ ਤੁਹਾਡਾ ਹਾਈ ਕੋਰਟ ਦੇ ਵਿੱਚੋਂ ਤੁਸੀਂ ਬਰੀ ਹੋਏ, ਫਿਰ ਉਹ ਬਾਇਜ਼ਤ ਬਰੀ ਹੋਈ ਸੀ ਤੁਸੀਂ ਵਕੀਲ ਸਾਹਿਬ? ਹਾਂਜੀ, ਇੱਥੋਂ ਸਾਨੂੰ 6 ਬੰਦਿਆਂ ਨੂੰ ਕਨਵਿਕਸ਼ਨ ਹੋ ਗਈ ਸੀ, 3 ਬੰਦੇ ਜਿਹੜੇ ਬਰੀ ਹੋ ਗਏ ਸੀ, 1 ਬੰਦੇ ਦਾ ਮਰਡਰ ਹੋ ਗਿਆ ਸੀ ਮੁਲਜ਼ਮ ਦਾ। ਹਾਈ ਕੋਰਟ ਦੇ ਵਿੱਚ ਸਾਨੂੰ 5 ਬੰਦਿਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ, ਤੇ 1 ਬੰਦੇ ਨੂੰ ਕਨਵਿਕਸ਼ਨ ਜਿਹੜੀ ਹੈ ਰੱਖ ਦਿੱਤੀ ਗਈ। ਇਹ ਮੈਡਮ ਤੁਸੀਂ ਦੇਖੋ ਵੀ 1999 ਤੋਂ ਬਾਅਦ ਅਸੀਂ 8-9 ਸਾਲਾਂ ਬਾਅਦ ਜਾ ਕੇ ਇਹ ਹਾਈ ਕੋਰਟ ਤੋਂ ਬਰੀ ਹੁੰਦੇ ਹਾਂ। ਹਲੇ ਵੀ ਮੈਂ ਉਹਦੇ ਨੂੰ ਲੱਕੀ ਸਮਝਦਾ ਵੀ ਹਾਈ ਕੋਰਟ ਜਿਹੜਾ ਸਾਡਾ ਕੇਸ ਸੀ ਵੀ ਇਹ ਬਾਉਂਡ ਹੋਣ ਕਾਰਨ, ਲੀਗਲੀ ਨੌਲੇਜ ਹੋਣ ਕਾਰਨ, ਖੁਦ ਇਸ ਪੇਸ਼ੇ 'ਚ ਪਏ ਹੋਣ ਕਾਰਨ, ਹੈ ਨਾ, ਆਪਦੀ ਪੈਰਵਾਈ ਆਪ ਕਰਨ ਕਾਰਨ ਇੰਨਾ ਬੈਨੀਫਿਟ ਮੈਂ ਲੈ ਲਿਆ ਵੀ ਜਿਹੜਾ ਫੈਸਲਾ 20-25 ਸਾਲਾਂ ਮਗਰੋਂ ਆਉਣਾ ਸੀ ਉਹ ਫੈਸਲਾ ਮੈਂ 25 ਸਾਲ 8-9 ਸਾਲਾਂ 'ਚ ਕਲੀਅਰ ਕਰ ਲਿਆ, ਤੇ 25 ਸਾਲ ਪਹਿਲਾਂ ਆਪਦੇ ਨੂੰ ਫ੍ਰੀ ਕਰ ਲਿਆ।
ਜਿਹਦਾ ਕਰਕੇ ਮੈਨੂੰ ਇਹ ਓਪਰਚੁਨਿਟੀ ਮਿਲ ਗਈ। ਬਟ ਹਰੇਕ ਇੰਨਾ ਲੱਕੀ ਨਹੀਂ ਹੁੰਦਾ, ਅਤੇ ਲੇਕਿਨ ਫਿਰ ਵੀ ਬੰਦੇ ਨੂੰ ਚੰਗੇ ਪਾਸੇ ਸੋਚਣਾ ਚਾਹੀਦਾ, ਮਾੜੇ ਪਾਸੇ ਨਹੀਂ ਸੋਚਣਾ ਚਾਹੀਦਾ। ਜਿਹੜੇ ਅੱਜ ਕੱਲ੍ਹ ਮਾਹੌਲ ਹੈ ਮੁੰਡਿਆਂ ਦਾ ਜਾਂ ਹੋਰ ਹੈ, ਗਿਵ ਅਪ ਕਦੇ ਨਹੀਂ ਕਰਨਾ ਚਾਹੀਦਾ। ਜਿੰਨੀ ਵਾਰੀ ਮੈਨੂੰ ਕਿਸੇ ਨੇ ਫੋਰਸ ਕੀਤਾ, ਫੁੱਟਬਾਲ ਵਾਂਗੂ ਜੇ ਕਿੱਕ ਮਾਰੀ ਹੈ ਤਾਂ ਕੰਧ ਕਰਨੀ ਜਾਂਦੀ ਹੈ ਅਤੇ 10 ਗੁਣਾ ਪਾਵਰ ਨਾਲ ਵਾਪਸ ਆਉਂਦੀ ਹੈ। ਇਸ ਤਰੀਕੇ ਨਾਲ ਵਾਪਸ ਆਇਆ ਅਤੇ ਮੈਂ ਲੋਕਾਂ ਨੂੰ ਕਰਕੇ ਦਿਖਾਇਆ, ਘਰਦਿਆਂ ਨੂੰ ਵੀ ਸਮਾਜ ਨੂੰ ਵੀ ਕਰਕੇ ਦਿਖਾਇਆ। ਉਹੀ ਲੋਕ ਜਿਹੜੇ ਕੇਸ ਪੈਣ 'ਤੇ ਜਿਹੜੇ ਤਾਨੇ ਮੈਨੇ ਮਾਰਦੇ ਸੀ, ਕੋਈ ਮਾੜਾ ਚੰਗਾ ਬੋਲਦੇ ਸੀ, ਕੋਈ ਰਿਸ਼ਤੇ ਛੱਡ ਗਏ, ਅਤੇ ਅੱਜ ਉਹ ਉਹਨਾਂ 'ਚੋਂ ਕੋਈ ਪਛਤਾਉਂਦੇ ਵੀ ਨੇ ਵੀ ਅਸੀਂ ਇਹਨਾਂ ਨਾਲ ਮਾੜੀ ਕੀਤੀ ਅਤੇ ਰਿਸ਼ਤੇ ਚੰਗੇ ਬਣਾਉਣੇ ਚਾਹੀਦੇ ਸੀਗੇ। ਇਹ ਨਾ ਅੱਜ ਉਹ ਲੋਕ ਪਛਤਾਉਂਦੇ ਨੇ ਅਤੇ ਉਹੀ ਓਨਾ ਹੀ ਰਿਕਾਰਡ ਕਰ ਦੇਣਗੇ। ਇਹ ਨਾ ਇਸ ਕਰਕੇ ਜਿਹੜਾ ਰਿਕਾਰਡ ਹੋਣਾ ਤੁਹਾਡੇ ਪਿਓ ਦਾਦੇ ਦੀਆਂ ਜਾਇਦਾਦਾਂ ਨਾਲ ਨਹੀਂ ਹੋਣਾ, ਤੁਹਾਡੇ ਪਿਓ ਦਾਦੇ ਦੀਆਂ ਹਵੇਲੀਆਂ ਬਣੀਆਂ ਨਾਲ ਨਹੀਂ ਹੋਣਾ। ਜਾਇਦਾਦ ਤਾਂ ਸਾਡੇ ਪਿਓ ਦਾਦਿਆਂ ਦੀ ਵੀ ਹੈਗੀ ਹੈ, ਆਪਦੀ ਥਾਂ 'ਤੇ ਪਈ ਹੈ, ਲੇਕਿਨ ਜਿਹੜਾ ਮੈਨੂੰ ਰਿਕਾਰਡ ਮਿਲਿਆ ਉਹ ਮੇਰੇ ਕੰਮ ਤੋਂ ਮਿਲਿਆ। ਮੈਨੂੰ ਰਿਸਪੈਕਟ ਮਿਲੀ ਹੈ ਰਿਸ਼ਤੇਦਾਰੀ 'ਚ, ਦੇਸ਼ ਵਿਦੇਸ਼ਾਂ 'ਚ ਮੇਰੇ ਕੋਲ ਬਹੁਤ ਦੂਰ ਦੂਰ ਦੇ ਕੇਸ ਨੇ, ਹੈਦਰਾਬਾਦ ਕਲਕੱਤੇ ਤੱਕ ਦੇ ਪਾਰਟੀਆਂ ਦੇ ਕੇਸ ਵੀ ਹੈਗੇ ਨੇਗੇ, ਅਤੇ ਕਈ ਵਾਰੀ ਮੈਂ ਉੱਧਰ ਵੀ ਜਾਣਾ ਪੈਂਦਾ ਹੈ। ਅਤੇ ਜਿਹੜਾ ਮੈਨੂੰ ਇਹ ਐਡੀ ਵਰਲਡ ਵਾਈਡ ਰਿਸਪੈਕਟ ਮਿਲੀ ਹੈ ਅਤੇ ਨਾਮ ਮਿਲਿਆ, ਅਤੇ ਇਹ ਤਾਂ ਹੀ ਮਿਲਿਆ ਜੇ ਸਖਤ ਮਿਹਨਤ ਕੀਤੀ ਹੈ। ਅਤੇ ਮਿਹਨਤ ਤੋਂ ਬਿਨਾਂ ਅਤੇ ਚੰਗੀ ਸੋਚ ਤੋਂ ਬਿਨਾਂ ਕੁਛ ਨਹੀਂ ਬਣਦਾ। ਚੰਗਾ ਸੋਚੋ, ਮਾੜੇ ਪਾਸੇ ਸੋਚ ਨੂੰ ਅਵੋਇਡ ਕਰੋ। ਬਿਲਕੁਲ ਸਰ, ਤੁਸੀਂ ਨੌਜਵਾਨ ਪੀੜ੍ਹੀ ਦੇ ਲਈ ਇੱਕ ਮਿਸਾਲ ਹੈਗੇ ਹੋ, ਔਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਵੀ ਗੱਲਬਾਤ ਜਿਹੜੀ ਹੈ HS ਉੱਬਾ ਸਾਹਿਬ ਦੀ ਸੁਣ ਕੇ ਉਹਨਾਂ ਨੂੰ ਵੀ ਇਹ ਇੰਸਪੀਰੇਸ਼ਨ ਜ਼ਰੂਰ ਮਿਲੀ ਹੋਏਗੀ। ਇੱਕ ਅਜਿਹਾ ਨੌਜਵਾਨ ਜੋ ਕਿ ਫਾਲਸਲੀ ਇੰਪਲੀਕੇਟ ਹੋ ਜਾਂਦਾ ਹੈ 302 ਦੇ ਕੇਸ ਦੇ ਵਿੱਚ, ਪਰ ਉਹਨਾਂ ਨੇ ਜਿਹੜੀ ਆਪਣੀ ਐਨਰਜੀ ਹੈ ਉਹ ਸਹੀ ਰਾਹ 'ਤੇ ਲਗਾਈ, ਵਕਾਲਤ ਕੀਤੀ, ਅੰਦਰ ਬੈਠਿਆਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਔਰ ਆਪਣੇ ਕੇਸ ਨੂੰ ਵੀ ਖੁਦ ਲੜਿਆ। ਜਿੱਦਾਂ ਕਿ ਅਸੀਂ ਸੁਣਦੇ ਹਾਂ ਕਿ ਜਿਹੜੇ ਨੌਜਵਾਨ ਨੇ ਉਹ ਫਰਸਟਰੇਟ ਹੋ ਕੇ ਜਿਹੜਾ ਹੈ ਜੁਰਮ ਦੀ ਦੁਨੀਆ ਦਾ ਰਾਹ ਜਿਹੜਾ ਹੈ ਉਹ ਫੜ ਲੈਂਦੇ ਆ, ਪਰ HS ਉੱਬਾ ਨੇ ਉਹ ਰਾਹ ਨਹੀਂ ਚੁਣਿਆ, ਇੱਕ ਸਹੀ ਰਾਹ ਚੁਣਿਆ, ਇੱਕ ਸਹੀ ਪਾਥ, ਔਰ ਬੜੀ ਪੇਸ਼ੈਂਸ ਰੱਖੀ। ਹਾਲਾਂਕਿ ਲੋਅਰ ਕੋਰਟ ਦੇ ਵਿੱਚ ਇਹਨਾਂ ਨੂੰ ਕਨਵਿਕਸ਼ਨ ਹੋ ਜਾਂਦੀ ਹੈ, ਪਰ ਹਾਈ ਕੋਰਟ ਜਾਂਦੇ ਨੇ, ਉੱਥੋਂ ਬਾਇਜ਼ਤ ਬਰੀ ਹੋ ਜਾਂਦੇ ਨੇ, ਔਰ ਅੱਜ ਸੈਂਕੜੇ ਹੀ ਲੋਕਾਂ ਨੂੰ ਜਿਹੜਾ ਹੈਗਾ ਕੋਰਟ ਰਾਹੀਂ, ਜੁਡੀਸ਼ਰੀ ਰਾਹੀਂ ਜਿਹੜਾ ਹੈਗਾ ਇਨਸਾਫ ਦਿਵਾ ਰਹੇ ਨੇ। ਬਠਿੰਡਾ ਤੋਂ ਪਰਿੰਦੇ ਦੇ ਲਈ ਆਕਾਂਕਸ਼ਾ ਸਕਸੈਨਾ।